ਭਗਤ ਸਿੰਘ ਮੈਂ 12 ਸਾਲ ਦਾ ਮੁੰਡਾ ਉਹਨੂੰ ਕਿਹੜੀ ਚੀਜ਼ ਖਿੱਚ ਕੇ ਲਗਾਈ ਜਲਿਆਂਵਾਲੇ ਬਾਗ। ਤੇ ਮੈਂ ਕਿਹਾ ਭਗਤ ਸਿੰਘ ਨੇ ਪਹਿਲਾ ਸਬਕ ਆਪਣੇ ਦਾਦਾ ਤੋਂ ਹੀ ਸਿੱਖਿਆ ਸੀ ਕਿ ਕੋਈ ਵੀ ਗੱਲ ਸੁਣ ਕੇ ਨਹੀਂ ਮੰਨਣੀ, ਉਹਨੂੰ ਜਿੱਥੋਂ ਤੱਕ ਹੋ ਸਕੇ ਪਰਖੋ। ਔਰ ਉਹ ਪਰਖਣ ਵਾਸਤੇ 12 ਸਾਲ ਦਾ ਬੱਚਾ ਜਿਹੜਾ ਉਹ ਉੱਥੇ ਜਾਂਦਾ ਹੈ। ਭਗਤ ਸਿੰਘ ਨੇ ਸਾਰੀ ਸਮਝਦਾਰੀ ਤੋਂ ਬਾਅਦ ਬਣਾਇਆ ਕਿ ਅਸਲ ਵਿੱਚ ਅੰਗਰੇਜ਼ ਰਾਜ ਜਿਹੜਾ ਹੈ ਇਹਦੇ ਪਿਲਰ ਪੁਲਿਸ ਦਾ ਡਰ ਹੈ, ਇਹਦਾ ਮਤਲਬ ਘਚੋਲਾ ਹੈਗਾ ਜਿਹੜਾ ਪਾਰਲੀਮੈਂਟ ਵਾਲਾ ਘਚੋਲਾ ਹੈਗਾ, ਔਰ ਇਹਦਾ ਤੀਜਾ ਡਰ ਜਿਹੜਾ ਹੈ ਉਹ ਜੇਲ੍ਹਾਂ ਦਾ ਹੈ, ਚੌਥਾ ਜਿਹੜਾ ਹੈ ਉਹ ਇਨਸਾਫ ਦਾ ਲਿਫਾਫੇਬਾਜ਼ੀ ਹੈ। ਜੇ ਤੁਸੀਂ 3-4 ਐਕਸ਼ਨ ਭਗਤ ਸਿੰਘ ਦੇ ਲਓ ਤੇ ਉਹ ਇਹੀ ਨੇ। ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਫਾਂਸੀ ਦੇਣ ਵਾਲੀ ਕਲਮ ਹੈ ਉਹ ਫਲੋਰ ਕਿਲੇ ਵਿੱਚ ਪਈ ਹੋਈ ਹੈ। ਅਸੀਂ ਲੈਣ ਗਏ ਤੇ ਉਹ ਕਿਊਰੇਟਰ ਕਹਿੰਦਾ ਜੀ ਆਹ ਸਾਂਡਰਸ ਦੀ ਫੋਟੋ ਆ ਕਲਮ ਹੈ। ਮੈਂ ਕਿਹਾ ਮੈਨੂੰ ਹੁਣ ਸਮਝ ਲੱਗੀ ਨਹੀਂ ਤੇ ਇੰਨੀਆਂ ਫਾਂਸੀਆਂ ਹੋਈਆਂ ਗਦਰ ਪਾਰਟੀ ਵਾਲਿਆਂ ਦੀਆਂ, ਕਿਸੇ ਦੀ ਕਲਮ ਸਾਂਭ ਕੇ ਨਹੀਂ ਰੱਖੀ। ਇਹਦਾ ਮਤਲਬ ਜਿਹੜਾ ਭਗਤ ਸਿੰਘ ਦਾ ਜਿੱਦਾਂ ਉਹ ਕਹਿੰਦੇ ਮੈਂ ਰੀਅਲਿਸਟ ਹਾਂ, ਮੈਂ ਉਹਦੇ ਹੋਰ ਜੱਕੋ ਚ ਨਹੀਂ ਪੈਂਦਾ, ਉਹਦਾ ਅਸਰ ਕੀ ਹੁੰਦਾ। ਭਗਤ ਸਿੰਘ ਦੇ ਸਾਥੀਆਂ ਦੇ ਸਟੇਜ ਤੇ ਆਉਣ ਤੋਂ ਬਾਅਦ ਪਹਿਲਾਂ ਮਹਾਤਮਾ ਗਾਂਧੀ ਜੈ ਦੇ ਜ਼ਿਆਦਾ ਨਾਅਰੇ ਲੱਗਦੇ ਸੀ, ਬੰਦੇ ਮਾਤਰਮ ਦੇ ਲੱਗਦੇ ਸੀ, ਭਾਰਤ ਮਾਤਾ ਦੇ ਲੱਗਦੇ ਸੀ, ਲੇਕਿਨ ਜਿਵੇਂ ਹੀ ਇਹ ਨੌਜਵਾਨ ਆਏ ਨੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲੱਗਦੇ ਨੇ। ਮੈਂ ਆਪ ਇਸ ਚੀਜ਼ ਤੇ ਵਿਚਾਰ ਕਰਦਾ ਵੀ ਚਲੋ ਭਗਤ ਸਿੰਘ ਨੂੰ ਤੇ ਇੱਕ ਪਰਿਵਾਰਕ ਪਿਛੋਕੜ ਮਿਲਿਆ ਤੇ ਕਰਤਾਰ ਸਿੰਘ ਸਰਾਭਾ ਐਡਾ ਵੱਡਾ ਇਨਕਲਾਬੀ ਕਿਵੇਂ ਹੋ ਗਿਆ। ਇਹ ਜਿਹੜਾ ਸੀ ਵੀ ਇਹ ਕਿੱਦਾਂ ਦਾ ਉਹ ਯੁੱਗ ਹੋ ਸਕਦਾ ਹੈ ਜਿਹਦੇ 'ਚ ਭਲੇ ਨਾ ਬਰਾਬਰੀ ਖਤਮ ਹੋ ਜਾਏ, ਬਰਾਬਰਤਾ ਆਵੇ। ਇੱਕ ਤੇ ਭਾਈਚਾਰਾ ਜਿਹੜਾ ਉਹ ਜ਼ਰੂਰੀ ਹੈ, ਕਿਉਂਕਿ ਬਰਾਬਰਤਾ ਤੇ ਭਾਈਚਾਰਾ ਦੋਨੋਂ ਤਾਂ ਹੀ ਇਕੱਠੇ ਹੋ ਸਕਦੇ ਨੇ। ਤੇ ਫਿਰ ਉਹਦੇ ਵਾਸਤੇ ਉਹਨਾਂ ਦੇ ਮਨ 'ਚ ਆਇਆ ਕਿ ਵੀ ਇਹਦਾ ਕਿੱਦਾਂ ਹੋਵੇ। ਤਾਂ ਹੀ ਉਹਨਾਂ ਨੇ ਆਪਣੇ ਇੱਕ ਲੇਖ 'ਚ ਲਿਖਿਆ ਕਿ ਪੜ੍ਹਨਾ ਪੜ੍ਹਨਾ ਪੜ੍ਹਨਾ। ਸਤਿ ਸ਼੍ਰੀ ਅਕਾਲ, ਤੁਸੀਂ ਔਨ-에ਅਰ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ। 23 ਮਾਰਚ 1931 ਦਾ ਉਹ ਦਿਨ, ਜਿਸ ਦਿਨ ਦੀ ਪ੍ਰਸੰਗਕਤਾ, ਉਸ ਦੀ ਮਹੱਤਤਾ ਨੂੰ ਤੁਸੀਂ ਕਦੇ ਵੀ ਘੱਟ ਕਰਕੇ ਨਹੀਂ ਆਂਕ ਸਕਦੇ। ਅੱਜ 23 ਮਾਰਚ ਜਦੋਂ 2023 ਦੇ ਵਿੱਚ ਅਸੀਂ ਦਾਖਲ ਹੁੰਦੇ ਹਾਂ ਤਾਂ ਸਾਨੂੰ 23 ਮਾਰਚ 1931 ਦਾ ਉਹ ਦਿਨ ਯਾਦ ਕਰਨਾ ਪਏਗਾ ਜਿਸ ਦਿਨ ਭਾਰਤੀ ਉਸ ਵਕਤ ਦੀ ਬ੍ਰਿਟਿਸ਼ ਹਕੂਮਤ ਨੇ ਇੱਕ ਉਸ ਵਿਚਾਰ ਨੂੰ ਖਤਮ ਕਰਨ ਦਾ ਜਾਂ ਕਤਲ ਕਰਨ ਦਾ ਮਨਸੂਬਾ ਘੜਿਆ। ਸਰੀਰਕ ਤੌਰ ਦੇ ਉੱਤੇ ਬੇਸ਼ੱਕ ਉਸ ਵਿਚਾਰ ਨੂੰ ਉਹਨਾਂ ਨੇ ਸਾਡੇ ਤੋਂ ਦੂਰ ਕਰ ਲਿਆ, ਪਰ ਉਸ ਵਿਚਾਰ ਦੀ ਪਰਪੱਕਤਾ ਐਸੀ ਕਿ ਉਹ ਵਿਚਾਰ ਅੱਜ 1 ਸਦੀ ਹੋਣ ਵਾਲੀ ਹੈ, ਦੂਰ ਨਹੀਂ ਹੋ ਰਿਹਾ, ਸਗੋਂ ਉਹ ਵਿਚਾਰ ਦਾ ਫੈਲਾਅ ਔਰ ਉਸ ਦੀ ਪਰਪੱਕਤਾ ਔਰ ਉਸ ਵਿਚਾਰ ਦੀ ਅੱਜ ਦੇ ਸਮਿਆਂ ਦੇ ਵਿੱਚ ਜਿਹੜੀ ਪ੍ਰਸੰਗਕਤਾ ਹੈ, ਉਸ ਦੀ ਜ਼ਰੂਰਤ ਹੈ, ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਸਾਂਝ ਉਸ ਵਿਚਾਰ ਉਹਨਾਂ ਸ਼ਖਸੀਅਤਾਂ ਦੀ ਅੱਜ ਦੇ ਸਮਾਜ ਦੇ ਵਿੱਚ, ਅੱਜ ਦੇ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਗੂੜ੍ਹੀ ਤੇ ਪੀढ़ੀ ਹੋ ਰਹੀ ਹੈ। 23 ਮਾਰਚ 1931 ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਉਹਨਾਂ ਦੇ 2 ਸਾਥੀਆਂ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਉਹਨਾਂ ਦੇ ਸਣੇ ਮੀਆਂਵਾਲੀ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਚੋਰੀ ਛਿਪੇ ਫਾਂਸੀ ਲਗਾ ਦਿੱਤੀ ਗਈ ਸੀ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਰੀਰਕ ਤੌਰ ਦੇ ਉੱਤੇ ਸ਼ਾਇਦ ਸੱਚਮੁੱਚ ਭਗਤ ਸਿੰਘ ਸਾਡੇ ਦਰਮਿਆਨ ਉਦੋਂ ਨਹੀਂ ਰਹੇ, ਅੱਜ ਵੀ ਨਹੀਂ ਹੈਗੇ, ਪਰ ਉਹਨਾਂ ਦਾ ਵਿਚਾਰ, ਉਹਨਾਂ ਦਾ ਸੰਕਲਪ ਦੇਸ਼ ਪ੍ਰਤੀ, ਰਾਜਨੀਤੀ ਪ੍ਰਤੀ, ਸਮਾਜਿਕ ਵਿਵਸਥਾ ਪ੍ਰਤੀ, ਸਮਾਜਿਕ ਪ੍ਰਣਾਲੀ ਪ੍ਰਤੀ, ਅੰਤਰਰਾਸ਼ਟਰੀ ਮੁੱਦਿਆਂ ਪ੍ਰਤੀ ਅੱਜ ਵੀ ਓਨਾ ਹੀ ਦ੍ਰਿੜ ਅਤੇ ਅੱਜ ਵੀ ਓਨਾ ਹੀ ਸੱਚਾ ਨਜ਼ਰ ਆਉਂਦਾ। ਅੱਜ ਸ਼ਹੀਦ ਆਜ਼ਮ ਹੋਰਾਂ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ ਕਿ ਉਹਨਾਂ ਦਾ ਉਹ ਵਿਚਾਰ ਅੱਜ ਕਿੰਨਾ ਮਹੱਤਵਪੂਰਨ ਹੈ ਔਰ ਕਿੰਨੀ ਜ਼ਿਆਦਾ ਗਹਿਰੀ ਤੇ ਵੱਡੀ ਲੋੜ ਹੈ ਉਸ ਵਿਚਾਰ ਨੂੰ ਅੱਜ ਸਮਾਜਿਕ ਔਰ ਰਾਜਨੀਤਿਕ ਪਲੇਟਫਾਰਮ ਦੇ ਉੱਤੇ ਲੈ ਕੇ ਜਾਣ ਦੀ। ਸਾਡੇ ਨਾਲ ਇਸ ਸਾਰੀ ਚਰਚਾ ਦੇ ਵਿੱਚ ਸ਼ਾਮਲ ਹੋਣਗੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਭਾਣਜਾ ਜੀ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਸਰ, ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ। ਬਹੁਤ ਮਿਹਰਬਾਨੀ ਤੁਹਾਡੀ। ਤੁਹਾਡੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ, ਨਮਸਕਾਰ। ਸਤਿ ਸ਼੍ਰੀ ਅਕਾਲ ਸਰ, ਨਮਸਕਾਰ। ਸਰ, ਭਗਤ ਸਿੰਘ ਕੌਣ ਹੈ? ਵਿਚਾਰ ਦੇ ਪੱਖ ਤੋਂ, ਜਜ਼ਬਾਤ ਦੇ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਸੋਚ ਦੇ ਪੱਖ ਤੋਂ, ਜਿੰਨਾ ਤੁਸੀਂ ਉਹਨਾਂ ਨੂੰ ਪੜ੍ਹ ਪਾਏ ਹੋ, ਸਮਝ ਪਾਏ ਹੋ, ਜਾਣ ਪਾਏ ਹੋ। ਮੈਂ ਸਮਝਦਾ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜਿਹੜਾ ਉਸ ਵੇਲੇ ਇੱਕ ਖੜੋਤ ਬਣ ਰਹੀ ਸੀ, ਉਹਨਾਂ ਨੇ ਉਹਨੂੰ ਤੋੜਿਆ। ਕਿਉਂਕਿ ਖੜੋਤ ਕਿੱਦਾਂ ਸੀ ਕਿ ਪਹਿਲਾਂ ਜਲਿਆਂਵਾਲਾ ਬਾਗ ਹੋਇਆ, ਉਸ ਤੋਂ ਬਾਅਦ ਮਾਰਸ਼ਲ ਲਾ ਲੱਗਾ, ਫਿਰ ਨਨਕਾਣਾ ਸਾਹਿਬ ਦਾ ਵੀ ਸਾਕਾ ਹੋਇਆ। ਤਾਂ ਉਹ ਘਟਨਾਵਾਂ ਹੋ ਰਹੀਆਂ ਸਨ ਜਿਹਦੇ ਤੋਂ ਮਤਲਬ ਉਸ ਵੇਲੇ ਕੌਮੀ ਲੈਵਲ ਦੇ ਉੱਤੇ
ਗਾਂਧੀ ਜੀ ਨੇ ਕਿਹਾ ਕਿ ਅੰਗਰੇਜ਼ ਰਾਜ ਦੇ 4 ਥੰਬ ਨੇ, ਜੇ ਆਪਾਂ ਇਹਨਾਂ ਨੂੰ ਹਿਲਾਈਏ ਤੇ ਇਹ ਰਾਜ ਕਮਜ਼ੋਰ ਹੋ ਸਕਦਾ ਹੈ। ਜਿਹਦੇ ਚ ਪਹਿਲਾ ਇਹ ਸੀ ਵੀ ਵਿਦੇਸ਼ੀ ਕੱਪੜਾ, ਕਿਉਂਕਿ ਉਹ ਕੱਪੜੇ ਦਾ ਵਪਾਰ ਕਰਦੇ ਨੇ, ਜਿਹੜਾ ਸਾਡੇ ਇੱਥੇ ਕੱਪੜੇ ਦੀ ਪ੍ਰੋਡਕਸ਼ਨ ਹੈ ਉਹਨੂੰ ਨੁਕਸਾਨ ਕਰ ਰਿਹਾ। ਤੋ ਇਸ ਕਰਕੇ ਵਿਦੇਸ਼ੀ ਕੱਪੜੇ ਦਾ ਜਿਹੜਾ ਬਹਿਸ਼ਕਾਰ ਕੀਤਾ ਜਾਵੇ, ਉਹਦਾ ਬਾਈਕਾਟ ਕੀਤਾ ਜਾਵੇ। ਦੂਸਰਾ ਉਹਨਾਂ ਦਾ ਸੀ ਕਿ ਉਹ ਸਾਡੇ ਬੰਦਿਆਂ ਨੂੰ ਇਨਾਮ ਦੇ ਕੇ, ਮਤਲਬ ਅਹੁਦੇ ਦੇ ਕੇ ਉਹ ਮਤਲਬ ਆਪਣੇ ਵੱਸ ਕਰਦੇ ਨੇ, ਇਸ ਕਰਕੇ ਲੋਕ ਆਪਣੇ ਇਨਾਮਾਂ ਤੋਂ ਤੇ ਅਹੁਦਿਆਂ ਨੂੰ ਵਾਪਸ ਕਰਨ। ਤੀਸਰਾ ਉਹਨਾਂ ਦਾ ਇਹ ਸੀ ਕਿ ਜਿਹੜੀਆਂ ਅਦਾਲਤਾਂ ਨੇ ਉਹ ਲੋਕਾਂ ਨੂੰ ਉਲਝਾ ਕੇ ਰੱਖਦੀਆਂ ਨੇ, ਤੋ ਇਸ ਕਰਕੇ ਉਹਨਾਂ ਨੇ ਵਕੀਲਾਂ ਨੂੰ ਕਿਹਾ ਕਿ ਤੁਸੀਂ ਅਦਾਲਤਾਂ ਛੱਡ ਦਿਓ। ਔਰ ਚੌਥਾ ਜਿਹੜਾ ਸੀ ਉਹ ਮਤਲਬ ਇਹ ਸੀ ਕਿ ਵੀ ਜਿਹੜੇ ਨੌਜਵਾਨ ਨੇ, ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਆਜ਼ਾਦ ਵਿਚਾਰਾਂ ਵਾਲੀ ਨਹੀਂ ਦਿੱਤੀ ਜਾਂਦੀ, ਤੋ ਇਸ ਕਰਕੇ ਉਹ ਐਜੂਕੇਸ਼ਨ ਛੱਡ ਦੇਣ। ਤੋ ਇਹ 4 ਥੰਮਾਂ ਉੱਤੇ ਬਹੁਤ ਵੱਡੀ ਰਿਸਪੌਂਸ ਸੀ, ਜਿਹਦੇ ਚ ਭਗਤ ਸਿੰਘ ਹੁਣੀ ਵੀ, ਉਹਨਾਂ ਦੇ ਸਾਥੀ ਵੀ ਮਤਲਬ ਜਿਹੜੇ ਨੇ ਉਹ ਆਜ਼ਾਦੀ ਦੀ ਲਹਿਰ ਨਾਲ ਆਏ। ਔਰ ਭਗਤ ਸਿੰਘ ਹੁਣਾਂ ਨੇ ਕਿਹਾ ਵੀ ਕਿ ਗਾਂਧੀ ਦਾ ਜਿਹੜਾ ਇਹ ਇਨਕਲਾਬੀ ਕੰਮ ਹੈ ਕਿ ਉਹਨਾਂ ਨੇ ਆਮ ਆਦਮੀ ਨੂੰ ਆਜ਼ਾਦੀ ਦੀ ਲਹਿਰ ਲੈ ਆਂਦਾ। ਲੇਕਿਨ ਇਹਦੇ ਤੋਂ ਬਾਅਦ ਜਦੋਂ ਮਤਲਬ ਹੈ ਕਿ ਮੂਵਮੈਂਟ, ਨਾਨ ਕੋਆਪਰੇਸ਼ਨ ਮੂਵਮੈਂਟ ਚੱਲੀ ਵੀ, ਲੇਕਿਨ ਉਹਦਾ ਰਿਜ਼ਲਟ ਜਿਹੜਾ ਹੈ ਉਹ ਅਸੀਂ ਕਿਤੇ ਨਹੀਂ ਪਹੁੰਚੇ। ਤੇ ਫਿਰ ਭਗਤ ਸਿੰਘ ਨੂੰ ਲੱਗਾ ਕਿ ਉਸੇ ਟਾਈਮ ਤੇ ਆਇਰਲੈਂਡ ਜਿਹੜਾ ਹੈ ਉਹ ਅੰਗਰੇਜ਼ ਨਾਲ ਟੇਬਲ ਤੇ ਬਹਿ ਕੇ ਕੁਝ ਨੈਗੋਸ਼ੀਏਸ਼ਨ ਕਰ ਲੈਂਦਾ। ਤੇ ਇਹਦਾ ਮਤਲਬ ਵੀ ਉਹਨਾਂ ਕੋਲ ਸਿੱਖੀਏ ਕਿ ਉਹਨਾਂ ਨੇ ਕਿਵੇਂ ਕਰ ਲਿਆ। ਉਹ ਬੜਾ ਛੋਟਾ ਦੇਸ਼ ਹੈ, ਉਹਨਾਂ ਦੇ ਨੱਕ ਤੇ ਬੈਠਾ ਹੋਇਆ, ਉਹ ਕਰ ਲੈਂਦਾ। ਲੇਕਿਨ ਸਾਡੇ ਇੰਨਾ ਜਜ਼ਬੇ ਹੋਣ ਤੋਂ ਬਾਅਦ, ਕਿਉਂਕਿ ਉਦੋਂ ਸਾਰੇ ਵੱਡੇ ਵਕੀਲਾਂ ਨੇ ਛੱਡਤੀਆਂ ਅਦਾਲਤਾਂ, ਪ੍ਰੈਕਟਿਸ ਕਰਨੀ ਬੰਦ ਕਰਤੀ, ਔਰ ਮਤਲਬ ਸਕੂਲ ਛੱਡਤੇ, ਮਤਲਬ ਬਹਿਸ਼ਕਾਰ ਹੋਇਆ, ਲੋਕਾਂ ਨੇ ਇਨਾਮ ਵੀ ਵਾਪਸ ਕਰਤੇ। ਤੋ ਉਹਨਾਂ ਨੂੰ ਲੱਗਾ ਕਿ ਉਹ ਮਤਲਬ ਉਹਨਾਂ ਨੇ ਪਹਿਲੀ ਜਿਹੜੀ ਕਿਤਾਬ ਟਰਾਂਸਲੇਟ ਕੀਤੀ ਉਹ 17 ਸਾਲ ਦੀ ਉਮਰ ਵਿੱਚ ਅੰਗਰੇਜ਼ੀ ਤੋਂ ਹਿੰਦੀ ਵਿੱਚ ਹੈ, ਤਾਂ ਕਿ ਉਹਨਾਂ ਦੇ ਹਿੰਦੀ ਦੇ ਸਾਥੀ ਜਿਹੜੇ ਨੇ ਉਹ ਕਰ ਸਕਣ। ਤੋ ਇਹ ਜਿਹੜਾ ਹੈ ਉਹਦੇ ਤੋਂ ਬਾਅਦ ਉਹਨਾਂ ਨੇ ਇਹ ਵੀ ਪ੍ਰਾਪਤ ਕੀਤਾ ਕਿ ਜਿੰਨਾ ਚਿਰ ਤੱਕ ਲੋਕ ਤੁਹਾਡੇ ਨਾਲ ਨਹੀਂ ਜੁੜਦੇ, ਉਹਨਾਂ ਚਿਰ ਤੁਹਾਡੇ ਐਕਸ਼ਨ ਜਿਹੜੇ ਨੇ ਉਹ ਕਾਮਯਾਬ ਨਹੀਂ ਹੋ ਸਕਦੇ। ਤੋ ਇਹ 19 ਔਰ ਉਧਰ ਗਾਂਧੀ ਜੀ ਨੂੰ ਫੜ ਕੇ ਜੇਲ੍ਹ ਭੇਜਤਾ ਗਿਆ ਔਰ ਬਹੁਤ ਭਾਰੀ ਦੰਗੇ ਹੋਏ, ਜਿਹਦੇ ਉੱਤੇ ਇੱਕ ਕਮੈਂਟ ਮੋਤੀ ਲਾਲ ਨਹਿਰੂ ਦਾ ਮਤਲਬ ਹੈ ਕਿ ਕਿੰਨੀ ਬਦਕਿਸਮਤੀ ਹੈ ਸਾਡੀ ਹਿੰਦੁਸਤਾਨ ਦੀ ਕਿ ਅਸੀਂ ਲੋਕਾਂ ਨੂੰ ਇਕੱਠੇ ਕਰਦੇ ਰਹੇ, ਕਿਉਂਕਿ ਜਲਿਆਂਵਾਲੇ ਬਾਗ ਵਿੱਚ ਧਰਮਾਂ ਤੋਂ, ਜਾਤਾਂ ਤੋਂ ਉੱਪਰ ਉੱਠ ਕੇ ਲੋਕ ਇੱਕ ਹੋ ਗਏ ਸੀ, ਜਿਹਦੇ ਕਰਕੇ ਉਹਨਾਂ ਨੇ ਇੰਨਾ ਜ਼ੁਲਮ ਕੀਤਾ। ਪਰ ਹੁਣ ਜਿਹੜੇ ਦੰਗੇ ਕਦੀ ਪਿੰਡਾਂ 'ਚ ਨਹੀਂ ਸੀ ਹੋਏ, ਪਿੰਡਾਂ 'ਚ ਵੀ ਧਰਮ ਦੇ ਨਾਂ ਤੇ ਲੜਾਈ ਹੋ ਰਹੀ ਹੈ। ਤੋ ਇਹ 1924 ਸੀ। ਤੋ ਭਗਤ ਸਿੰਘ ਨੂੰ ਲੱਗਾ ਕਿ ਇਹਦਾ ਹੱਲ ਮਤਲਬ ਕਿਵੇਂ ਕੀਤਾ ਜਾਵੇ। ਉਹਨਾਂ ਦੇ ਮੈਂ ਸਾਥੀਆਂ ਦੀ ਆਪਸ ਵਿੱਚ ਜਿਹੜੀ ਡਿਸਕਸ਼ਨ ਹੈ ਉਹ ਪੜ੍ਹ ਰਿਹਾ ਸੀ, ਤੇ ਉਹਨਾਂ ਨੇ ਕਿਹਾ ਕਿ ਇਹਦਾ ਇੱਕੋ ਹੱਲ ਹੈ ਕਿ ਨੌਜਵਾਨ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਉਹਦੇ ਤੋਂ ਆਪਣੇ ਆਪ ਨੂੰ ਬਰੀ ਕਰਨ, ਤਾਂ ਉਹ ਸਮਾਜ ਵਿੱਚ ਤੇ ਆਜ਼ਾਦੀ ਲਈ ਲੜ ਸਕਦੇ ਨੇ। ਔਰ ਉਹਨਾਂ ਨੇ 5 ਨੁਕਤਿਆਂ ਦਾ ਪ੍ਰੋਗਰਾਮ ਬਣਾਇਆ ਜਿਹੜਾ ਨੌਜਵਾਨ ਭਾਰਤ ਸਭਾ ਦਾ ਸੀ। ਪਹਿਲਾ ਇਹ ਸੀ ਕਿ ਧਰਮ ਜਿਹੜਾ ਹੈ ਉਹਦੀ ਕੋਰ ਹੈ ਇਨਸਾਨੀਅਤ, ਇੱਕ ਦੂਜੇ ਨਾਲ ਹਮਦਰਦੀ। ਜਿਹੜਾ ਜਨੂਨ ਹੈ ਉਹ ਵਿਗਾੜ ਪਾਉਂਦਾ। ਤੋ ਇਸ ਕਰਕੇ ਨੌਜਵਾਨ ਜਿਹੜੇ ਨੇ ਉਹ ਆਪਣੇ ਆਪ ਨੂੰ ਮਤਲਬ ਉਹਦੀ ਜਿਹੜੀ ਕੋਰ ਵੈਲਿਊਜ਼ ਨੇ ਉਹਨਾਂ ਨੂੰ ਅਡਾਪਟ ਕਰਨ, ਉਹਦੇ ਤੇ ਜਿਹੜਾ ਜਨੂਨ ਹੈ ਉਹਦੇ ਤੋਂ ਆਪਣੇ ਆਪ ਨੂੰ ਮੁਕਤ ਕਰਨ, ਜਾਤ ਪਾਤ ਤੋਂ ਮੁਕਤ। ਬੜਾ ਮਹੱਤਵਪੂਰਨ, ਬੜਾ ਮਹੱਤਵਪੂਰਨ ਪੁਆਇੰਟ ਸੀਗਾ। ਮੈਂ ਨਾ ਤੁਹਾਡੀ ਗੱਲ ਨੂੰ ਟੋਕਾਂਗਾ ਨਹੀਂ, ਪਰ ਇਹ ਬੜਾ ਮਹੱਤਵਪੂਰਨ ਪੁਆਇੰਟ ਹੈ ਕਿ ਧਰਮ ਦੀ ਜਿਹੜੀ ਕੋਰ ਹੈ ਉਹ ਇਨਸਾਨੀਅਤ ਹੈ, ਨਾ ਕਿ ਜਨੂਨੀਅਤ। ਜਨੂਨ ਖਲਲ ਪੈਦਾ ਕਰਦਾ ਹੈ, ਇਨਸਾਨੀਅਤ ਜਿਹੜੀ ਆ ਉਹ ਮਨੁੱਖਤਾ ਪੈਦਾ ਕਰਦੀ ਹੈ ਔਰ ਇੱਕ ਦੂਜੇ ਨੂੰ ਸਮਝਣ ਦੀ ਗੱਲ ਕਰਦੀ ਹੈ, ਧਰਮਾਂ ਤੋਂ, ਰੰਗਾਂ ਤੋਂ, ਜ਼ਾਤਾਂ ਤੋਂ ਉੱਪਰ ਹੋ ਕੇ, ਵਰਗਾਂ ਤੋਂ ਉੱਪਰ ਹੋ ਕੇ। ਜੀ, ਤੋ ਇਸ ਕਰਕੇ ਦੂਸਰੇ ਪੁਆਇੰਟ ਉਹਨਾਂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਕਮਜ਼ੋਰੀ ਹੈ ਜਾਤ ਪਾਤ, ਤੋ ਨੌਜਵਾਨ ਆਪਣੇ ਆਪ ਨੂੰ ਜਾਤ ਪਾਤ ਤੋਂ ਮੁਕਤ ਕਰਨ, ਜਿਹਦੇ ਤੇ ਉਹਨਾਂ ਨੇ ਲਿਵ ਕਰਕੇ ਵੀ ਦਿਖਾਇਆ ਕਿ ਜੋ ਅਸੂਲ ਕਹਿ ਰਹੇ ਨੇ ਉਹਨਾਂ ਅਸੂਲਾਂ ਨੂੰ ਉਹਨਾਂ ਨੇ ਪ੍ਰਾਪਤ ਵੀ ਕੀਤਾ। ਔਰ ਤੀਸਰਾ ਜਿਹੜਾ ਹੈ ਉਹ ਬਹੁਤ ਇੰਟਰਸਟਿੰਗ ਹੈ ਕਿ ਵੀ ਲਿੰਗ ਭੇਦ ਜਿਹੜਾ ਹੈ ਲੜਕੇ ਲੜਕੀ ਵਾਲਾ, ਔਰ ਇੱਕ ਥਾਂ ਉਹਨਾਂ ਨੇ ਲਿਖਿਆ ਵੀ ਬਾਅਦ ਵਿੱਚ ਕਿ ਜਦੋਂ ਲੜਕੇ ਲੜਕੀਆਂ ਤਨਦੇਹੀ ਨਾਲ ਆਜ਼ਾਦੀ ਦੇ ਸੰਗਰਾਮ 'ਚ ਹਿੱਸੇਦਾਰ ਬਣ ਗਏ, ਉਹ ਸਾਡਾ ਆਜ਼ਾਦੀ ਦਾ ਯੁੱਗ ਸ਼ੁਰੂ ਹੋਏਗਾ। ਚੌਥਾ ਪੁਆਇੰਟ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਕਿ ਉਹਨਾਂ ਨੇ ਕਿਹਾ ਕਿ ਨੌਜਵਾਨ ਜਿਹੜੇ ਨੇ ਉਹ ਇਹਦੇ ਕਾਬਿਲ ਹੋਣ ਕਿ ਉਹ ਹਰ ਚੀਜ਼ ਦਾ ਕਾਰਨ ਸਮਝ ਸਕਣ। ਤੋ ਕਾਰਨ ਨੂੰ ਸਮਝਣਾ ਇਹ ਵਿਗਿਆਨ ਹੈ। ਅਜੀ ਮੈਂ ਗੱਲ ਕਰ ਰਿਹਾ ਸੀ ਵੀ ਜਿਹੜਾ ਲਾਹੌਰ ਦਾ ਵਿਗਿਆਨਕ ਮਤਲਬ ਅਸੀਂ, ਕਿਉਂਕਿ ਲਾਹੌਰ ਨੇ ਬਹੁਤ ਸਾਇੰਟਿਸਟ ਪੈਦਾ ਕੀਤੇ, ਉੱਥੇ ਪੰਜਾਬੀ ਵਿੱਚ ਸਾਇੰਸ ਮਤਲਬ ਲੋਕਾਂ ਨੂੰ ਕਾਰਨ ਦੱਸੇ ਜਾਂਦੇ ਸੀ। ਇਹਨਾਂ ਨੇ ਉੱਥੋਂ ਨੁਕਤਾ ਲਿਆ ਕਿ ਸਾਇੰਸ ਦਾ ਮਤਲਬ ਚੀਜ਼ਾਂ ਦੇ ਕਾਰਨ ਨੂੰ ਸਮਝਣਾ ਹੈ।
ਕਿਉਂਕਿ ਅਸੀਂ ਉੱਪਰਲੀ ਸੱਤਾ ਤੇ ਰਵਾਂਗੇ ਤੇ ਉਹਦੇ ਜੇ ਕਾਰਨ ਸਮਝ ਲਿਆ ਤੁਸੀਂ, ਫਿਰ ਉਹਦਾ ਹੱਲ ਆ ਜਾਂਦਾ। ਔਰ ਜਿਹੜੀ ਪੰਜਵੀਂ ਗੱਲ ਉਹਨਾਂ ਨੇ ਕਹੀ ਕਿ ਵੀ ਅਸੀਂ ਅੰਗਰੇਜ਼ ਰਾਜ ਨੂੰ ਬਦਲ ਕੇ ਕੀ ਕਰਨਾ ਚਾਹੁੰਦੇ, ਤੇ ਉਹਨਾਂ ਨੇ ਕਿਹਾ ਕਿ ਅੰਗਰੇਜ਼ ਰਾਜ ਦਾ ਜਿਹੜਾ ਸਾਡੇ ਤੇ ਸਭ ਤੋਂ ਵੱਡਾ ਸ਼ਰਾਪ ਹੈ ਉਹ ਹੈ ਕਿ ਇਹਨੇ ਏਡੀ ਵੱਡੀ ਨਾ ਬਰਾਬਰੀ ਪੈਦਾ ਕਰ ਦਿੱਤੀ ਹੈ, ਜਿਹਦੇ ਚ ਬਾਅਦ ਚ ਉਹਨਾਂ ਨੇ ਆਪਣੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਚ ਵੀ ਕਿਹਾ ਕਿ ਅਸੀਂ ਉਸ ਸਵਰਾਜ ਦੀ ਗੱਲ ਕਰ ਰਹੇ ਹਾਂ ਜਿਹੜਾ 98% ਲੋਕਾਂ ਲਈ ਹੋਏਗਾ ਔਰ 98% ਲੋਕਾਂ ਦੀ ਹਿੱਸੇਦਾਰੀ ਨਾਲ ਆਏਗਾ। ਤੋ ਇਹ ਬਹੁਤ ਇੰਪੋਰਟੈਂਟ ਹੈ। ਤੋ ਇਹ ਜਿਹੜਾ ਸੀ ਵੀ ਇਹ ਕਿੱਦਾਂ ਦਾ ਉਹ ਯੁੱਗ ਹੋ ਸਕਦਾ ਹੈ ਜਿਹਦੇ ਚ ਮਤਲਬ ਨਾ ਬਰਾਬਰੀ ਖਤਮ ਹੋ ਜਾਏ, ਬਰਾਬਰਤਾ ਆਵੇ। ਇੱਕ ਤੇ ਭਾਈਚਾਰਾ ਜਿਹੜਾ ਉਹ ਜ਼ਰੂਰੀ ਹੈ, ਕਿਉਂਕਿ ਬਰਾਬਰਤਾ ਤੇ ਭਾਈਚਾਰਾ ਦੋਨੋਂ ਤਾਂ ਹੀ ਇਕੱਠੇ ਹੋ ਸਕਦੇ ਨੇ। ਤੇ ਫਿਰ ਉਹਦੇ ਵਾਸਤੇ ਉਹਨਾਂ ਦੇ ਮਨ ਚ ਆਇਆ ਕਿ ਵੀ ਇਹਦਾ ਕਿੱਦਾਂ ਹੋਵੇ। ਤਾਂ ਹੀ ਉਹਨਾਂ ਨੇ ਆਪਣੇ ਇੱਕ ਲੇਖ 'ਚ ਲਿਖਿਆ ਕਿ ਪੜ੍ਹਨਾ 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 ਮੇਰੇ ਦਿਮਾਗ 'ਚ ਘੁੰਮਣ ਲੱਗਾ ਤਾਂ ਕਿ ਮੈਂ ਦੁਨੀਆ ਦੇ ਤਜਰਬੇ ਨੂੰ ਸਮਝ ਸਕਾਂ। ਮਤਲਬ ਜੋ ਜਿਹੜੇ ਕਾਮਯਾਬ ਹੋਏ ਨੇ ਉਹਨਾਂ ਨੂੰ ਖਾਸ ਤੌਰ ਤੇ ਸਮਝ ਸਕੀਏ ਕਿ ਉਹਨਾਂ ਕੋਲ ਕੀ ਕੁੰਜੀ ਹੈ ਕਿ ਉਹ ਕਾਮਯਾਬ ਹੋਏ ਨੇ। ਤੋ ਉਹ ਜਿਹੜਾ ਹੈ ਉਹ ਭਗਤ ਸਿੰਘ ਦਾ ਮਤਲਬ ਪੜ੍ਹਨ ਦਾ ਪੀਰੀਅਡ ਸ਼ੁਰੂ ਹੁੰਦਾ ਹੈ ਔਰ ਉਹ ਦੁਨੀਆ ਭਰ ਨੂੰ ਖੋਜਦੇ ਨੇ ਕਿ ਜਿੱਥੇ ਵੀ ਕਿਤੇ ਹੈ ਉਹ ਉਹਨਾਂ ਨੂੰ। ਔਰ ਜਿਵੇਂ ਮਤਲਬ ਕੱਲ ਹੀ ਖਟਕੜ ਕਲਾਂ ਅਸੀਂ ਇੱਕ ਨੌਜਵਾਨਾਂ ਵਾਸਤੇ ਬਣਾਇਆ ਕਿ ਭਗਤ ਸਿੰਘ ਦੀ ਲਾਇਬ੍ਰੇਰੀ ਚਾਓ, ਦੇਖੋ ਕਿਹੜੀਆਂ ਕਿਤਾਬਾਂ ਪੜ੍ਹੀਆਂ ਉਹਨੇ, ਤੁਹਾਡੇ ਸਾਹਮਣੇ ਮਤਲਬ ਉਹ ਆਥਰਸ ਦੇ ਨਾਂ, ਉਹ ਕਿਤਾਬਾਂ ਦੇ ਨਾਂ, ਔਰ ਕਿੰਨਾ ਵਾਈਡਰ ਹੈ ਪੂਰੇ ਵਰਲਡ ਦਾ। ਔਰ ਉਹਦੇ ਵਿੱਚ ਵੀ ਕੱਲੀਆਂ ਉਹ ਫਿਲਾਸਫੀ ਦੀਆਂ ਕਿਤਾਬਾਂ ਨਹੀਂ ਪੜ੍ਹ ਰਹੇ, ਇਕਨੋਮਿਕਸ ਦੀਆਂ ਕਿਤਾਬਾਂ ਨਹੀਂ ਪੜ੍ਹ ਰਹੇ, ਉਹ ਇਨਸਾਨੀਅਤ ਉੱਤੇ ਕੀ ਅਸਰ ਹੁੰਦਾ। ਜਿਹਦਾ ਚਾਰਲਸ ਡਿਕਨ ਨੂੰ ਇਸ ਕਰਕੇ ਪੜ੍ਹ ਰਹੇ ਨੇ ਕਿ ਜਿਹੜਾ ਪੂੰਜੀਵਾਦ ਹੈ ਉਹ ਇਨਸਾਨੀਅਤ ਨੂੰ ਕਿਵੇਂ ਗਿਰਾਉਂਦਾ ਹੈ। ਉਹਦੀ ਜਿਹੜੀ ਉਦੋਂ ਦੀਆਂ ਐਗਜ਼ਾਮਪਲ ਨੇ ਉਹ ਚਾਰਲਸ ਡਿਕਨ ਤੋਂ ਮਿਲਦੀਆਂ, ਬਰਨਰਡ ਸ਼ਾਹ ਤੋਂ ਮਿਲਦੀਆਂ ਨੇ। ਤੋ ਇਸ ਕਰਕੇ ਮੈਂ ਅੱਜ ਵੀ ਕਿਸੇ ਨੂੰ ਕਹਿ ਰਿਹਾ, ਮੈਂ ਕਿਹਾ ਉਹ ਪੜ੍ਹ ਇਸ ਕਰਕੇ ਨਹੀਂ ਸੀ ਰਹੇ ਕਿ ਉਹਨਾਂ ਨੇ ਕੋਈ ਥੀਸਿਸ ਲਿਖਣਾ ਹੈ, ਉਹ ਪੜ੍ਹ ਇਸ ਕਰਕੇ ਲੋਕਾਂ ਦੀ ਸਮੱਸਿਆ ਦਾ ਮਤਲਬ ਅਗਰ ਕਿਤੇ ਹੋਰ ਸਮਾਧਾਨ ਲੱਭਿਆ ਤੇ ਅਸੀਂ ਉਹ ਤੋਂ ਸਿੱਖ ਸਕੀਏ। ਔਰ ਉਹ ਸਿੱਖਿਆ ਉਹਨਾਂ ਨੇ। ਤੋ ਇਹ ਇਸ ਕਰਕੇ ਉਹ ਇਹ ਵੀ ਕਹਿੰਦੇ ਨੇ ਕਿ ਜਦੋਂ ਮੈਂ ਬੜਾ ਇੰਪੋਰਟੈਂਟ ਹੈ ਜਿਹੜੇ ਜੀ ਪਲੀਜ਼ ਕੰਟੀਨਿਊ। ਮਤਲਬ ਉਹਨਾਂ ਨੇ ਕਿਹਾ ਕਿ ਮੈਂ ਵਿਗਿਆਨਕ ਵਿਚਾਰਧਾਰਾ ਦਾ ਜਦੋਂ ਤੋਂ ਧਾਰਨੀ ਹੋਇਆ ਮੈਂ ਉੱਤੇ ਜ਼ਿੰਦਗੀ ਜੀਣਾ। ਮਤਲਬ ਇਹ ਜਿਹੜਾ ਉਹਨਾਂ ਦਾ ਹੈ ਕਿ ਵੀ ਜੋ ਤੁਸੀਂ ਅਗਰ ਤੁਸੀਂ ਨਤੀਜੇ ਤੇ ਪਹੁੰਚ ਗਏ ਹੋ ਤੇ ਉਹ ਨਤੀਜੇ ਨੂੰ ਜ਼ਿੰਦਗੀ 'ਚ ਅਪਲਾਈ ਕਿਵੇਂ ਕਰਨਾ। ਇਸੇ ਕਰਕੇ ਉਹਨਾਂ ਨੇ ਲਾਸਟ ਵੀ ਕਿਹਾ ਸੀ ਕਿ ਜਦੋਂ ਵੀ ਕਿਸੇ ਮਹਾਪੁਰਸ਼ ਤੋਂ ਕੁਝ ਸਿੱਖਣਾ ਹੋਵੇ ਤੇ ਉਹਦੇ ਮਤਲਬ ਕਿਤਾਬਾਂ ਤੋਂ ਹੀ ਨਹੀਂ, ਉਹਦੇ ਜੀਵਨ ਤੋਂ ਵੀ ਸਿੱਖੋਗੇ, ਕਿਉਂਕਿ ਜੋ ਉਹਨੇ ਲਿਖਿਆ ਉਹਨੂੰ ਉਹਨੇ ਕਿਵੇਂ ਹੰਡਾਇਆ ਜਾਂ ਕਿਵੇਂ ਉਹਨੇ ਉਹਨੂੰ ਕੀਤਾ। ਤੋ ਇਹ ਦੋਨਾਂ ਦਾ ਜਿਹੜਾ ਸੁਮੇਲ ਹੈ ਇਹ ਭਗਤ ਸਿੰਘ ਦਾ ਮਤਲਬ ਹੈ ਜਿਹੜਾ ਅੱਜ ਸਾਨੂੰ ਦੁਬਾਰਾ ਉਹਨੂੰ ਲੱਭਣ ਦੀ ਲੋੜ ਹੈ। ਸਰ ਇਹ ਜਿਹੜੇ ਪੰਜੋ ਨੁਕਤੇ ਤੁਸੀਂ ਜਿਨ੍ਹਾਂ ਦੇ ਉੱਤੇ ਚਾਨਣਾ ਪਾਇਆ, ਮੇਰੇ ਖਿਆਲ 'ਚ ਅੱਜ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਸਮਝਣਾ ਪਏਗਾ। ਔਰ ਪੰਜੇ ਨੁਕਤੇ ਬਹੁਤ ਇੰਪੋਰਟੈਂਟ ਨੇ। ਜਿੱਦਾਂ ਕਾਰਨ ਦੀ ਗੱਲ ਕੀਤੀ ਹੈ, ਵਿਗਿਆਨ ਦੀ ਗੱਲ ਕੀਤੀ ਹੈ ਕਿ ਵਰਤ ਰਹੇ ਵਰਤਾਰਿਆਂ ਦੇ ਪਿੱਛੇ, ਵਾਪਰ ਰਹੀਆਂ ਘਟਨਾਵਾਂ ਦੇ ਪਿੱਛੇ ਦੇ ਕਾਰਨਾਂ ਨੂੰ ਜਦੋਂ ਸਮਝ ਲਾਂਗੇ ਤਾਂ ਸਾਨੂੰ ਵਿਗਿਆਨ ਦੀ ਸਮਝ ਆ ਜਾਏਗੀ। ਔਰ ਲਿੰਗ ਭੇਦ ਦੀ ਗੱਲ, ਜ਼ਾਤ ਦੀ ਗੱਲ, ਧਰਮ ਦੇ ਕੋਰ ਮਸਲੇ ਦੀ ਗੱਲ ਕਿ ਧਰਮ ਦਾ ਕੋਰ ਇਨਸਾਨੀਅਤ ਹੈ, ਮਨੁੱਖਤਾ ਹੈ, ਨੌਜਵਾਨਾਂ ਦੇ ਵਿੱਚ ਦ੍ਰਿੜਤਾ ਆਉਣ ਦੀ ਗੱਲ ਔਰ ਜ਼ਾਤ ਪਾਤ ਤੋਂ ਉੱਪਰ ਉੱਠਣ ਦੀ ਗੱਲ, ਇਹ ਸਾਰੇ ਮਸਲੇ ਅੱਜ ਸਾਡੇ ਸਮਾਜਿਕ ਵਰਤਾਰਿਆਂ ਦੇ ਵਿੱਚ ਵਾਪਰ ਰਹੇ ਨੇ। ਮੈਂ ਸ਼ਹੀਦ ਆਜ਼ਮ ਦੀਆਂ ਇਹਨਾਂ ਸਾਰੀਆਂ ਜਿਹੜੇ ਪੁਆਇੰਟ ਨੇ, ਨੁਕਤੇ ਨੇ, ਇਹਨਾਂ ਨੁਕਤਿਆਂ ਨੂੰ ਜੇ ਅੱਜ ਦੇ ਮੌਜੂਦਾ ਸੰਦਰਭ ਦੇ ਵਿੱਚ ਦੇਖੀਏ, ਜੋ ਕੁਝ ਹਿੰਦੁਸਤਾਨ ਦੇ ਵਿੱਚ ਵਾਪਰ ਰਿਹਾ, ਕੇਂਦਰੀ ਪੱਧਰ ਦੇ ਉੱਤੇ ਵਾਪਰ ਰਹੀਆਂ ਘਟਨਾਵਾਂ, ਚਾਹੇ ਉਹ ਰਾਜਨੀਤਿਕ ਚੇਤਨਤਾ ਦੀ ਗੱਲ ਹੋਵੇ, ਸਮਾਜਿਕ ਨਾ ਬਰਾਬਰੀ ਦੀ ਗੱਲ ਹੋਵੇ, ਜੋ ਕੁਝ ਵੀ ਸਾਰੇ ਦੇਸ਼ ਦੇ ਵਿੱਚ ਵਾਪਰ ਰਿਹਾ ਹੈ, ਖਾਸ ਤੌਰ ਦੇ ਉੱਤੇ ਭਾਰਤ ਦੇ ਮੌਜੂਦਾ ਸੰਦਰਭ ਦੇ ਵਿੱਚ ਇੱਕ ਗੱਲ ਬਹੁਤ ਵੱਡੇ ਪੱਧਰ ਤੇ ਉੱਠੀ ਹੋਈ ਹੈ। ਇਹ ਸਵਾਲ ਮੈਂ ਅਖੀਰ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਸੀਗਾ, ਪਰ ਮੈਨੂੰ ਲੱਗਦਾ ਕਿ ਜੋ ਕੁਝ ਪੰਜਾਬ ਦੇ ਵਿੱਚ ਇਹ ਚੱਲ ਰਿਹਾ ਅੱਜ ਦੇ ਹਵਾਲੇ ਨਾਲ, ਉੱਥੇ ਨਾ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ ਦੇ ਉੱਤੇ ਗਰਾਊਂਡ ਦੇ ਉੱਤੇ ਉਹ ਬਹੁਤ ਘੱਟ ਲੋਕ ਨਜ਼ਰ ਆਉਂਦੇ ਹੈ। ਸੋਸ਼ਲ ਮੀਡੀਆ ਜਿਹੜਾ ਬੜੀ ਆਸਾਨੀ ਨਾਲ ਰੀਚ ਬਣ ਗਈ ਹੈ, ਜਿਹਦੇ ਕਰਕੇ ਬਹੁਤ ਸੂਚਨਾਵਾਂ ਬਹੁਤ ਗਲਤ ਵੀ ਪਹੁੰਚਦੀਆਂ ਨੇ ਸਾਡੇ ਕੋਲੇ। ਇੱਕ ਪਰਸੈਪਸ਼ਨ ਬਣ ਗਈ ਦੋ ਸ਼ਬਦਾਂ ਦੀ, ਸਿੱਖ ਵਰਸਸ ਕਾਮਰੇਡ। ਜਿਹੜਾ ਵੀ ਕੋਈ ਤਾਰਕਿਕ ਹੋ ਕੇ ਗੱਲ ਕਰਨਾ ਚਾਹੁੰਦਾ, ਜਿਹੜਾ ਕੋਈ ਦਲੀਲ ਨਾਲ ਗੱਲ ਕਰਨਾ ਚਾਹੁੰਦਾ, ਉਹਨੂੰ ਕਾਮਰੇਡ ਕਹਿ ਕੇ ਭੰਡ ਦਿੱਤਾ ਜਾਂਦਾ। ਤੇ ਦੂਜੇ ਪਾਸੇ ਧਰਮ ਦਾ ਲਬਾਦਾ। ਪਹਿਲਾ ਨੁਕਤਾ ਕਿ ਧਰਮ ਦੀ ਕੋਰ ਜਿਹੜੀ ਹੈ ਉਹ ਇਨਸਾਨੀਅਤ ਹੈ, ਮਨੁੱਖਤਾ ਹੈ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਧਰਮ ਦੇ ਉਸੇ ਕੋਰ ਦੇ ਆਲੇ ਦੁਆਲੇ ਘੁੰਮਣ ਨੂੰ ਕਹਿੰਦੀਆਂ ਨੇ ਕਿ ਜਿੱਥੇ ਮਨੁੱਖਤਾ ਵੱਡੀ ਹੈ। ਮੌਜੂਦਾ ਸੰਦਰਭ ਦੇ ਵਿੱਚ ਭਗਤ ਸਿੰਘ ਹੋਰਾਂ ਦੇ ਇਹ ਪੰਜ ਨੁਕਤੇ ਤੇ ਅੱਜ ਕੱਲ੍ਹ ਜੋ ਚੱਲ ਰਿਹਾ ਧਰਮ ਦੇ ਵਰਤਾਰੇ ਦੇ ਨਾਲ, ਤਾਰਕਿਕ ਗੱਲਾਂ ਦੇ ਵਰਤਾਰੇ ਦੇ ਨਾਲ, ਸਿੱਖ ਵਰਸਸ ਕਾਮਰੇਡ ਦੇ ਵਰਤਾਰੇ ਦੇ ਨਾਲ, ਨਹੀਂ ਮੈਂ ਸਮਝਦਾ ਕਿ ਇਹੀ ਉਹਨਾਂ ਦਾ, ਕਿਉਂਕਿ 1924 ਦੇ ਵਿੱਚ ਉਹਨਾਂ ਨੇ, ਔਰ ਇਹ ਸ਼ੁਰੂਆਤ ਹੈ ਉਹਨਾਂ ਦੀ,
ਜੇ ਨੌਜਵਾਨ ਜੀ। ਔਰ ਇੰਨੀ ਉਹ ਨੌਜਵਾਨਾਂ 'ਚ ਲਹਿਰ ਉਦੋਂ ਉੱਠੀ ਕਿ ਹਰ ਜਗ੍ਹਾ ਨੌਜਵਾਨ ਭਾਰਤ ਸਭਾ ਹੈਗੀ, ਦੱਖਣ ਵਿੱਚ ਵੀ ਹੈ, ਜੀ। ਔਰ ਸਰਕਾਰ ਨੇ ਬਾਅਦ ਵਿੱਚ ਉਸ ਤੇ ਬੈਨ ਲਾਇਆ। ਲੇਕਿਨ ਜੀ। ਉਹ ਇਹਨਾਂ ਚੀਜ਼ਾਂ ਨੂੰ ਲਿਵ ਕਰਦੇ ਸੀ। ਮੈਂ ਉਹਨਾਂ ਬਹੁਤ ਸਾਰੇ ਉਹਨਾਂ ਦੇ ਸਾਥੀਆਂ ਦੇ ਦਰਸ਼ਨ ਕੀਤੇ ਨੇ, ਉਹਨਾਂ ਨਾਲ ਲਿਵ ਜੀ। ਕੀਤਾ, ਔਰ ਉਹ ਸਾਰੇ ਮਤਲਬ ਅੰਦਰੂਨੀ ਤੌਰ ਤੇ ਇਹਨਾਂ ਨੁਕਤਿਆਂ ਤੇ ਲਿਵ ਕਰਦੇ ਸੀ। ਉਹੀ ਕਾਰਨ ਹੈ ਕਿ ਜਿਹੜਾ ਬਹੁਤ ਸਾਰਾ ਭਗਤ ਸਿੰਘ ਦੇ ਵਿਚਾਰ ਸਾਡੇ ਤੱਕ ਪਹੁੰਚ ਸਕੇ, ਉਹ ਉਹਨਾਂ ਦਾ ਸੀ। ਤੋ ਜਿਹੜਾ ਤੁਸੀਂ ਕਿਹਾ ਬਿਲਕੁਲ ਠੀਕ ਹੈ ਕਿ ਇਹ 100 ਸਾਲ ਦਾ ਇਤਿਹਾਸਕ ਚੱਕਰ ਹੁੰਦਾ ਹੈ, ਔਰ 1924 ਦੀ ਗੱਲ ਕਹੀ ਹੋਈ, 2024 ਵਿੱਚ ਉਹਦੇ ਬਹੁਤ ਸਾਰੇ ਤੱਥ ਜਿਹੜੇ ਨੇ ਉਹ ਸਾਡੇ ਸਾਹਮਣੇ ਹੈਗੇ ਨੇ। ਤੋ ਇਹ ਇਸੇ ਕਰਕੇ ਹੈ ਕਿ ਨੌਜਵਾਨ ਅਗਰ ਰਿਸ਼ਤਾ ਜੋੜਨਾ ਚਾਹੁੰਦੇ, ਔਰ ਇਹੀ ਜਿੱਦਾਂ ਤੁਸੀਂ ਕਿਹਾ ਕਿ ਭਗਤ ਸਿੰਘ, ਮੈਂ 12 ਸਾਲ ਦਾ ਮੁੰਡਾ, ਉਹਨੂੰ ਕਿਹੜੀ ਚੀਜ਼ ਖਿੱਚ ਕੇ ਲਗਾਈ? ਜਲਿਆਂਵਾਲੇ ਬਾਗ। ਔਰ ਜਦੋਂ ਮੈਂ ਉਹਦੀ ਬੜੀ ਡਿਟੇਲ 'ਚ ਮਤਲਬ ਕੀਤੀ ਤਫਤੀਸ਼, ਤੇ ਇਹ ਸੀ ਕਿ ਉਦੋਂ ਅੰਗਰੇਜ਼ ਦਾ ਮਤਲਬ ਇਹ ਅਖਬਾਰਾਂ 'ਚ ਖਬਰ ਸੀ ਕਿ ਉੱਥੇ ਬਲਵਾ ਹੋ ਗਿਆ, ਉਹ ਗੋਲੀ ਚਲਾਉਣੀ ਪਈ, 200 ਬੰਦੇ ਮਾਰੇ ਗਏ। ਉਹਨਾਂ ਦੇ ਤਾਇਆ ਜੀ ਵੀ ਇਹ ਗੱਲ ਕਹਿ ਰਹੇ, ਕਿਉਂਕਿ ਉਹ ਸਰਕਾਰੀ ਮੁਲਾਜ਼ਮ ਸੀਗੇ। ਤੇ ਭਗਤ ਸਿੰਘ ਨੂੰ ਜਿਹੜੀਆਂ ਗੱਲਾਂ ਉਹ ਸੁਣ ਰਹੇ ਲੋਕਾਂ ਨੂੰ, ਜਿਹੜੇ ਉੱਥੋਂ ਬਚ ਕੇ ਲਾਹੌਰ ਪਹੁੰਚੇ, ਉਹ ਇਹ ਕਹਿ ਰਹੇ ਨੇ ਵੀ ਬੜਾ ਉੱਥੇ ਜ਼ੁਲਮ ਹੋਇਆ। ਤੇ ਮੈਂ ਕਿਹਾ ਭਗਤ ਸਿੰਘ ਨੇ ਪਹਿਲਾ ਸਬਕ ਆਪਣੇ ਦਾਦਾ ਤੋਂ ਹੀ ਸਿੱਖਿਆ ਸੀ ਕਿ ਕੋਈ ਵੀ ਗੱਲ ਸੁਣ ਕੇ ਨਹੀਂ ਮੰਨਣੀ, ਉਹਨੂੰ ਜਿੱਥੋਂ ਤੱਕ ਹੋ ਸਕੇ ਪਰਖੋ। ਔਰ ਉਹ ਪਰਖਣ ਵਾਸਤੇ 12 ਸਾਲ ਦਾ ਬੱਚਾ ਜਿਹੜਾ ਉਹ ਉੱਥੇ ਜਾਂਦਾ ਹੈ, ਮਤਲਬ ਕਰਫਿਊ ਲੱਗੇ ਵਿੱਚ ਵੀ ਕਿੱਦਾਂ ਪਹੁੰਚ ਗਏ, ਉਹ ਸਾਡੇ ਵਾਸਤੇ ਅੱਜ ਵੀ ਮਤਲਬ ਉਹਨੂੰ ਡੀਕੋਡ ਕਰਨਾ ਸ਼ਾਇਦ। ਲੇਕਿਨ ਉਹ ਆਏ ਉੱਥੋਂ ਖੂਨ ਦੀ ਮਿੱਟੀ, ਔਰ ਇਹ ਕਹਿਣਾ ਕਿ ਵੀ ਜਿਹੜਾ ਬਾਹਰ ਵਿਦੇਸ਼ੀ ਹੈ ਉਹ ਇੰਨਾ ਜ਼ਾਲਮ ਹੋ ਸਕਦਾ ਹੈ। ਮਤਲਬ ਇਹ ਜਿਹੜਾ ਉਹਨਾਂ ਦਾ ਹੈ ਕਿ ਜੋ ਆਲੇ ਦੁਆਲੇ 'ਚ ਬੀਤ ਰਿਹਾ, ਔਰ ਉਹਦੇ ਨਾਲ ਜਿਹੜੀ ਉਹਨਾਂ ਦੀ ਸਮਝਦਾਰੀ ਬਣ ਰਹੀ ਹੈ। ਇਸੇ ਗੱਲ ਨੂੰ ਉਹਨਾਂ ਨੇ ਆਪਣੇ ਅਸੈਂਬਲੀ ਬੰਬ ਕੇਸ ਦੇ ਬਿਆਨ ਵਿੱਚ ਵੀ ਕਿਹਾ। ਉਹ ਕਹਿੰਦੇ ਅਸੀਂ ਬਹੁਤ ਨਿਮਰਤਾ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਤਿਹਾਸ ਦੇ ਬਹੁਤ ਸੰਜੀਦਾ ਵਿਦਿਆਰਥੀ ਹਾਂ। ਅਸੀਂ ਲੋਕਾਂ ਦੀਆਂ ਹਾਲਤਾਂ ਨੂੰ ਬੜੇ ਨੇੜਿਓਂ ਦੇਖਿਆ ਹੈ, ਉਹਨੂੰ ਸਮਝਿਆ, ਔਰ ਉਹ ਕੀ ਚਾਹੁੰਦੇ ਨੇ, ਉਹ ਇਹਨਾਂ ਤਿੰਨਾਂ ਚੀਜ਼ਾਂ ਦਾ ਜਿਹੜਾ ਸੁਮੇਲ ਹੈ ਕਿ ਤੁਸੀਂ ਇਤਿਹਾਸ ਤੋਂ ਮਤਲਬ ਸਿੱਖਦੇ ਹੋ। ਇਸੇ ਕਰਕੇ ਜਦੋਂ ਇਤਿਹਾਸ ਨੂੰ ਵਿਗਾੜਿਆ ਜਾਂਦਾ, ਉਦੋਂ ਇਹ ਹੁੰਦਾ ਕਿ ਤੁਸੀਂ ਉਹਨਾਂ ਰਿਸੋਰਸਿਸ ਤੋਂ, ਜਿਹੜੇ ਰਿਸੋਰਸਿਸ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ, ਉਹਨਾਂ ਨੂੰ ਤੁਸੀਂ ਨਿਹੱਥੇ ਕਰ ਰਹੇ ਹੋ ਲੋਕਾਂ ਨੂੰ। ਤੋ ਇਹ ਭਗਤ ਸਿੰਘ ਉਹਨਾਂ ਦਾ ਮਤਲਬ ਹੈ ਕਿ ਉਹਨਾਂ ਨੇ ਮਤਲਬ, ਔਰ ਇਹੀ ਅੱਜ ਨੌਜਵਾਨਾਂ ਨੂੰ, ਔਰ ਬੜੇ ਸਿੰਪਲ ਵਰਡਸ ਵਿੱਚ ਉਹਨਾਂ ਨੇ, ਜੋ ਮੈਂ ਅਜੇ ਕਹਿ ਰਿਹਾ ਸੀ, ਮੈਂ ਕਿਹਾ ਉਹਨਾਂ ਨੇ ਮੇਰੇ ਮਦਰ, ਕਿਉਂਕਿ ਉਹਨਾਂ ਤੋਂ 3 ਸਾਲ ਛੋਟੇ ਸੀਗੇ, ਉਹ 20 ਸਾਲ ਦੇ ਸੀ ਉਦੋਂ, ਖੱਦਰ ਪਾਉਂਦੇ ਸੀ, ਤੇ ਉਹਨਾਂ ਨੇ 2 ਲਫ਼ਜ਼ ਹੀ ਕਹੇ ਕਿ ਬੀਬੀ, ਸਾਦਗੀ ਬੜੀ ਚੰਗੀ ਚੀਜ਼ ਹੈ, ਪਰ ਵਿਚਾਰਾਂ 'ਚ ਮਜ਼ਬੂਤੀ ਹੋਣੀ ਚਾਹੀਦੀ ਹੈ। ਕਿਉਂਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਸਮਝੌਤਾਵਾਦੀ ਬਣਾਉਂਦੇ ਨੇ, ਤੂੰ ਸਮਝੌਤਾਵਾਦੀ ਨਹੀਂ ਹੋਣਾ, ਆਪਣੇ ਮਜ਼ਬੂਤ ਰਹਿਣਾ। ਤੋ ਮਤਲਬ ਦੂਜੇ ਭਰਾ, ਛੋਟੇ ਭਰਾ ਨੂੰ ਉਹ ਲਿਖਦੇ ਨੇ 3 ਲਫ਼ਜ਼ ਕਿ ਮਤਲਬ ਸਿਹਤ ਦਾ ਖਿਆਲ ਰੱਖਣਾ, ਹੌਸਲੇ ਨਾਲ ਰਹਿਣਾ ਤੇ ਮਿਹਨਤ ਨਾਲ ਪੜ੍ਹਨਾ। ਮੈਂ ਕਿਹਾ ਤਿੰਨੇ ਚੀਜ਼ਾਂ ਜਿਹੜੀਆਂ ਨੇ ਅਗਰ ਅਸੀਂ ਬੱਚਿਆਂ ਨੂੰ ਸਿਖਾ ਦਈਏ ਤੇ ਉਹ ਬੱਚੇ ਜਿਹੜੇ ਨੇ ਕੱਲ ਕ੍ਰੀਏਟਿਵ ਹੋਣਗੇ। ਉਹ ਕਿਉਂਕਿ ਸਿਹਤ ਦਾ ਮਤਲਬ ਹੈ ਕਿ ਪੌਸ਼ਟਿਕ ਖਾਓ, ਬਾਜ਼ਾਰੀ ਚੀਜ਼ਾਂ ਤੋਂ ਬਚਾ ਰੱਖੋ, ਔਰ ਵਰਜਿਸ਼ ਮਤਲਬ ਜਿੰਨਾ ਵੀ ਖੇਡਾਂ ਹੋ ਸਕਦਾ ਹੈ ਉਹ ਕੀਤਾ ਜਾਵੇ। ਔਰ ਦੂਸਰਾ ਜਿਹੜਾ ਹੈ ਕਿ ਤੁਸੀਂ ਮਤਲਬ ਇੱਕ ਵਾਰੀ ਕਾਮਯਾਬ ਨਹੀਂ ਹੁੰਦੇ, ਕੋਈ ਜ਼ਰੂਰੀ ਨਹੀਂ ਕਿ ਪਹਿਲੀ ਛਲਾਂਗ 'ਚ ਤੁਸੀਂ ਕਾਮਯਾਬ ਹੋਣਾ। ਤੁਸੀਂ ਹੌਸਲਾ ਨਹੀਂ ਛੱਡਣਾ, ਉਹਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹੋ। ਔਰ ਮਿਹਨਤ ਦਾ ਮਤਲਬ ਹੈ ਕਿ ਤੁਸੀਂ ਜੋ ਵੀ ਪੜ੍ਹਦੇ ਹੋ ਉਹਦਾ ਸਮਝ ਕੇ ਪੜ੍ਹੋ। ਜਿਵੇਂ ਤੁਸੀਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਜੇ ਭੇਦ ਨਾ ਜਾਣਿਆ ਤੇ ਜਿਹੜੇ ਵੱਡੀਆਂ ਵੇਦ ਵੀ ਨੇ ਉਹ ਵੀ ਕਹਾਣੀਆਂ ਬਣ ਜਾਣਗੇ। ਤੋ ਕਹਾਣੀ ਬਣਾਉਣ ਤੋਂ ਬਚੀਏ, ਔਰ ਉਹਦੀ ਜਿਹੜੀ ਵਿਰਾਸਤ ਹੈ, ਉਹਦੇ ਸੀਡਸ ਨੂੰ ਅਸੀਂ ਜਿੰਨਾ ਵੀ ਲੈ ਸਕਦੇ ਹਾਂ ਮਤਲਬ ਆਪਣੇ ਬੱਚਿਆਂ ਨੂੰ ਦਈਏ, ਆਪ ਵੀ ਮਤਲਬ ਹੋਈਏ। ਕਿਉਂਕਿ ਔਰ ਇਹ ਜਿਹੜਾ ਉਹਨਾਂ ਦਾ 14 ਸਾਲ ਦੇ ਬ੍ਰਦਰ ਸੀ, ਉਹਦੇ ਨਾਲ ਇੱਕ ਇੰਟਰਸਟਿੰਗਲੀ ਤਿੰਨਾਂ ਚੀਜ਼ਾਂ ਦੇ ਨਾਲ ਉਹਨਾਂ ਕਹੇ, ਦੇਖ ਕੁਲਬੀਰ, ਤੂੰ ਆਪਣੇ ਆਪ 'ਚ ਵਿਸ਼ਵਾਸ ਤੇਰਾ ਤਾਂ ਬਣੂਗਾ ਜੇ ਤੂੰ ਹੱਥਾਂ ਦਾ ਕੰਮ ਕਰਨਾ ਸਿੱਖੇਗਾ। ਕਿਉਂਕਿ ਹੱਥਾਂ ਦੇ ਕੰਮ ਕਰਨ ਨਾਲ ਵਿਸ਼ਵਾਸ ਆਉਂਦਾ, ਗੱਲਾਂ ਨਾਲ ਨਹੀਂ ਆਉਂਦਾ। ਜਿਹੜਾ ਅੱਜ ਸਾਡੇ ਨੌਜਵਾਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੈ ਕਿ ਉਹਦੇ ਵਿੱਚ ਕਈ ਸਾਰੇ ਮੈਨੂੰ ਮਿਲਦੇ ਨੇ, ਬੜੀਆਂ ਡਿਗਰੀਆਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ, ਪਰ ਇਹ ਕਿ ਉਹਨੂੰ ਇਹ ਆਪਣੇ ਆਪ ਤੇ ਇਤਬਾਰ ਨਹੀਂ ਕਿ ਉਹ ਹੱਥੀਂ ਕੁਝ ਕਰ ਸਕਦਾ। ਤੋ ਇਹ ਉਹਨਾਂ ਦੇ ਬੜੇ ਮਤਲਬ ਸਾਰੀ ਜ਼ਿੰਦਗੀ ਦਾ ਨਿਚੋੜ ਉਹਨਾਂ ਨੇ ਕੱਢ ਕੇ ਸਾਨੂੰ ਦਿੱਤਾ। ਮਤਲਬ ਇਹੀ ਉਹਦੀ ਖੂਬਸੂਰਤੀ ਹੈ। ਔਰ ਉਹਦੇ 'ਚ ਬਹੁਤ ਵੱਡੇ, ਕਿਉਂਕਿ ਜਦੋਂ ਅਸੀਂ ਉਹ ਬਹੁਤ ਜਿਹੜਾ ਤੁਸੀਂ ਜਿੱਦਾਂ ਕਿਹਾ ਕਿ ਉਹ ਲੋਕ ਜਿਹੜੇ ਦੌੜਨਾ ਚਾਹੁੰਦੇ ਨੇ ਭਗਤ ਸਿੰਘ ਦੇ ਮਤਲਬ ਇਹਨਾਂ ਮਤਲਬ ਤਰਕਾਂ ਤੋਂ, ਉਹ ਫਿਰ ਏਦਾਂ ਦੇ ਝਗੜੇ ਪਾਉਂਦੇ ਨੇ। ਔਰ ਇੱਕ ਮਤਲਬ ਗੁਰੂ ਸਾਹਿਬਾਨ ਨੇ ਵੀ ਕਿਹਾ
ਕਿ ਜਿਹੜਾ ਮਤਲਬ ਗੱਲਾਂ ਉਹ ਕਰਦੇ ਨੇ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਹੁੰਦਾ। ਨਹੀਂ ਤੇ ਜੀ ਤੁਸੀਂ ਬਿਲਕੁਲ। ਮਤਲਬ ਇੱਕ ਦੂਜੇ ਨਾਲ ਸੰਵਾਦ ਰਚਾਓ, ਮਤਲਬ ਇੱਕ ਦੂਜੇ ਨਾਲ ਅਸੀਂ ਮਤਲਬ ਇੱਕ ਦੂਜੇ ਦੇ ਸਾਹਮਣੇ ਦੂਜਾ ਨੁਕਤਾ ਖੜਾ ਕਰ ਸਕਦੇ ਹਾਂ, ਔਰ ਉਹਦੇ ਵਿੱਚੋਂ ਤੁਹਾਡਾ ਮਤਲਬ ਜਿਹੜੀ ਹੈ ਉਹ ਮਤਲਬ ਸਮਝ ਨਿਕਲਦੀ ਹੈ, ਕਿਉਂਕਿ ਸਮਝ ਕੋਈ ਸਟ੍ਰੇਟ ਲਾਈਨ ਨਹੀਂ ਹੈ। ਬਿਲਕੁਲ ਬਿਲकुल। ਪ੍ਰੋਫੈਸਰ ਸਾਹਿਬ, ਇੱਕ ਨਾ ਬੜੇ ਅਹਿਮ ਨੁਕਤੇ ਚੱਲ ਰਹੇ ਸੀ ਪਿਛਲੇ ਸਾਲ ਦੀਆਂ ਅਸੈਂਬਲੀ ਚੋਣਾਂ ਦੇ ਵਿੱਚ। ਉਹ ਨੁਕਤਾ ਆਇਆ ਸੀ, ਉਦੋਂ ਆਪਣੀ ਖੈਰ ਗੱਲ ਨਹੀਂ ਹੋ ਪਾਈ ਹੈ, ਕਿ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦੇਤਾ ਬਹੁਤ ਸਾਰੇ ਲੋਕਾਂ ਨੇ। ਠੀਕ ਹੈ, ਮੈਂ ਮੰਨਦਾ ਕਿ ਤੁਸੀਂ ਕਹਿ ਦੇ ਕਿ ਅਸੈਂਬਲੀ ਦੇ ਵਿੱਚ ਬੰਬ ਸੁੱਟਣਾ, ਔਰ ਚੰਨਨ ਸਿੰਘ ਹੋਰੀ ਜਿਹੜੇ ਸਰਕਾਰੀ ਡਿਊਟੀ ਨਿਭਾ ਰਹੇ ਸੀਗੇ, ਮੈਂ ਕੱਲ ਵੀ ਨੁਕਤਾ ਚੁੱਕਿਆ ਸੀਗਾ ਇੱਕ ਚਰਚਾ ਦੇ ਵਿੱਚ, ਸਰਕਾਰੀ ਡਿਊਟੀ ਨਿਭਾਉਂਦੇ ਹੋਏ ਦੋਵੇਂ ਧਿਰਾਂ ਆਪਣੇ ਸੰਕਲਪ ਲਈ ਲੱਗੀਆਂ ਸੀ। ਇਹ ਧੜਾ ਜਿਹੜਾ ਐਕਸ਼ਨ ਕਰਨ ਗਿਆ ਸੀ, ਇਹ ਆਪਣਾ ਫਰਜ਼, ਆਪਣੀ ਡਿਊਟੀ ਨਿਭਾ ਰਹੇ ਸੀ। ਚੰਨਨ ਸਿੰਘ ਹੋਰੀ ਆਪਣੀ ਡਿਊਟੀ ਨਿਭਾ ਰਹੇ ਸੀਗੇ। ਇਹ ਵੀ ਹੋ ਸਕਦਾ ਸੀਗਾ ਕਿ ਚੰਨਨ ਸਿੰਘ ਹੋਰਾਂ ਕੋਲੇ ਜੇ ਹਥਿਆਰ ਹੁੰਦਾ ਤਾਂ ਗੋਲੀ ਇਹਨਾਂ ਦੇ ਵੱਲ ਵੀ ਲੱਗ ਸਕਦੀ ਸੀ, ਕਿਸੇ ਵੱਲ। ਦੂਜੀ ਗੱਲ, ਐਕਸ਼ਨ ਦੇ ਵਿੱਚੋਂ ਕੋਈ ਨਾ ਕੋਈ ਰਿਐਕਸ਼ਨ ਤਾਂ ਨਿਕਲਦਾ ਹੈ। ਇੱਕ ਉਹ ਬੰਬ ਜਿਹੜਾ ਬੜਾ ਸੋਚ ਸਮਝ ਕੇ ਬਣਾਇਆ ਔਰ ਸੁੱਟਿਆ ਗਿਆ ਤਾਂ ਕਿ ਕਿਸੇ ਨੂੰ ਫੁੱਲ ਦਾ ਵੀ ਨੁਕਸਾਨ ਨਾ ਲੱਗੇ, ਸਿਰਫ ਧਿਆਨ ਖਿੱਚਿਆ ਜਾ ਸਕੇ ਉਸ ਆਧਾਰ ਦੇ ਉੱਤੇ। ਔਰ ਚੰਨਨ ਸਿੰਘ ਵਾਲੇ ਮਾਮਲੇ ਦੇ ਉੱਤੇ ਅੱਤਵਾਦੀ ਗਰਦਾਨ ਦੇਣਾ, ਇਹ ਸੋਚ ਦਾ ਕਿਹੜਾ ਵਿਖਾਵਾ ਹੈ? ਦੇਖੋ, ਪਹਿਲੀ ਗੱਲ ਤੇ ਹੈ ਕਿ ਜਿਹੜੇ ਮੈਂ ਇਹ ਕਹਿੰਦਾ ਹੁੰਦਾ ਕਿ ਸਾਡੀਆਂ ਆਦਤਾਂ ਨਹੀਂ ਜਾਂਦੀਆਂ। ਜੇ ਅਸੀਂ ਸਰਕਾਰੀ ਰਹੇ ਹਾਂ, ਸਰਕਾਰੀਆਂ ਤੋਂ ਫਾਇਦਾ ਉਠਾਇਆ ਹੈ, ਤੇ ਉਹ ਕਿਤੇ ਨਾ ਕਿਤੇ ਸਾਡੀ ਜ਼ਿਹਨੀਅਤ ਵਿੱਚ ਉਹੀ ਹੈ ਕਿ ਵੀ ਅਸੀਂ ਮਤਲਬ ਸਿਸਟਮ ਦੇ ਜਿਹਨੇ ਕੁਐਸਚਨ ਕੀਤਾ ਉਹਦੇ ਉੱਤੇ ਮਤਲਬ ਤੁਸੀਂ ਗੰਦ ਮਤਲਬ ਘਟਾ ਵਡਾਓ। ਤਾਂ ਇੱਕ ਤੇ ਇਹ ਹੈ। ਲੇਕਿਨ ਦੂਸਰੀ ਗੱਲ ਜਿਹੜੀ ਹੈ ਕਿ ਜਿਹੜੀ ਚੀਜ਼ ਅਸੀਂ ਨਹੀਂ ਸਮਝਦੇ, ਜਦੋਂ ਮੈਂ ਕਿਹਾ ਕਿ ਗਾਂਧੀ ਜੀ ਨੇ 4 ਪਿਲਰ ਹੋਰ ਲੱਭੇ, ਭਗਤ ਸਿੰਘ ਨੇ ਸਾਰੀ ਸਮਝਦਾਰੀ ਤੋਂ ਬਾਅਦ ਬਣਾਇਆ ਕਿ ਅਸਲ ਵਿੱਚ ਅੰਗਰੇਜ਼ ਰਾਜ ਜਿਹੜਾ ਹੈ, ਇਹਦੇ ਪਿਲਰ ਪੁਲਿਸ ਦਾ ਡਰ ਹੈ, ਇਹਦਾ ਮਤਲਬ ਘਚੋਲਾ ਹੈਗਾ ਜਿਹੜਾ ਪਾਰਲੀਮੈਂਟ ਵਾਲਾ ਘਚੋਲਾ ਹੈਗਾ, ਔਰ ਇਹਦਾ ਤੀਜਾ ਡਰ ਜਿਹੜਾ ਹੈ ਉਹ ਜੇਲ੍ਹਾਂ ਦਾ ਹੈ, ਚੌਥਾ ਜਿਹੜਾ ਹੈ ਉਹ ਇਨਸਾਫ ਦਾ ਲਿਫਾਫੇਬਾਜ਼ੀ ਹੈ। ਜੇ ਤੁਸੀਂ 3-4 ਐਕਸ਼ਨ ਭਗਤ ਸਿੰਘ ਦੇ ਲਓ ਤੇ ਉਹ ਇਹੀ ਨੇ, ਕਿਉਂਕਿ ਉਹ ਕਿਸੇ ਖੁਸ਼ੀ ਚੋਂ ਨਹੀਂ ਮਤਲਬ ਸਾਂਡਰਸ ਤੇ ਕਰ ਰਹੇ, ਕਿਉਂਕਿ ਇੱਕ ਸਵਾਲ ਖੜਾ ਹੋ ਗਿਆ ਕਿ ਲੋਕਾਂ ਵਿੱਚ ਡਰ ਆ ਗਿਆ। ਮਤਲਬ ਜਿਸੇ ਤਰ੍ਹਾਂ ਮਰਜੀ ਕਿ ਲਾਲਾ ਲਾਜਪਤ ਰਾਏ ਦੀ ਡੈਥ, ਇਹ ਉਹਨਾਂ ਨੇ ਪ੍ਰਚਾਰ ਕੀਤਾ ਕਿ ਜੀ ਉਹ ਪੁਲਿਸ ਦੀਆਂ ਲਾਠੀਆਂ ਨਾਲ ਹੋ ਗਈ, ਪਰ ਉਹ 'ਚ ਲੋਕਾਂ 'ਚ ਮਤਲਬ ਇੱਕ ਬਹੁਤ ਡਰ ਦਾ ਮਾਹੌਲ ਬਣਿਆ। ਔਰ ਉਦੋਂ ਭਗਤ ਸਿੰਘ ਨੇ ਕਿਹਾ ਕਿ ਅੱਜ ਹਾਲਾਂਕਿ ਅਸੀਂ ਬਹੁਤ ਆਰਗੇਨਾਈਜ਼ ਕਰਨਾ ਸੀ ਆਪਣੇ ਆਪ ਨੂੰ, ਲੇਕਿਨ ਜਿਹੜਾ ਹੁਣ ਵਾਲਾ ਸਵਾਲ ਹੈ ਇਹਨੂੰ ਅਸੀਂ ਪੋਸਟਪੋਨ ਨਹੀਂ ਕਰ ਸਕਦੇ। ਮਤਲਬ ਇਹ ਔਰ ਉਹਦਾ ਤੁਸੀਂ ਦੇਖੋ, ਉਹਦਾ ਅਸਰ ਦੇਖੋ ਕਿ ਉਹਨਾਂ ਦੀ ਜਦੋਂ ਅਸੀਂ ਖਟਕੜ ਕਲਾਂ ਮਿਊਜ਼ੀਅਮ ਬਣਾ ਰਹੇ ਸੀ ਪਹਿਲਾਂ, ਤੇ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਫਾਂਸੀ ਦੇਣ ਵਾਲੀ ਕਲਮ ਹੈ ਉਹ ਫਲੋਰ ਕਿਲੇ ਵਿੱਚ ਪਈ ਹੋਈ ਹੈ। ਅਸੀਂ ਲੈਣ ਗਏ ਤੇ ਉਹ ਕਿਊਰੇਟਰ ਕਹਿੰਦਾ ਜੀ ਆਹ ਸਾਂਡਰਸ ਦੀ ਫੋਟੋ ਆ ਕਲਮ ਹੈ। ਮੈਂ ਕਿਹਾ ਮੈਨੂੰ ਹੁਣ ਸਮਝ ਲੱਗੀ ਕਿ ਨਹੀਂ ਤੇ ਇੰਨੀਆਂ ਫਾਂਸੀਆਂ ਹੋਈਆਂ ਗਦਰ ਪਾਰਟੀ ਵਾਲਿਆਂ ਦੀਆਂ, ਕਿਸੇ ਦੀ ਕਲਮ ਸਾਂਭ ਕੇ ਨਹੀਂ ਰੱਖੀ। ਇਹਦਾ ਮਤਲਬ ਜਿਹੜਾ ਭਗਤ ਸਿੰਘ ਦਾ, ਜਿੱਦਾਂ ਉਹ ਕਹਿੰਦੇ ਮੈਂ ਰੀਅਲਿਸਟ ਹਾਂ, ਮੈਂ ਉਹਦੇ ਹੋਰ ਜੇ ਕੁਝ ਨਹੀਂ ਪੈਂਦਾ, ਉਹਦਾ ਅਸਰ ਕੀ ਹੁੰਦਾ? ਉਹਦਾ ਅਸਰ ਇਹ ਹੋਇਆ ਕਿ ਜਿਹੜੇ ਨਵੇਂ ਯੰਗ ਪੁਲਿਸ ਆਫੀਸਰ ਆਉਂਦੇ ਸੀ, ਉਹ ਡਰ ਉਲਟਾ ਉਹਨਾਂ ਦੇ ਮਨ 'ਚ ਖੜਾ ਹੋ ਗਿਆ। ਉਹ ਡਰ ਦੂਰ ਕਰਨ ਲਈ ਕਲਮ ਦਿਖਾਉਂਦੇ ਕਿ ਜੇ ਉਹ ਇੱਕ ਮਾਰਨਗੇ ਅਸੀਂ 3 ਨੂੰ ਫਾਂਸੀ ਦਿੰਦੇ ਹਾਂ। ਤੋ ਇਹ ਔਰ ਉਹਦੇ ਪਾਰਲੀਮੈਂਟ ਦਾ ਵੀ ਉਹ ਹੈ ਕਿ ਪਾਰਲੀਮੈਂਟ ਵਿੱਚ ਉਹਨਾਂ ਨੇ ਇੱਕ ਮਤਲਬ ਉਸ ਵਕਤ ਜਦੋਂ ਤੁਹਾਡੇ ਨੁਮਾਇੰਦੇ ਜਿਹੜੇ ਨੇ ਉਹ ਕਹਿੰਦੇ ਵੀ ਆਹ 2 ਕਾਨੂੰਨ ਤੇ ਸਾਡੀ ਆਜ਼ਾਦੀ ਖੋਹਣ ਵਾਲੇ ਨੇ, ਔਰ ਉਹਨਾਂ ਦੇ ਫੇਲ ਕਰਨ ਤੋਂ ਬਾਅਦ ਵੀ ਅੰਗਰੇਜ਼ ਚਾਹੁੰਦਾ ਕਿ ਨਹੀਂ ਆਰਡੀਨੈਂਸ ਨਾਲ ਲਾਗੂ ਕਰੋ। ਉਹਨਾਂ ਨੇ ਕਿਹਾ ਕਿ ਇਹ ਰਾਈਟ ਟਾਈਮ ਹੈ ਜਦੋਂ ਅਸੀਂ ਇੰਟਰਸੈਪਟ ਕਰੀਏ, ਦੱਸੀਏ ਕਿ ਤੁਹਾਡਾ ਇੱਥੇ ਮੁੱਲ ਕੋਈ ਨਹੀਂ ਹੈ। ਤੁਸੀਂ ਇਹ ਜਿਹੜਾ ਭਰਮ ਪਾਲ ਰਹੇ ਹੋ ਕਿ ਪਾਰਲੀਮੈਂਟ ਵਿੱਚ ਬਹਿ ਕੇ ਤੁਸੀਂ ਕੋਈ ਮਤਲਬ ਇੱਕ ਕਾਨੂੰਨ ਰਾਹੀਂ ਆਜ਼ਾਦੀ ਲੈ ਲਓਗੇ, ਇਹ ਭਰਮ ਤੋਂ ਮੁਕਤ ਹੋਈਏ। ਔਰ ਦੇਖੋ ਬੜਾ ਇੰਟਰਸਟਿੰਗ ਇਫੈਕਟ ਉਹਦਾ ਇਹ ਹੈ ਕਿ ਗਾਂਧੀ ਜੀ ਨੇ 6 ਮਹੀਨੇ ਬਾਅਦ ਉਹੀ ਗੱਲ ਕਹੀ ਕਿ ਪਾਰਲੀਮੈਂਟ 'ਚੋਂ ਕੁਝ ਨਹੀਂ ਲੱਭਣਾ। ਜਿਹੜਾ ਚੌਥਾ ਹੈ ਕਿ ਜਿਹੜੀ 116 ਦਿਨ ਦੀ ਉਹਨਾਂ ਦੀ ਭੁੱਖ ਹੜਤਾਲ ਹੈ, ਉਹਨੇ ਮਤਲਬ ਪੂਰੀ ਜਿਹੜਾ ਡਰ ਜੇਲ੍ਹਾਂ ਦਾ ਬਣਿਆ ਹੋਇਆ ਸੀ ਉਹ ਡਰ ਖਤਮ ਕਰਤਾ। ਮਤਲਬ ਉਹਦੇ 'ਚ ਇੱਕ ਬਹੁਤ ਵਧੀਆ ਆਬਜ਼ਰਵੇਸ਼ਨ ਹੈ, ਇੱਕ ਮਿਸਟਰ ਹਚਿਨਸਨ ਸੀ, ਉਹ ਮੇਰਟ ਕੌਂਸਪੀਰੇਸੀ ਕੇਸ ਵਿੱਚ ਇਹ ਇੰਗਲੈਂਡ ਦਾ ਮਤਲਬ ਟ੍ਰੇਡ ਯੂਨੀਅਨ ਵਰਕਰ ਸੀ ਔਰ ਐਡੀਟਰ ਸੀ, ਉਹਨੂੰ ਵੀ ਸਜ਼ਾ ਹੋਈ। ਉਹਦੀ ਕਿਤਾਬ ਹੈ। ਉਹ ਕਹਿੰਦਾ ਮੈਂ ਬੜੀ ਵੱਡੀ ਤਬਦੀਲੀ ਦੇਖੀ ਹੈ ਲੋਕਾਂ ਦੇ ਦਿਮਾਗ ਵਿੱਚ ਕਿ ਭਗਤ ਸਿੰਘ ਦੇ ਸਾਥੀਆਂ ਦੇ ਸਟੇਜ ਤੇ ਆਉਣ ਤੋਂ ਬਾਅਦ। ਪਹਿਲਾਂ ਮਹਾਤਮਾ ਗਾਂਧੀ ਜੈ ਦੇ ਜ਼ਿਆਦਾ ਨਾਅਰੇ ਲੱਗਦੇ ਸੀ, ਬੰਦੇ ਮਾਤਰਮ ਦੇ ਲੱਗਦੇ ਸੀ, ਭਾਰਤ ਮਾਤਾ ਦੇ ਲੱਗਦੇ ਸੀ, ਲੇਕਿਨ ਜਿਵੇਂ ਹੀ ਇਹ ਨੌਜਵਾਨ ਆਏ ਨੇ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲੱਗਦੇ ਨੇ, ਔਰ ਨਾਲ ਹੀ ਥੋੜੇ ਬਹੁਤ ਦੂਜੇ ਵੀ ਲੱਗਦੇ ਨੇ। ਉਹ ਕਹਿੰਦਾ ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਇਸ ਬੰਦੇ ਨੇ, ਇਹਨਾਂ ਨੇ ਕਿੰਨਾ ਵੱਡਾ ਕੰਮ ਕੀਤਾ ਹੈ। ਇੱਕ ਬੰਦੇ ਦੀ ਜਿੱਤ ਤੋਂ ਨੂੰ ਇੱਕ ਵਿਚਾਰ ਦੀ ਜਿੱਤ ਤੱਕ
ਲੈ ਕੇ ਚਲੇ ਗਏ ਨੇ। ਤੋ ਇਹ ਜਿਹੜੀ ਸਰ ਮੈਂ ਨਾ ਕੰਟਰੀਬਿਊਸ਼ਨ ਹੈ, ਜੀ ਕਿਉਂਕਿ ਜੇ ਅਸੀਂ ਉਸ ਕੰਟਰੀਬਿਊਸ਼ਨ ਨੂੰ ਠੀਕ ਤਰ੍ਹਾਂ ਨਹੀਂ ਸਮਝਦੇ ਤੇ ਅਸੀਂ ਬਾਰ-ਬਾਰ ਮਤਲਬ ਹੱਥ ਮਾਰੀ ਜਾ ਰਹੇ। ਤੋ ਇਹ ਡਿਬੇਟਸ ਜਿਹੜੀਆਂ ਨੇ ਇਹ ਫਜ਼ੂਲ ਨੇ, ਇਸ ਕਰਕੇ ਕਿ ਉਹਦੀ ਜਿਹੜੀ ਆਪਣਾ ਜਿਹਨੂੰ ਅਸੀਂ ਬਹੁਤ ਸਾਰਾ, ਕਿਉਂਕਿ ਉਹ ਅਗਰ ਮਤਲਬ ਮੈਂ ਤੇ ਕਹਿੰਦਾ ਕਿ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਬਰੋਡ ਨੈਸ਼ਨਲ ਮੂਵਮੈਂਟ ਦੇ ਅਗਵਾਊ ਮਤਲਬ ਵੈਨਗਾਰਡ ਆ, ਅਸੀਂ ਉਹਦੇ ਅਗਵਾ ਟੋਲਾ ਹੈਗੇ ਆ, ਅਸੀਂ ਉਹਦੇ ਲਈ ਰਾਹ ਬਣਾ ਰਹੇ ਹਾਂ ਔਰ ਰਾਹ ਬਣਾਉਣ ਲਈ ਕੁਰਬਾਨੀਆਂ ਕਰ ਰਹੇ ਹਾਂ। ਤੋ ਜਦੋਂ ਉਹਨਾਂ ਨੇ ਨੌਜਵਾਨ ਭਾਰਤ ਸਭਾ ਦੇ ਇੱਕ ਹੋਰ ਬਹੁਤ ਵਧੀਆ 3 ਸ਼ਬਦ ਉਹਨਾਂ ਨੇ ਲੱਭੇ ਕਿ ਤੁਸੀਂ ਸਰਵਿਸ, ਸਫਰਿੰਗ ਤੇ ਸੈਕਰੀਫਾਈਸ, ਕਿ ਲੋਕਾਂ ਦੀ ਸੇਵਾ ਕਰਨੀ ਹੈ। ਔਰ ਉਹਨਾਂ ਨੇ ਟ੍ਰਿਪਲ ਐਸ ਇੱਕ ਬਹੁਤ ਵੱਡਾ ਫਲੱਡ ਕਾਨਪੁਰ ਚ ਆਇਆ ਸੀ ਔਰ ਉਹਦੇ ਚ ਉਹਨਾਂ ਨੇ ਮਤਲਬ ਜਾ ਕੇ ਲੋਕਾਂ ਨੇ, ਔਰ ਮੇਰੇ ਮਦਰ ਨੇ ਦੱਸਿਆ ਕਿ ਜਦੋਂ ਵਾਪਸ ਆਏ ਤੇ ਉਹਨਾਂ ਦੀਆਂ ਲੱਤਾਂ ਦੇ ਮਤਲਬ ਕਿਉਂਕਿ ਗਰਮ ਉਹ ਪਾਣੀ ਚ ਰਹਿਣ ਕਰਕੇ ਮਤਲਬ ਉਹ ਸਾਰੀਆਂ ਇੰਜਰਡ ਸੀਗੀਆਂ, ਲੇਕਿਨ ਉਹਨਾਂ ਨੇ ਮਤਲਬ ਉਹ ਉੱਥੇ ਵੀ ਕਿ ਜੇ ਲੋਕਾਂ ਦੀ ਮਦਦ ਵੀ ਕਰੋ ਔਰ ਨਾਲ ਤੁਸੀਂ ਜੇ ਉਹਦੇ ਵਾਸਤੇ ਤੁਹਾਨੂੰ ਮੁਸ਼ਕਲਾਂ ਵੀ ਆਉਂਦੀਆਂ ਨੇ ਤੇ ਫਿਰ ਸੈਕਰੀਫਾਈਸ। ਹਾਂਜੀ, ਤੋ ਇਹ ਜਿਹੜੇ ਮਤਲਬ ਹੈਗੇ ਨੇ, ਕਿਉਂਕਿ ਇਸ ਬਹਿਸ ਨੂੰ ਇੱਕ ਉਲਝਾਉਣ ਵਾਲੀ ਹੈਗੀ, ਕਿਉਂਕਿ ਇਹ ਜਿਹੜਾ ਕਹਿਣਾ ਮਤਲਬ ਔਰ ਉਹ ਇਹ ਸੱਚਾਈ ਨਹੀਂ ਦੱਸਦੇ ਕਿ ਚੰਨਣ ਸਿੰਘ ਇਸ ਕਰਕੇ ਮਰ ਗਿਆ ਕਿ ਕਿਸੇ ਨੇ ਉਹਦਾ ਪੂਰਾ ਪੁੱਛਿਆ ਹੀ ਨਹੀਂ, ਉਹ ਸਿਰਫ ਇੰਜਰਡ ਸੀ। ਉਹਦੇ ਗੋਲੀ ਮਤਲਬ ਲੱਤ 'ਚ ਲੱਗੀ ਸੀ ਔਰ ਉਹਨੂੰ ਕਿਸੇ ਨੇ ਚੁੱਕਿਆ ਹੀ ਨਹੀਂ। ਉਹ ਮਤਲਬ ਉਹਦਾ ਮੈਡੀਕਲ ਸਰਟੀਫਿਕੇਟ ਹੈ ਕਿ ਉਹ ਬਾਈ ਬਲੀਡਿੰਗ ਮਰ ਗਿਆ। ਤੁਸੀਂ ਮਤਲਬ ਕਿ ਉਹ ਹਿੰਦੁਸਤਾਨੀਆਂ ਨੂੰ ਪੁੱਛਦੇ ਨੇ ਸਰ, ਨਹੀਂ ਉਹ ਮਤਲਬ ਇਹੀ ਤਾਂ ਗੱਲ ਹੈ ਸਰ, ਅੰਗਰੇਜ਼ ਆਪਣੇ ਬੰਦਿਆਂ ਨੂੰ ਪੁੱਛਦਾ ਹੈ, ਤੁਹਾਨੂੰ ਤਾਂ ਪੁੱਛਦਾ ਵੀ ਨਹੀਂ। ਜਿਹਦਾ ਤੁਸੀਂ ਕਿਹਾ ਕਿ ਉਹਨੂੰ ਆਰਮੀ ਇਸ ਕਰਕੇ ਨਹੀਂ ਦਿੱਤੀ ਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਹਿੰਦੁਸਤਾਨੀ ਸਾਡੇ ਤੇ ਹੀ ਕਿਤੇ ਨਾ ਚਲਾ ਦੇ। ਨਾ ਚਲਾ ਸਰ, ਇਹੀ ਤਾਂ ਗੱਲ ਹੈ ਨਾ ਕਿ ਮਤਲਬ ਨੌਜਵਾਨਾਂ ਨੂੰ ਬਦਲਾਉਣ ਲਈ ਮਤਲਬ ਇਸੇ ਕਰਕੇ ਹੈ ਕਿ ਤੁਸੀਂ ਭਗਤ ਸਿੰਘ ਨਾਲ ਰਿਸ਼ਤਾ ਜੋੜੋ, ਉਹਨੂੰ ਸਵਾਲ ਕਰੋ। ਉਹ ਕਹਿੰਦਾ ਮੈਂ ਕੋਈ ਮਤਲਬ ਏਦਾਂ ਨਹੀਂ ਵੀ ਹਰ ਚੀਜ਼ ਮੇਰੀ ਪਰਫੈਕਟ ਹੋਊਗੀ, ਲੇਕਿਨ ਮੈਂ ਮਤਲਬ ਤੁਹਾਡੇ ਲਈ ਸੰਵਾਦ ਲਈ ਹਮੇਸ਼ਾ ਅਵੇਲੇਬਲ ਹਾਂ। ਮਤਲਬ ਸੰਵਾਦ ਉਹਦੀਆਂ ਲਿਖਤਾਂ 'ਚ ਹੋਣਾ, ਕਿਉਂਕਿ ਇੰਨਾ ਕੁਝ ਲਿਖ ਕੇ ਛੱਡ ਜਾਣਾ ਨਹੀਂ ਤੇ ਹੋਰ ਵਿਗਾੜਿਆ ਜਾ ਸਕਦਾ ਸੀ, ਲੇਕਿਨ ਉਹਨੂੰ ਲੱਭਣਾ। ਸਰ ਇਹੀ ਤਾਂ ਗੱਲ ਹੈ ਨਾ, ਮੈਂ ਤੁਹਾਡੇ ਇਸੇ ਨੁਕਤੇ ਨਾਲ ਸਹਿਮਤ ਹਾਂ। ਜਿਹੜਾ ਕਿਹਾ ਜਾਂਦਾ ਨਾ ਕਿ ਜਿਹੜੀ ਹਾਫ ਨੌਲੇਜ ਹੈ ਉਹ ਹਮੇਸ਼ਾ ਬਹੁਤ ਖਤਰਨਾਕ ਹੁੰਦੀ ਹੈ। ਇਸੇ ਕਰਕੇ ਇਹ ਤੱਥ ਲੁਕਾ ਕੇ ਆਪਣੀ ਇੱਕ ਢਾਲ ਬਣਾਉਣੀ, ਢਾਲ ਕ੍ਰੀਏਟ ਕਰਦੇ ਆ ਔਰ ਇਹੀ ਇੱਕ ਜਿਹੜਾ ਗਲਤ ਫੈਕਟ ਉਹ ਪੇਸ਼ ਕਰਦੇ ਆ। ਇੱਕ ਤਾਂ ਪਰਿਵਾਰ ਦੇ ਉੱਤੇ ਆਰੀਆ ਸਮਾਜੀ ਹੋਣ ਦਾ ਵਾਰ-ਵਾਰ ਠੱਪਾ ਲਾ ਦਿੰਦੇ ਆ, ਉਹ ਕੋਈ ਇੱਕ ਉਸਦੇ ਤੱਥ ਨਹੀਂ ਲੱਭਦੇ। ਦੂਜੀ ਗੱਲ, ਦਾ ਇੰਪੋਰਟੈਂਸ ਭਗਤ ਸਿੰਘ ਵਾਸਤੇ ਰਿਲੀਜਨ ਦੀ ਇੰਪੋਰਟੈਂਸ ਕੀ ਸੀਗੀ? ਇਹ ਕਹਿੰਦੇ ਨੇ ਕਿ ਭਗਤ ਸਿੰਘ ਤਾਂ ਨਾਸਤਿਕ ਸੀਗਾ, ਉਹ ਰੱਬ ਨੂੰ ਯਕੀਨ ਨਹੀਂ ਕਰਦਾ ਸੀਗਾ, ਰੱਬ ਨੂੰ ਨਹੀਂ ਮੰਨਦਾ ਸੀ। ਪਰੰਤੂ ਇਹ ਤੱਥ ਕਿਉਂ ਲੁਕੋ ਲਿਆ ਜਾਂਦਾ ਹੈ ਕਿ ਜਦੋਂ ਮੋਰਚੇ ਲੱਗ ਰਹੇ ਸੀਗੇ, ਮੋਰਚੇ ਦੇ ਵਿੱਚ ਜਾਣ ਵਾਲੇ ਜਥਿਆਂ ਨੂੰ ਸ਼ਹੀਦ-ਏ-ਆਜ਼ਮ ਆਪਣੇ ਪਿੰਡ ਲੈ ਕੇ ਆਉਂਦੇ ਸੀਗੇ ਤੇ ਉਹਨਾਂ ਦੀ ਟਹਿਲ ਸੇਵਾ ਕਰਦੇ ਸੀ ਤੇ ਉਸ ਬਦਲੇ ਉਹਨਾਂ ਨੂੰ ਸਜ਼ਾ ਵੀ ਮਿਲਦੀ ਹੈ। ਇਹ ਕਹਾਣੀ ਵੀ ਇਹਨਾਂ ਦੇ ਸਾਹਮਣੇ ਚਾਨਣਾ ਰੱਖੋ ਸਰ। ਨਹੀਂ ਸੋ ਇਹਦੇ 'ਚ ਇੱਕ ਹੋਰ ਗੱਲ ਜਿਹੜੀ ਬਹੁਤ ਸਮਝਣ ਵਾਲੀ ਹੈ ਕਿ ਭਗਤ ਸਿੰਘ ਦਾ ਮਤਲਬ ਜਿਹੜਾ ਪਹਿਲਾ ਗੁਰ ਉਹਨਾਂ ਨੇ ਸਿੱਖਿਆ ਉਹ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਹੈ। ਮੇਰੇ ਮਦਰ ਨੇ ਦੱਸਿਆ, ਕਿਉਂਕਿ ਉਹਨਾਂ ਨੇ ਪੰਜਾਬੀ ਸਿੱਖੀ, ਕਿਉਂਕਿ ਉਹਨਾਂ ਨੂੰ ਲੱਗਾ ਕਿ ਜਿਹੜਾ ਗੁਰਦੁਆਰਿਆਂ ਦੀ ਮਤਲਬ ਸਿਰਫ ਇਹਦਾ ਧਨ ਦੌਲਤ ਹੀ ਨਹੀਂ ਮਤਲਬ ਵਿਗਾੜ ਪੈਦਾ ਕਰ ਰਿਹਾ, ਇਹ ਨੌਲੇਜ ਵੀ ਨਹੀਂ ਦੇਣਾ ਚਾਹੁੰਦੇ, ਕਿਉਂਕਿ ਉਹਦੇ ਵਿੱਚ ਜਥੇਦਾਰ ਲਛਮਣ ਸਿੰਘ ਹੁਣੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਬੈਠੇ ਹੋਏ ਸੀ ਜਦੋਂ ਗੋਲੀ ਮਾਰੀ ਉਹਨਾਂ ਨੇ, ਔਰ ਉਹ ਕੈਲੰਡਰ ਉਹ ਘਰ ਲੈ ਕੇ ਆਏ। ਉਹਨੂੰ ਲੱਗਾ ਕਿ ਇਹ ਤੇ ਨੌਲੇਜ ਨੂੰ ਰੋਕ, ਮੈਂ ਪੜਾਂਗਾ। ਉਹਨਾਂ ਨੇ ਆਪ ਗੁਰਮੁਖੀ ਸਿੱਖੀ ਪੜ੍ਹਿਆ ਔਰ ਮੇਰੇ ਮਦਰ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੋਈ, ਸੋ ਇਹ ਹੈ ਕਿ ਵੀ ਜਦੋਂ ਉਹ ਕੁਝ ਮਹੀਨਿਆਂ ਬਾਅਦ ਮਤਲਬ ਮਿਲੇ ਤੇ ਉਹਨਾਂ ਨੇ ਪੁੱਛਿਆ ਕਿ ਅਮਰੋ ਤੂੰ ਕੀ ਪੜ੍ਹ ਰਹੀ ਹੋ? ਕਹਿੰਦੇ ਮੈਂ ਤੇ 5 ਗ੍ਰੰਥ ਹੀ ਪੜ੍ਹ ਰਹੀ। ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹਿਆ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ ਜਿਹੜੇ ਉਹਨਾਂ ਨੇ ਚਾਂਦਨੀ ਚੌਂਕ ਤੋਂ ਆਪਣੀ ਸ਼ਹਾਦਤ ਤੋਂ ਪਹਿਲਾਂ ਭੇਜੇ ਸੀ, ਔਰ ਉਹਦੇ 'ਚ ਇੱਕ ਆਖਰੀ ਜਿਹੜਾ ਗੁਰਮੰਤਰ ਹੈ ਉਹ ਉਹਦੇ ਦੋਹਰੇ ਵਿੱਚ ਹੈ ਕਿ ਬਲ ਛੁਟਕਿਓ ਬੰਧਨ ਪੜੇ ਕਿਛੂ ਨਾ ਹੋ ਤ ਪਾਏ, ਕਹੇ ਨਾਨਕ ਹਰੀ ਕੇ ਹਾਥ ਮੇ ਜੈਸੇ ਗਜ ਕੋ ਹੋਏ ਸਾ। ਕਿ ਜੇ ਤੁਸੀਂ ਬਲਹੀਨ ਹੋ ਫਿਰ ਤੁਸੀਂ ਅਰਦਾਸ ਕਰਨ ਜੋਗੇ ਰਹਿ ਜਾਂਦੇ ਹੋ। ਉਹ ਕਹਾਣੀ ਨੂੰ ਛੱਡ ਦਿੰਦੇ ਆਪਾਂ, ਪਰ ਅਗਲਾ ਜਿਹੜਾ ਸ਼ਲੋਕ ਹੈ ਉਹ ਉਹਦਾ ਮੂਲ ਹੈ ਕਿ ਬਲ ਹੁਆ ਬੰਧਨ ਛੂਟੇ ਸਭ ਕੁਝ ਹੋ ਤ ਪਾਏ, ਨਾਨਕ ਤੁਮਰੇ ਹਾਥ ਮੇ ਤੁਮ ਹੀ ਹੋਏ ਸਹਾਏ। ਕਿ ਤੁਸੀਂ ਆਪਣਾ ਸਹਾਰਾ ਆਪ ਬਣਨਾ ਜੇ ਤੁਸੀਂ ਬਲਵਾਨ ਹੋ। ਭਗਤ ਸਿੰਘ ਨੇ ਕਿਹਾ ਕਿ ਇਹਦਾ ਮਤਲਬ ਹੈ ਨਿਰਬਲਤਾਵਾਂ ਤੇ
ਬਲਵਾਨ ਕਿਵੇਂ ਬਣਾਂਗੇ, ਜਿਹੜੀਆਂ ਆਪਣੀਆਂ ਨਿਰਬਲਤਾਵਾਂ ਨੇ ਹੂੰ ਉਹਨਾਂ ਨੂੰ ਦੂਰ ਕਰੀਏ, ਜਿਹੜਾ ਉਹਨਾਂ ਦੀ ਜੀ, ਤੁਹਾਨੂੰ ਜੀ। ਰਿਫਲੈਕਸ਼ਨ ਮਤਲਬ ਨੌਜਵਾਨ ਭਾਰਤ ਸਭਾ ਦੇ ਬਣਾਉਣ ਵਿੱਚ ਵੀ ਮਿਲਦੀ ਹੈ। ਔਰ ਉਹਨਾਂ ਨੇ ਲਿਖਿਆ ਜੀ। ਵੀ ਹੈ ਕਿ ਸਾਡੀ ਜਿਹੜੀ ਸਭ ਤੋਂ ਵੱਡੀ ਲੜਾਈ ਹੈ ਉਹ ਸਾਡੀਆਂ ਆਪਣੀਆਂ ਸਮਾਜਿਕ ਕਮਜ਼ੋਰੀਆਂ ਦੇ ਖਿਲਾਫ, ਜਿਹਦਾ ਫਾਇਦਾ ਜੀ ਸਾਡਾ ਆਪਣਾ ਖੁਦਗਰਜ਼ ਵੀ ਉਠਾਉਂਦਾ ਹੈ ਔਰ ਵਿਦੇਸ਼ੀ ਵੀ ਉਠਾਉਂਦਾ ਹੈ। ਸੋ ਜੀ। ਇਹ ਇਸ ਕਰਕੇ ਔਰ ਇਹ ਜਿਹੜਾ ਹੈ, ਅਗਰ ਆਪਣੇ ਆਪ ਵਿੱਚ ਵਿਸ਼ਵਾਸ ਜਗਾਉਣਾ, ਔਰ ਜੇ ਤੁਸੀਂ ਜਿਹੜਾ, ਕਿਉਂਕਿ ਉਹਨਾਂ ਨੂੰ ਮਤਲਬ ਕਿਸੇ ਨੇ ਕਟਾਰਸ਼ ਕੀਤਾ, ਉਹਦੇ ਜਵਾਬ 'ਚ ਉਹਨਾਂ ਲਿਖਿਆ ਕਿ ਵੀ ਭਾਈ ਮੇਰਾ ਇੱਕ ਯਕੀਨ ਹੈ, ਪਰ ਮੇਰੇ ਤੇ ਇਲਜ਼ਾਮ ਇਹ ਲੱਗਾ ਹੈ ਕਿ ਮੇਰੀ ਹਉਮੈ ਬਹੁਤ ਵੱਧ ਗਈ ਹੈ, ਇਸ ਕਰਕੇ ਮੈਂ ਮਤਲਬ ਇਨਕੁਆਰੀ ਹਾਂ। ਉਹ ਕਹਿੰਦੇ ਮੇਰੇ ਵਾਸਤੇ ਬੜਾ ਅਜੀਬ ਸਵਾਲ ਹੈ ਕਿ ਮੈਨੂੰ ਇਹਦਾ ਜਵਾਬ ਦੇਣਾ ਪਊ, ਲੇਕਿਨ ਇਹਦਾ ਜਵਾਬ ਦੇਣਾ ਬਣਦਾ ਕਿ ਮੈਂ ਜੋ ਵੀ ਵਿਚਾਰ ਬਣਾਏ ਨੇ ਉਹ ਮੈਂ ਕਿੱਦਾਂ ਵਿਚਾਰਾਂ ਤੇ ਪਹੁੰਚਾ, ਮੇਰੇ ਟੈਸਟ ਕਿੱਥੇ ਕਿੱਥੇ ਹੋਏ। ਉਹਨਾਂ ਨੇ ਕਿਹਾ ਵੀ ਕਿ ਪਹਿਲੀ ਵਾਰੀ ਜਦੋਂ ਪੁਲਿਸ ਨੇ ਮੈਨੂੰ ਫੜਿਆ ਤੇ ਉਹਨਾਂ ਨੇ ਮਤਲਬ ਇਹ ਕਮਜ਼ੋਰੀ ਬਣਾਉਣੀ ਚਾਹੀ ਕਿ ਤੂੰ ਪਾਠ ਕਰ ਲਿਆ ਕਰ। ਕਹਿੰਦੇ ਮੇਰੇ ਫਾਦਰ ਦੇ ਸਾਹਮਣੇ ਕਿਹਾ ਕਿ ਤੁਸੀਂ ਬੜੇ ਯਾਰ ਮਤਲਬ ਹੈਗੇ ਐਵੇਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਤੁਰੇ ਹੋਏ। ਕਹਿੰਦਾ ਇਹ ਇਦਾਂ ਦੇ ਸਵਾਲ, ਲੇਕਿਨ ਮੈਂ ਆਪਣੇ ਆਪ ਨੂੰ ਪਰਖਿਆ ਕਿ ਮੈਂ ਆਪਣੇ ਵਿਚਾਰਾਂ ਦੇ ਮਜ਼ਬੂਤੀ ਤੇ ਖੜਾ ਹੋ ਕੇ ਚੱਲਣਾ ਜਾਂ ਕੋਈ ਡੰਗੋਰੀ ਲੈ ਕੇ ਚੱਲਣਾ। ਤੇ ਉਹਨੇ ਕਿਹਾ ਕਿ ਨੌਜਵਾਨ ਜਿਨ੍ਹਾਂ ਨੇ ਨਵੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਉਹ ਡੰਗੋਰੀ ਤੇ ਨਹੀਂ ਚੱਲ ਸਕਦੇ, ਉਹਨਾਂ ਨੂੰ ਆਪਣੇ ਆਪ ਵਿੱਚ ਯਕੀਨ ਪੈਦਾ ਕਰਨਾ ਚਾਹੀਦਾ। ਤਾਂ ਉਹ ਯਕੀਨ ਪੈਦਾ ਕਰਨ ਦਾ ਨਾਂ ਮਤਲਬ ਉਹ ਹੈ, ਲੇਕਿਨ ਦੂਜਾ ਕਿ ਬੇਸਿਕ ਕੋਰ ਜਿਹੜੀ ਹੈ ਉਹ ਧਰਮ ਦੀ ਕੋਰ ਨੂੰ ਆਪਾਂ ਪ੍ਰੋਪੋਗੇਟ ਕਰੀਏ, ਉਹ ਮਤਲਬ ਸਾਂਝ ਖੜਾ ਕਰ। ਤਾਂ ਇਸ ਕਰਕੇ ਇਹ ਜਿਹੜਾ ਪ੍ਰੋਪੋਗੰਡਾ ਹੈ, ਮੈਂ ਸਮਝਦਾ ਕਿ ਨੌਜਵਾਨਾਂ ਨੂੰ ਆਪ ਇਹਦੇ ਤੋਂ ਮਤਲਬ ਜਿਹੜਾ ਹੈਗਾ ਉਹ ਚੇਤਨ ਹੋਣਾ ਚਾਹੀਦਾ, ਔਰ ਆਪ ਮਿਹਨਤ ਕਰਕੇ ਉਹ ਆਪਣੇ ਸਵਾਲ ਜ਼ਰੂਰ ਖੜੇ ਕਰਨ। ਕੋਈ ਜ਼ਰੂਰੀ ਨਹੀਂ ਕਿ ਹਰ ਸਵਾਲ ਜਿਹੜਾ ਹੈ ਉਹ ਤੁਹਾਨੂੰ, ਕਿਉਂਕਿ ਜਦੋਂ ਤੁਸੀਂ ਪੜ੍ਹੋਗੇ ਤੁਹਾਡੇ ਮਨ 'ਚ ਵੀ ਸਵਾਲ ਆ ਸਕਦੇ ਨੇ। ਫਿਰ ਹੈ ਕਿ ਉਹ ਜਦੋਂ ਪੜ੍ਹਨਾ ਹੋਵੇ ਇਹ ਜ਼ਰੂਰ ਸਮਝੋ ਕਿ ਉਹ ਕਿਹੜੇ ਹਾਲਾਤ ਨੂੰ ਐਡਰੈਸ ਕਰ ਰਿਹਾ। ਜਿੱਦਾਂ ਮੈਂ ਬੜੀ ਇੰਪੋਰਟੈਂਟ ਹੈ ਕਿ ਅਰਬਿੰਦੋ ਘੋਸ਼ ਦਾ ਪੜ੍ਹਿਆ ਸੀ ਵੀ ਜਦੋਂ ਵੀ ਕੋਈ ਤੁਸੀਂ ਮਹਾਨ ਚੀਜ਼ ਨੂੰ ਪੜ੍ਹਨਾ ਹੋਵੇ ਤੇ ਉਹਦੇ 'ਚ 3 ਪੱਖ ਹੁੰਦੇ ਨੇ। ਇੱਕ ਹੈ ਕੌਣ ਬੋਲ ਰਿਹਾ, ਕਿਹਨੂੰ ਬੋਲ ਰਿਹਾ, ਔਰ ਉਹ ਦੋਨਾਂ ਨੂੰ ਵੱਖਰੇ ਕਰੋਗੇ ਤਾਂ ਸੱਚਾਈ ਤੱਕ ਪਹੁੰਚ ਸਕੋਗੇ। ਤਾਂ ਇਹ ਇਸ ਕਰਕੇ ਉਸ ਵੇਲੇ ਵੀ ਹਾਲਾਤਾਂ ਨੂੰ ਜੇ ਨਹੀਂ ਸਮਝਦੇ, ਕੰਟੈਂਪਰੇਰੀ ਹੈ। ਭਗਤ ਸਿੰਘ ਇੱਕ ਲਗਾਤਾਰ ਮਤਲਬ ਸੰਵਾਦ ਵਿੱਚ ਹੈ ਨੈਸ਼ਨਲ ਮੂਵਮੈਂਟ ਨਾਲ, ਲੋਕਾਂ ਨਾਲ, ਲੋਕਾਂ ਦੇ ਆਪਣੇ, ਔਰ ਉਹ ਇੰਨੀ ਚੰਗੀ ਤਰ੍ਹਾਂ ਸਾਡੇ ਮਤਲਬ ਸਮਾਜਿਕ ਸਮਝ ਰੱਖਦੇ ਨੇ ਕਿ ਵੀ ਮੇਰੀ ਕਿਹੜੀ ਗੱਲ ਲੋਕਾਂ ਤੱਕ ਕਿੱਦਾਂ ਪਹੁੰਚੇਗੀ, ਮਾਂ ਨੂੰ ਕਿਵੇਂ ਤਿਆਰ ਕਰਨਾ ਹੈ ਕਿ ਉਹ ਮਤਲਬ ਮੇਰੀ ਫਾਂਸੀ ਦੇ ਬਾਰੇ 'ਚ ਮਤਲਬ ਮਾਨਸਿਕ ਤੌਰ ਤੇ ਤਿਆਰ ਹੋਵੇ। ਆਪਣੇ ਸਾਥੀਆਂ ਨੂੰ ਤਿਆਰ ਕੀਤਾ। ਉਹਨਾਂ ਨੇ ਕਿਤਾਬ ਲਿਆਂਦੀ ਜਿਹਦੇ 'ਚ 7 ਕਰੈਕਟਰ ਸੀ, ਜਿਨ੍ਹਾਂ 7 ਨੂੰ ਵੱਖਰੇ ਵੱਖਰੇ ਕਾਰਨਾਂ ਕਰਕੇ ਫਾਂਸੀ ਹੋ ਰਹੀ ਔਰ ਵੱਖਰੀ ਤਰ੍ਹਾਂ ਰਿਐਕਟ ਕਰ ਰਹੇ। ਤੇ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਦਇਆ ਵਾਲਾ ਬੰਦਾ ਉਹ ਹੈ ਜਿਹਨੂੰ ਇਹ ਭਰਮ ਹੈ ਕਿ ਮੈਨੂੰ ਤੇ ਕ੍ਰਾਈਸਟ ਨੇ ਮਤਲਬ ਆਣ ਕੇ ਬਚਾ ਲੈਣਾ। ਕਹਿੰਦੇ ਜਦੋਂ ਉਹਨੂੰ ਫਾਂਸੀ ਕਰਕੇ ਲਿਜਾਇਆ ਜਾ ਰਿਹਾ ਉਦੋਂ ਵੀ ਉਹ ਰੌਲਾ ਪਾ ਰਿਹਾ, ਨਹੀਂ ਮਤਲਬ ਕ੍ਰਾਈਸਟ ਆ ਕੇ। ਉਹ ਕਹਿੰਦੇ ਦੇਖੋ ਕਿੰਨੀ ਦਰਦਨਾਕ ਇਹਦੀ ਹੈ ਕਿ ਇਹ ਅਸਲੀਅਤ ਨੂੰ ਨਹੀਂ ਪਛਾਣਦਾ। ਇਸੇ ਕਰਕੇ ਭਗਤ ਸਿੰਘ ਨੇ ਕਿਹਾ ਕਿ ਮੈਂ ਤੇ ਯਥਾਰਥਵਾਦੀ ਹਾਂ, ਮੈਂ ਉਹਦੀਆਂ ਜੱਕੋ ਤੱਕੇ 'ਚ ਨਹੀਂ ਪੈਂਦਾ। ਜੋ ਸਾਹਮਣੇ ਮਤਲਬ ਅਸਲੀਅਤ ਹੈ ਉਹਨੂੰ ਸਮਝ ਕੇ, ਉਹ ਵੀ ਵਿਗਿਆਨ ਇਹੀ ਸਮਝਣ 'ਚ ਮਦਦ ਕਰਦਾ ਹੈ, ਔਰ ਉਸ ਅਸਲੀਅਤ ਨੂੰ ਤੁਸੀਂ ਕਿਵੇਂ ਬਦਲਣਾ, ਕਿਉਂਕਿ ਜੇ ਅਸਲੀਅਤ ਨਹੀਂ ਸਮਝੀ ਤੇ ਬਦਲੋਗੇ ਕਿਵੇਂ। ਔਰ ਉਹਦੇ ਵਾਸਤੇ ਉਹ ਆਪਣਾ ਪ੍ਰੋਗਰਾਮ ਬਣਾਉਂਦਾ ਹੈ। ਔਰ ਜਿਹੜਾ ਉਹਦੀ ਵੀ ਕੋਰ ਹੈ ਭਗਤ ਸਿੰਘ ਦੀ, ਜਿਹਦੇ ਕਰਕੇ ਅੱਜ ਵੀ ਉਹ ਸਾਡਾ ਮਹਿਬੂਬ ਹੈ। ਕਿਉਂਕਿ ਮੈਂ ਇੱਕ ਕਿਸੇ ਮਤਲਬ ਬਜ਼ੁਰਗ ਰੈਵੋਲੂਸ਼ਨ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਇਹ ਗਲਤਫਹਿਮੀ ਨਾ ਹੋਵੇ ਕਿ ਮੇਰਾ ਮਾਮਾ ਕਰਕੇ ਮੈਨੂੰ ਵੱਡਾ ਲੱਗਦਾ, ਤੇ ਉਹ ਨਲਿਕ ਕਿਸ਼ੋਰ ਗੁਹਾ ਸੀਗੇ 95 ਸਾਲ ਦੇ, ਭਗਤ ਸਿੰਘ ਦੇ ਬੁੱਧ ਦਾ ਉਦਘਾਟਨ ਕਰਨ ਆਏ। ਮੈਂ ਕਿਹਾ ਮੈਨੂੰ ਦੱਸੋ ਤੁਸੀਂ ਬੰਗਾਲ ਤੋਂ ਆਏ ਹੋ, ਵੀ ਭਗਤ ਸਿੰਘ ਮਤਲਬ ਇੰਟੈਲੈਕਚੁਅਲ ਕਰਕੇ ਬਹੁਤ ਵੱਡਾ ਹੈ, ਬਹਾਦਰੀ ਕਰਕੇ ਵੱਡਾ, ਜਾਂ ਕੀ ਉਹਦੀ ਪ੍ਰੋਬਲਮ ਹੈ। ਮੈਂ ਕਿਹਾ ਤੁਸੀਂ ਵੀ ਆਏ 95 ਸਾਲ ਦੀ ਏਜ 'ਚ ਤੁਸੀਂ ਉਹਦੇ ਬੁੱਤ ਦਾ ਉਦਘਾਟਨ ਕਰਨ ਆਏ ਹੋ, ਮਤਲਬ ਅਦਰਵਾਈਜ਼ ਬੰਗਾਲ ਨੇ ਬਹੁਤ ਪ੍ਰੋਡਿਊਸ ਕੀਤੇ ਨੇ। ਉਹ ਕਹਿੰਦੇ ਤੇ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਸਦੀ ਦੇ ਸ਼ੁਰੂ 'ਚ ਮਤਲਬ ਕੀਤਾ ਤੇ ਬਹੁਤ ਫਰਸਟ੍ਰੇਸ਼ਨ ਸੀ ਸਾਡੇ, ਕਿਉਂਕਿ ਗੱਲ ਕਾਰ ਤੁਰ ਹੀ ਨਹੀਂ ਸੀ ਰਹੀ ਕਿ ਅਸੀਂ ਸਵਰਾਜ ਸਵਦੇਸ਼ੀ ਦੀ ਗੱਲ ਕਰਦੇ ਸੀ, ਉਹ ਬੰਗਾਲ ਵੰਡ ਰਹੇ ਸੀ। ਗੱਲ ਦੇ ਉੱਤੇ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ। ਉਹ ਕਹਿੰਦੇ ਉਦੋਂ ਸਾਡੇ ਡਰ ਨੂੰ ਦੂਰ ਕਰਨ ਲਈ ਨੌਜਵਾਨਾਂ ਨੇ ਆਪਣੇ ਆਪ ਨੂੰ ਭੱਟੀ 'ਚ ਝੋਕਿਆ, ਜਿਹਦੇ 'ਚੋਂ ਯੰਗ ਮੁੰਡੇ ਖੁਦੀਰਾਮ ਬੋਸ ਵਰਗੇ ਤੇ ਮਤਲਬ ਕਨਈਆ ਲਾਲ ਦੱਤ ਵਰਗੇ ਸੀ। ਪਰ ਕਹਿੰਦੇ ਜਦੋਂ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਆਏ, ਉਹਨਾਂ ਦੀ ਮੋਟੀਵੇਟਿੰਗ ਫੋਰਸ ਲੋਕਾਂ ਪ੍ਰਤੀ ਪ੍ਰੇਮ ਸੀ,
ਮਤਲਬ ਉਹ ਪ੍ਰੇਮ ਨੂੰ ਕਰ ਰਹੇ, ਇਸੇ ਕਰਕੇ ਉਹ ਸਾਂਡਰਸ ਤੋਂ ਬਾਅਦ ਵੀ ਲਿਖਦੇ ਨੇ ਕਿ ਅਸੀਂ ਤੇ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਹਾਂ। ਸਾਡੇ ਕੋਲ ਇਹ ਇਸ ਕਰਕੇ ਹੋਇਆ ਕਿ ਜਿਹੜੀ ਨੌਕਰਸ਼ਾਹੀ ਹੈ ਉਹ ਇੰਨੀ ਮਤਲਬ ਬੇਦਿਲ ਹੈ ਕਿ ਉਹ ਕਿਸੇ ਵੱਡੇ ਬਜ਼ੁਰਗ ਦਾ ਮਤਲਬ ਖਿਆਲ ਹੀ ਨਹੀਂ ਕਰਦੀ, ਲੋਕਾਂ ਦੇ ਉੱਤੇ ਅਤਿਆਚਾਰ ਕਰ ਰਹੀ ਹੈ। ਤੋ ਇਸ ਕਰਕੇ ਨਹੀਂ, ਅਦਰਵਾਈਜ਼ ਅਸੀਂ ਤੇ ਜ਼ਿੰਦਗੀ ਨੂੰ ਬੜਾ ਖੂਬਸੂਰਤ ਦੇਖਣਾ ਚਾਹੁੰਦੇ, ਜਿੱਦਾਂ ਇਸੇ ਕਰਕੇ ਉਹਨਾਂ ਦੇ ਉੱਤੇ ਬਹੁਤ ਵਧੀਆ ਜਗਨਨਾਥ ਆਜ਼ਾਦ ਉਹਨਾਂ ਨੇ शेर लिखा सी कि हमसे बढ़कर जिंदगी को कौन कर सकता है प्यार, हमसे बढ़कर जिंदगी को कौन कर सकता है प्यार, अगर मरने पे आ जाएं तो मर जाते हैं, मरकर भी दफन रह सकते नहीं, लाल फूल बन के वीरानों पे छा जाते हैं, जाग उठते हैं तो सूली पे भी नींद आती नहीं, वक्त पड़ जाए तो अंगारों पे सो जाते हैं। तो ये उन्होंने लोगों की स्पिरिट है ਜਿਹਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੇ, ਔਰ ਉਹਨਾਂ ਨੂੰ ਇਸੇ ਕਰਕੇ ਸਾਰਾ ਕੁਝ ਭਵਿੱਖ ਦਿਖ ਰਿਹਾ ਸੀ ਕਿ ਅਸੀਂ ਇਹੋ ਜੀ ਮਤਲਬ ਇੱਕ ਨੀਂਹ ਬਣਾ ਦੇਾਂਗੇ ਜਿਹਦੇ ਉੱਤੇ ਅਗਲੀ ਉਸਾਰੀ ਉਸ ਨੀਂਹ ਤੇ ਹੋਣੀ ਹੈ। ਤੋਂ ਭਗਤ ਸਿੰਘ ਉਹ ਨੀਂਹ ਵਿਛਾ ਗਿਆ ਜਿਹਦੇ ਉੱਤੇ ਮਤਲਬ ਜਿਹੜੀਆਂ ਅੱਜ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਨਿਕਲਣਾ ਹੈਗਾ। ਸਰ ਮੈਂ ਨਾ ਇਸੇ ਚਰਚਾ ਦੇ ਵਿੱਚ ਜਿਹੜਾ ਇਸੇ ਸਵਾਲ ਦੇ ਵਿੱਚ ਮੇਰਾ ਸਵਾਲ ਸੀ, ਮੈਂ ਇਹ ਨਾ ਇਸ ਕਰਕੇ ਇਹਨਾਂ ਸਵਾਲਾਂ ਨੂੰ ਜ਼ਿਆਦਾ ਐਡਰੈਸ ਹੋਣਾ ਚਾਹੁੰਦਾ ਹੈ ਕਿਉਂਕਿ ਭਰਮ ਬਹੁਤ ਜ਼ਿਆਦਾ ਫੈਲਾਏ ਜਾ ਰਹੇ ਨੇ। ਧਰਮ ਦੇ ਆਧਾਰ ਦੇ ਉੱਤੇ, ਧਰਮ ਦੇ ਲਬਾਦੇ ਦੇ ਵਿੱਚ ਜਾਂ ਕੁਨੀਨ ਦੀ ਗੋਲੀ ਨੂੰ ਧਰਮ ਦੀ ਮਿਠਾਸ ਦੇ ਉਸ ਚਾਸ਼ਨੀ ਦੇ ਵਿੱਚ ਇਸ ਤਰੀਕੇ ਨਾਲ ਨਫ਼ਰਤੀ ਰੂਪ ਦੇ ਵਿੱਚ ਫੈਲਾਇਆ ਜਾ ਰਿਹਾ ਹੈ ਕਿ ਕਿਰਦਾਰ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਹਾਲਾਂਕਿ ਉਹ ਸੰਭਵ ਨਹੀਂ ਹੈ। ਕੁਝ ਸਮੇਂ ਲਈ ਉਸ ਦੇ ਉੱਤੇ ਪਰਦਾ ਪਾਇਆ ਜਾ ਸਕਦਾ। ਨੌਜਵਾਨ ਹੁਣ ਬਹੁਤ ਜਾਗਰੂਕ ਨੇ, ਯੂਨੀਵਰਸਿਟੀਆਂ ਦੇ ਵਿੱਚ ਬੈਠੇ ਨੌਜਵਾਨ ਅਧਿਐਨ ਕਰਦੇ ਆ, ਪੜ੍ਹਦੇ ਆ, ਡਾਇਲੌਗ ਕਰਦੇ ਆ ਭਗਤ ਸਿੰਘ ਦੇ ਨਾਲ ਜਾਂ ਬਾਕੀ ਸ਼ਹੀਦਾਂ ਦੇ ਨਾਲ। ਮੈਂ ਇਸੇ ਕਰਕੇ ਉਹ ਕਿੱਸੇ ਦੇ ਤਹਿ ਤੱਕ ਵੀ ਜਾਣਾ ਚਾਹੁੰਦਾ ਸੀ ਜਿਹੜਾ ਕਿੱਸਾ ਮੋਰਚਿਆਂ ਦੇ ਵਿੱਚ ਜਾ ਰਹੇ ਜਥਿਆਂ ਨੂੰ ਰੋਕਣਾ ਤੇ ਖਟਕੜ ਕਲਾਂ ਦੇ ਵਿੱਚ ਲੈ ਕੇ ਆਉਣਾ। ਦੂਜੀ ਗੱਲ, ਜਿਹੜੇ ਲੋਕ ਇਹ ਕਹਿੰਦੇ ਆ ਕਿ ਆਰੀਆ ਸਮਾਜੀ ਸੀਗੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਭਗਤ ਸਿੰਘ ਹੋਰਾਂ ਦੇ ਯਾਨੀ ਕਿ ਤੁਹਾਡੇ ਮਾਮਾ ਜੀ ਦੇ ਆਪਣੇ ਸ਼ਰੀਕੇ ਦੇ ਲੋਕ ਸਰਕਾਰੀ ਸੇਵਾਵਾਂ ਦੇ ਆਨੰਦ ਮਾਣ ਰਹੇ ਸੀਗੇ, ਸਰਕਾਰੀ ਸਰਵਿਸਿਜ਼ ਦੇ ਆਨੰਦ ਮਾਣ ਰਹੇ ਸੀਗੇ। ਇੱਧਰ ਪਰਿਵਾਰ ਜਿਹੜਾ ਹੈ ਉਹ ਪਰਿਵਾਰ ਡਰ ਦੇ ਸਾਏ ਦੇ ਵਿੱਚ ਜੀ ਰਿਹਾ ਸੀਗਾ। ਚਾਚਾ ਅਜੀਤ ਸਿੰਘ ਨੇ ਸਾਰੀ ਉਮਰ ਜਲਾਵਤਨੀ ਕੱਟੀ, ਜਿਸ ਦਿਨ ਦੇਸ਼ ਆਜ਼ਾਦ ਹੋ ਰਿਹਾ ਉਸ ਦਿਨ ਉਹਨਾਂ ਦੇ ਪ੍ਰਾਣ ਜਾ ਰਹੇ ਹੈ। ਸੋ ਉਹ ਜਥੇ ਵਾਲਾ ਗੱਲ ਤੇ ਜਿਸ ਤਰੀਕੇ ਨਾਲ ਇਹ ਸਰਕਾਰੀ ਤੰਤਰ ਦਾ ਹਿੱਸਾ ਹੋਣ ਦਾ ਇਲਜ਼ਾਮ ਲਾ ਦਿੰਦੇ ਆ ਜਿਹੜੇ ਅੱਜ ਕੱਲ੍ਹ ਦੇ ਸੋ ਕਾਲਡ, ਮੈਂ ਇਹਨਾਂ ਨੂੰ ਹੁਣ ਕੀ ਨਾਮ ਦੇਵਾਂ ਜੀ। ਤੇ ਦੇਖੋ ਉਹਦੇ ਚ ਬਹੁਤ ਸਾਰੀਆਂ ਘਟਨਾਵਾਂ ਨੇ। ਪਹਿਲੀ ਚੀਜ਼ ਜਿਹੜੀ ਬਹੁਤ ਘੱਟ ਮਤਲਬ ਜਾਣੀ ਜਾਂਦੀ, ਜਿਸ ਅਜੀਤ ਸਿੰਘ ਉਹਨਾਂ ਦੀ ਆਟੋਬਾਇਓਗ੍ਰਾਫੀ ਪੜ੍ਹੋ ਕੋਈ ਤੇ ਫਿਰ ਤੁਹਾਨੂੰ ਸਮਝ ਲੱਗੂਗੀ ਜੀ। ਗੁਰੂ ਗੋਬਿੰਦ ਸਿੰਘ ਨਾਲ ਉਹਨਾਂ ਦਾ ਰਿਸ਼ਤਾ 1690 ਤੋਂ ਜੁੜਿਆ ਹੋਇਆ ਹੈ। ਖਟਕੜ ਕਲਾਂ ਜਿਹੜਾ ਝੰਡਾ ਜੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਮਸੰਦਾਂ ਨੂੰ ਸਜ਼ਾ ਦੇ ਕੇ ਰੀਆਰਗੇਨਾਈਜ਼ ਕੀਤਾ ਤੇ ਇਹਨਾਂ ਦੇ ਬਜ਼ੁਰਗਾਂ ਨੇ ਉਹ ਜ਼ਿੰਮੇਵਾਰੀ ਲਈ ਕਿ ਤੁਸੀਂ ਇੱਥੇ ਝੰਡਾ ਲਾਓ, ਅਸੀਂ ਜਿਹੜੀ ਸਾਰਾ ਸਾਲ ਦੀ ਮਤਲਬ ਲੋਕਾਂ ਦੀ ਦਸਵੰਧ ਦੇਣਾ ਹੈ ਉਹਦੀ ਸੁਰੱਖਿਆ ਕਰਕੇ ਤੁਹਾਨੂੰ ਪਹੁੰਚਾਵਾਂਗੇ। ਔਰ ਉਹਨਾਂ ਨੂੰ ਜਦੋਂ ਉਹਨਾਂ ਦੇ ਬਜ਼ੁਰਗ ਲੈਣ ਆਏ ਪਿੰਡ ਵਾਲੇ, ਉਹ ਕਹਿੰਦੇ ਮੈਂ ਤਾਂ ਬਹੁਤ ਵੱਡੀ ਡਿਊਟੀ ਲੈ ਬੈਠਾ। ਤਾਂ ਭਲੇ ਇੱਕ ਤੇ ਇਹ ਪਾਰਟ ਹੈ। ਦੂਜਾ ਪਾਰਟ ਜਿਹੜਾ ਹੈ ਕਿ ਉਹ ਨਾਮਧਾਰੀਆਂ 'ਚ ਗਏ। ਪਹਿਲਾਂ ਇਹ ਹੈ ਕਿ ਨਾਮਧਾਰੀਆਂ ਨੂੰ ਜਦੋਂ ਦਬਾਇਆ ਗਿਆ ਤੇ ਫਿਰ ਸਿੰਘ ਸਭਾ ਖੜੀ ਕੀਤੀ ਜਗੀਰਦਾਰਾਂ ਦੀ, ਅੰਮ੍ਰਿਤਸਰ ਵਾਲੀ ਜਿਹੜੀ ਸਿੰਘ ਜੀ। ਔਰ ਉਹ ਸਿੰਘ ਸਭਾ ਦਾ ਪਹਿਲਾ ਰੈਜ਼ੋਲੂਸ਼ਨ ਹੈ ਕਿ ਸਾਡਾ ਜਿਹੜਾ ਪੈਟਰਨ ਹੈ ਉਹ ਗਵਰਨਰ ਪੰਜਾਬ ਹੋਏਗਾ ਤੇ ਫੌਜਾਂ ਦਾ ਜਿਹੜਾ ਜਰਨਲ ਆ ਉਹ ਹੋਏਗਾ। ਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਨਾਲ ਕਿਵੇਂ ਜਾ ਸਕਦੇ। ਮਤਲਬ ਕਿ ਭਗਤ ਸਿੰਘ ਇਸੇ ਕਰਕੇ ਜਦੋਂ ਨਾਮਧਾਰੀ ਮੂਵਮੈਂਟ ਤੋਂ 1921 ਵਿੱਚ ਬੈਨ ਹਟਦਾ ਹੈ ਤੇ ਉਹ ਆਪਣੇ ਪਿਤਾ ਜੀ ਦੇ ਨਾਲ ਮਠੱਡੇ ਕਲਾਂ ਆਉਂਦੇ ਨੇ, ਵੱਡੀ ਕਾਨਫਰੰਸ ਹੈ ਔਰ ਭਗਤ ਸਿੰਘ ਐਡਰੈਸ ਕਰਦੇ ਨੇ। ਭਗਤ ਸਿੰਘ ਨੇ ਸਭ ਤੋਂ ਜ਼ਿਆਦਾ ਅਗਰ ਕਿਸੇ ਮੂਵਮੈਂਟ ਬਾਰੇ ਲਿਖਿਆ ਉਹ ਨਾਮਧਾਰੀ ਮੂਵਮੈਂਟ ਬਾਰੇ ਲਿਖਿਆ, ਕਿਉਂਕਿ ਉਹਨੂੰ ਵੀ ਬਦਨਾਮ ਕੀਤਾ ਗਿਆ। ਲੇਕਿਨ ਉਹਨਾਂ ਨੇ ਘੱਟੋ ਘੱਟ ਇਤਿਹਾਸਕ ਹੈ ਕਿ ਉਹਨਾਂ ਨੇ 15 ਸਾਲਾਂ ਵਿੱਚ 1.5 ਲੱਖ ਬੰਦਾ ਮਰਨ ਮਰਾਉਣ ਵਾਲਾ ਤਿਆਰ ਕਰਤਾ। ਨਹੀਂ ਤੇ ਕੀ ਗੱਲ ਸੀ 68 ਬੰਦਿਆਂ ਨੂੰ ਤੋਪਾਂ ਅੱਗੇ ਕਿਉਂ ਉਡਾਇਆ ਗਿਆ? ਕਿਉਂਕਿ ਉਹਨੂੰ ਉਹਦੇ ਚ 13 ਸਾਲ ਦਾ ਮੁੰਡਾ ਇੰਨਾ ਹੌਸਲੇ ਵਾਲਾ ਹੋਵੇ ਕਿ ਉਹ ਕਾਬਲ ਦੀ ਦਾੜੀ ਫੜ ਲਏ ਔਰ ਜਿੰਨਾ ਚਿਰ ਤੱਕ ਉਹਦਾ ਹੱਥ ਨਹੀਂ ਵੱਢ ਹੁੰਦਾ। ਤਾਂ ਇਹ ਜਿਹੜੀ ਪ੍ਰਕਿਰਿਆ ਹੈ ਕਿ ਕਿਵੇਂ ਲੋਕ ਆਪਣੇ ਵਾਸਤੇ ਖੜੇ ਹੁੰਦੇ ਨੇ, ਉਹਦੇ ਤੋਂ ਡਰ ਲੱਗਦਾ। ਤਾਂ ਦੂਜੀ ਜਿਹੜੀ ਗੱਲ ਹੈ ਕਿ ਫਿਰ ਮਤਲਬ ਮੈਂ ਉਹ ਸਾਰੀਆਂ ਸਪੀਚਸ, ਕਿਉਂਕਿ ਦਇਆਨੰਦ ਨੂੰ ਬੁਲਾਉਣ ਵਾਲੇ ਵੀ ਤੇ ਸਿੱਖ ਹੀ ਸੀਗੇ, ਬੁਲਾਇਆ ਇਸ ਕਰਕੇ ਦਰਬਾਰ ਸਾਹਿਬ ਵਿੱਚ ਮੂਰਤੀਆਂ ਲੱਗ ਰਹੀਆਂ ਸੀ ਤੇ ਉਹ ਇੱਕ ਬੇਬਾਕ ਆਦਮੀ ਜਿਹੜਾ ਮੂਰਤੀਆਂ ਦੇ ਖਿਲਾਫ ਬੋਲਦਾ ਸੀ।
ਲੇਕਿਨ ਜਿਹੜੀ ਉਹਨੇ ਗੱਲਾਂ ਕਰ ਰਿਹਾ ਸੀ ਉਹ ਉਹੀ ਗੱਲਾਂ ਕਰ ਰਿਹਾ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਕੀਤੀਆਂ, ਕਿ ਲੜਕੀਆਂ ਨੂੰ ਵਿਦਿਆ ਦਿਓ, ਲੜਕੀਆਂ ਨੂੰ ਬਚਾਓ, ਮਤਲਬ ਛੂਆਛਾਤ ਖਤਮ ਕਰੋ, ਮਤਲਬ ਤੁਹਾਡੀ ਮੁਕਤੀ ਲੋਕਾਂ ਦੀ ਮੁਕਤੀ ਨਾਲ ਜੁੜੀ ਹੋਈ ਹੈ। ਮਤਲਬ ਵਿਅਕਤੀਵਾਦਤਾ ਜਿਹੜੀ ਸਾਡੇ ਮਤਲਬ ਇੰਡੀਅਨ ਕਲਚਰ ਦੀ ਸਭ ਤੋਂ ਵੱਡੀ ਕਮਜ਼ੋਰੀ ਰਹੀ, ਕਿ ਜਦੋਂ ਵਿਅਕਤੀਵਾਦਤਾ 'ਚ ਲੋਕ ਵਾੜਤੇ ਫਿਰ ਹਮਲੇ ਹੋਣੇ ਸ਼ੁਰੂ ਹੋ ਗਏ। ਤੇ ਉਹਨਾਂ ਨੇ ਮਤਲਬ ਤੁਸੀਂ ਲੋਕ, ਔਰ ਇਸੇ ਕਰਕੇ ਤੁਹਾਨੂੰ ਇਹ ਮਤਲਬ ਇੰਟਰਸਟਿੰਗ ਲੱਗੇਗਾ ਕਿ ਉਹਨਾਂ ਦੇ ਘਰ ਵਿੱਚ ਉਹ ਯਤੀਮਖਾਨਾ ਚੱਲਦਾ ਸੀ, ਨਵੇਂ ਕੋਟ ਸੀ, ਜਿਸ 'ਚ 22 ਬੱਚੇ ਜਿਹੜੇ ਨੇ ਯਤੀਮ ਉਹ ਭਗਤ ਸਿੰਘ ਦੇ ਨਾਲ ਪੜ੍ਹਦੇ ਸੀ, ਮਤਲਬ ਪੜ੍ਹਦੇ ਸੀ। ਇਸੇ ਕਰਕੇ ਉਹਨਾਂ ਦੇ ਇੱਕ ਦੋਸਤ ਹੱਸ ਕੇ ਕਹਿੰਦੇ ਹੁੰਦੇ ਵੀ ਤੁਸੀਂ, ਔਰ ਉਹ ਸਾਰੇ ਜਿਹੜੇ ਨੇ ਉਹ ਦੇਸ਼ ਭਗਤ ਨੇ। ਔਰ ਭਗਤ ਸਿੰਘ ਦਾ ਇੱਕ ਆਰਟੀਕਲ ਹੈ ਕਿ ਜਿਹੜਾ ਪਹਿਲਾ ਬੱਚਾ ਲਾਹੌਰ ਵਿੱਚ ਨੈਸ਼ਨਲ ਉਹਦੇ ਵਿੱਚ ਮਾਰਸ਼ਲ ਲਾਅ 'ਚ ਸ਼ਹੀਦ ਹੋਇਆ, ਖੁਸ਼ੀ ਰਾਮ, ਉਹ ਉਹਨਾਂ ਬੱਚਿਆਂ ਵਿੱਚੋਂ ਸੀ। ਉਹਦੇ 'ਚ ਫੀਲਡ ਮਤਲਬ ਮਾਰਸ਼ਲ ਲੱਦਾ ਰਾਮ, ਮਤਲਬ ਬਹੁਤ ਸਾਰਾ ਹੈ। ਤਾਂ ਇਹ ਹੈ ਕਿ ਵੀ ਜਦੋਂ ਤੁਸੀਂ ਲੋਕਾਂ ਨਾਲ ਜੁੜ ਕੇ, ਮਤਲਬ ਉਹ ਹੁਣ ਇਹ ਵੀ ਤੁਸੀਂ ਦੇਖੋ ਨਾ ਕਿ ਜਲਿਆਂਵਾਲਾ ਬਾਗ ਹੋ ਰਿਹਾ ਹੈ, ਲੇਕਿਨ ਸਿੰਘ ਸਭਾ ਦੇ ਵੱਡੇ ਜਿਹੜੇ ਮਤਲਬ ਕਾਰਕੁਨ ਨੇ ਉਹ ਇੱਕ ਲਫ਼ਜ਼ ਨਹੀਂ ਬੋਲਦੇ, ਉਹਨਾਂ ਨੂੰ ਉਹ ਬੜਾ ਸੁਭਾਵਕ ਲੱਗਦਾ ਹੈ। ਲੇਕਿਨ ਦੂਜੇ ਬੰਨੇ ਮਤਲਬ ਇਸ ਕਰਕੇ ਜਿਹੜਾ ਤੁਸੀਂ ਬਿਲਕੁਲ ਠੀਕ ਹੈ ਕਿ ਇਹ ਗੱਲ ਸਮਝਣ ਵਾਲੀ ਹੈ ਕਿ ਤੁਸੀਂ ਉਦੋਂ ਚੁਆਇਸ ਕੀ ਕਰਦੇ ਹੋ। ਮਤਲਬ ਉਹਨਾਂ ਕੋਈ ਵੀ ਚੁਆਇਸ ਆਈ, ਉਹਨਾਂ ਦੀ ਜਾਇਦਾਦ ਜ਼ਬਤ ਹੋਈ 1857 ਤੋਂ ਬਾਅਦ, ਜਦੋਂ ਜਗੀਰਦਾਰੀ ਨੇ ਅੰਗਰੇਜ਼ਾਂ ਨਾਲ ਮਤਲਬ ਕੰਪਨੀ ਨਾਲ ਸਮਝੌਤਾ ਕਰ ਲਿਆ ਤੇ ਉਹਨਾਂ ਨੂੰ ਸੁਨੇਹਾ ਆਇਆ ਵੀ ਲੈ ਲਓ ਜ਼ਮੀਨ। ਉਹ ਕਹਿੰਦੇ ਵੀ ਮੈਂ ਮਤਲਬ ਗੁਰੂ ਗੋਬਿੰਦ ਸਿੰਘ ਨਾਲ ਜਦੋਂ ਉਹਦਾ ਸਾਡੇ ਬਜ਼ੁਰਗਾਂ ਨੇ ਰਿਸ਼ਤਾ ਜੋੜਿਆ ਤੇ ਇੱਕ ਗੱਲ ਜ਼ਰੂਰ ਸਿੱਖੀ ਹੈ ਕਿ ਜਿੱਥੇ ਲੋਕ ਆਪਣੇ ਹੱਕ ਲਈ ਲੜ ਰਹੇ ਨੇ ਉਹਨਾਂ ਦੇ ਨਾਲ ਖੜੇ ਹੋਣਾ, ਗੁਰੂ ਗੋਬਿੰਦ ਸਿੰਘ ਦੇ ਅਸੂਲ ਦੀ ਪੈਰੋਕਾਰੀ। ਔਰ ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਦੱਸਦਾ। ਸਰਜੀਤ ਸਿੰਘ ਨੇ ਕਿਹਾ ਕਿ ਮੇਰੇ ਦਾਦੇ ਨੇ ਇਹ ਗੱਲ ਮੈਨੂੰ ਇੰਨੀ ਵਾਰੀ ਕਹੀ ਕਿ ਉਹ ਮਤਲਬ 40 ਸਾਲ ਅੰਗਰੇਜ਼ ਦੇ ਖਿਲਾਫ ਵਿਦੇਸ਼ਾਂ ਵਿੱਚ ਮਤਲਬ ਗਦਰ ਪਾਰਟੀ ਖੜੀ ਕੀਤੀ, ਉਹਦੇ ਤੋਂ ਬਾਅਦ INA ਦਾ ਇੱਕ ਰੋਲ ਜਿਹੜਾ ਹੈ ਉਹ ਇਟਲੀ 'ਚ ਖੜਾ ਕੀਤਾ। ਉਹ ਲਗਾਤਾਰ ਮਤਲਬ ਉਸ ਪ੍ਰਕਿਰਿਆ 'ਚ ਰਹੇ। ਤਾਂ ਇਸ ਕਰਕੇ ਮਤਲਬ ਇਹ ਜਿਹੜੀਆਂ ਨਾ ਉਹ, ਕਿਉਂਕਿ ਇਹ ਸਿੰਘ ਸਭਾ ਵਰਸਸ, ਹੁਣ ਸਿੰਘ ਸਭਾ ਨਹੀਂ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਦੇ ਉੱਤੇ ਮਤਲਬ ਚਰਚਾ ਸ਼ੁਰੂ ਕੀਤੀ ਕਿ ਉਹਨਾਂ ਦੀਆਂ ਲਿਖਤਾਂ ਨਹੀਂ। ਤੁਹਾਨੂੰ ਪਤਾ ਪਹਿਲੀ ਬਹਿਸ ਸਿੰਘ ਸਭਾ ਨੇ ਸ਼ੁਰੂ ਕੀਤੀ। ਇਹਦਾ ਮਤਲਬ ਹੈ ਕਿ ਜਿਹੜਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਮਤਲਬ ਬਲ ਹੋਣ ਦਾ ਤਰੀਕਾ ਦੱਸਿਆ ਆਪਣੀਆਂ ਲਿਖਤਾਂ ਵਿੱਚ, ਉਹਨੂੰ ਅਸੀਂ ਨਹੀਂ ਸਮਝ ਸਕੇ। ਔਰ ਉਹਦੇ ਉੱਤੇ ਤੁਸੀਂ, ਔਰ ਅੰਗਰੇਜ਼ਾਂ ਨੇ, ਮੈਨੂੰ ਹੈਰਾਨੀ ਹੋਈ ਕਿ ਜਦੋਂ ਮੈਂ ਦਸਮ ਗ੍ਰੰਥ ਸਿਰਫ ਇਸ ਕਰਕੇ ਲਿਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੱਧਾ ਸੰਵਾਦ ਕੀਤਾ ਜਾ ਸਕੇ ਕਿ ਵੀ ਉਹ ਕੀ ਕਹਿਣਾ ਚਾਹੁੰਦੇ ਨੇ। ਔਰ ਜਦੋਂ ਮੈਂ ਕਰ ਲਿਆ ਤੇ ਮੇਰੇ ਮਾਸੀ ਕਿਹਾ ਉਹ ਜਗਮੋਹਣੀ ਬੜਾ ਖਤਰਨਾਕ ਕੰਮ ਹੈ। ਮੈਂ ਕੀ, ਕਿਉਂਕਿ ਉਹ ਥੋੜਾ ਜਿਹਾ ਜਗੀਰਦਾਰੀ ਪਰਿਵਾਰ 'ਚ ਰਹਿੰਦੇ ਸੀ, ਕਿ ਇਹ ਤੇ ਬੈਨ ਕੀਤਾ ਹੋਇਆ ਕਿ ਨਾ ਮਹਾਭਾਰਤ ਘਰ ਆਉਣੀ ਹੈ ਤੇ ਨਾ ਦਸਮ ਗ੍ਰੰਥ ਆਉਣਾ। ਇਹਦਾ ਮਤਲਬ ਲੋਕਾਂ ਨੂੰ ਵੀਕ ਕਰਨ ਲਈ ਬ੍ਰਿਟਿਸ਼ ਨੇ ਕਿਵੇਂ ਉਹ ਟੂਲ ਵਰਤੇ, ਤੇ ਅਸੀਂ ਕਿਤੇ ਨਾ ਕਿਤੇ ਉਹਨਾਂ ਟੂਲਸ ਵਿੱਚ ਅੱਜ ਵੀ ਮਤਲਬ ਫਸੇ ਹੋਏ ਹੈਗੇ। ਔਰ ਸਾਨੂੰ ਆਪਣੇ ਆਪ ਨੂੰ ਲਿਬਰੇਟ ਕਰਨ ਦੀ ਲੋੜ ਹੈ। ਮਤਲਬ ਜਿਹੜਾ ਜਦੋਂ ਭਗਤ ਸਿੰਘ ਕਿਹਾ ਵੀ ਜੇ ਖੁੱਲੇ ਵਿਚਾਰ ਤਾਂ ਹੀ ਬਣਨਗੇ ਜੇ ਤੁਸੀਂ ਨੁਕਤਾਚੀਨ ਹੋਵੋਗੇ, ਜੇ ਤੁਸੀਂ ਸਵਾਲ ਖੜਾ ਕਰੋਗੇ ਤਾਂ ਹੀ ਜਵਾਬ ਲੱਭੇਗਾ ਨਾ। ਤੇ ਜੇ ਆਪਾਂ ਸ਼ਰਧਾ ਨਾਲ ਮੰਨ ਲਿਆ ਤੇ ਫਿਰ ਉਹ ਚੋਂ ਆਪਾਂ ਖਟਿਆ ਕੀ, ਮਤਲਬ ਜਿਸ ਚੀਜ਼ ਦੇ ਉੱਤੇ। ਔਰ ਇਹ ਵੀ ਹੈ ਕਿ ਜੇ ਵਿਦਿਆ ਜੇ ਵਿਚਾਰੀ ਤਾਂ ਪਰਉਪਕਾਰੀ, ਕਿ ਜੇ ਵਿਚਾਰ ਕਰਨ ਦੇ ਕਾਬਿਲ ਬਣਾਊਗੀ ਤਾਂ ਹੀ ਪਰਉਪਕਾਰ ਹੋ ਸਕੇਗਾ ਨਾ। ਮੈਂ ਕਿਹਾ ਅਸੀਂ ਤੇ ਮਤਲਬ ਉਹਨੂੰ ਉਲਟਾ ਕਰਤਾ ਕਿ ਵਿਦਿਆ ਤੇ ਬੇਚਾਰੀ, ਉਹਦਾ ਕਿਹੜਾ ਚਾਰਾ ਚੱਲਦਾ, ਉਹਨੂੰ ਵਿਚਾਰੀ ਬਣਾਤਾ, ਹਨਾ ਬੇਚਾਰੀ ਬਣਾਤੀ, ਵਿਚਾਰਨ ਤੋਂ ਉਹਨੂੰ ਬੇਚਾਰੀ ਬਣਾਤਾ। ਮਤਲਬ ਇਹ ਪ੍ਰੋਸੈਸ ਹੈ ਜਿਹਦੇ ਵਿੱਚ ਮਤਲਬ ਕਿ ਅਗਰ ਭਗਤ ਸਿੰਘ ਉਹਦੇ ਸਾਥੀ ਸਾਨੂੰ ਇੰਨੇ ਪਾਵਰਫੁਲ ਲੱਗਦੇ ਨੇ, ਔਰ ਜਿਹੜੇ ਬੰਦੇ ਜਿਨ੍ਹਾਂ ਦੇ ਬਾਰੇ ਅਸੀਂ ਨਹੀਂ ਜਾਣਦੇ, ਹੁਣ ਚੰਦਰ ਸ਼ੇਖਰ ਆਜ਼ਾਦ ਨੇ, ਉਹ ਠੀਕ ਆ, ਉਹ ਕਹਿੰਦੇ ਮੇਰਾ ਬਹੁਤਾ ਪੜ੍ਹਨ ਦਾ ਕੰਮ ਨਹੀਂ, ਲੇਕਿਨ ਉਹ ਭਗਤ ਸਿੰਘ ਨੂੰ ਜਿਹੜੀ ਵੀ ਕਿਤਾਬ ਬਾਹਰ ਸਮਾਜਵਾਦ ਦੇ ਬਾਰੇ 'ਚ ਜਾਂ ਗਰੀਬੀ ਕਿਵੇਂ ਦੂਰ ਹੋਵੇ ਉਹਨਾਂ ਦੀ ਨਜ਼ਰ 'ਚ ਆਉਂਦੀ, ਉਹ ਭਗਤ ਸਿੰਘ ਨੂੰ ਕਹਿੰਦੇ ਵੀ ਤੂੰ ਪੜ੍ਹ ਕੇ ਮੈਨੂੰ ਦੱਸ ਦੇਈਂ ਇਹਦੇ 'ਚ ਕੀ ਹੈ। ਤਾਂ ਉਹ ਪੂਰਾ ਇੰਟਰਸਟ ਲੈਂਦੇ ਨੇ। ਈਵਨ ਰਾਜਗੁਰੂ ਕੋਲੋਂ ਜਿਹੜੀ ਕਿਤਾਬ ਲੱਭੀ ਉਹ ਇਹੀ ਸੀ ਵੀ ਸਮਾਜਵਾਦ ਮਤਲਬ ਜਿਹੜਾ ਹੈ ਉਹ ਸਮਾਜ ਵਿੱਚ ਕਿਵੇਂ ਆਏਗਾ। ਮਤਲਬ ਉਹ ਮਰਾਠੀ 'ਚ ਸੀ ਕਿਤਾਬ, ਔਰ ਉਹ ਲਿਸਟਡ ਹੈ ਕਿ ਆਹ ਕਿਤਾਬ ਇਹਦੇ ਕੋਲ ਲੱਭੀ ਜਦੋਂ ਇਹਨੂੰ ਪੜ੍ਹਿਆ। ਤਾਂ ਇਸ ਕਰਕੇ ਹੈ ਕਿ ਅੱਜ ਵੀ ਨੌਜਵਾਨਾਂ ਨੂੰ ਮਤਲਬ ਜੇ ਅੱਜ ਦੇ ਮਸਲਿਆਂ ਨੂੰ ਹੱਲ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ। ਇੱਕ ਤਾਂ ਹੈ ਕਿ ਮੈਨੂੰ ਇਹ ਵੀ ਬੜਾ ਮਤਲਬ ਅੱਜ ਕੱਲ੍ਹ ਬਹੁਤ ਭਾਵਦਾ ਹੈ ਕਿ ਅਸੀਂ ਅੰਗਰੇਜ਼ਾਂ ਵੇਲੇ ਤੇ ਸਰਕਾਰ ਬਾਹਰ ਹੁੰਦੀ ਸੀ, ਦੂਸਰੇ ਹੁੰਦੇ ਸੀ। ਅਸੀਂ ਅੱਜ ਵੀ ਸਰਕਾਰ ਏਦਾਂ ਸਮਝਦੇ ਹਾਂ ਵੀ ਜਿੱਦਾਂ ਸਰਕਾਰ ਕੋਈ ਰਾਜ ਕਰਨ ਦੇ ਦਿੱਤਾ ਇਹਨਾਂ ਨੂੰ, ਇਹ ਸਾਡੇ ਤੇ ਰਾਜ ਕਰਨਗੇ, ਜਦੋਂ ਕਿ ਉਲਟ ਹੈਗਾ ਕਿ ਲੋਕਾਂ ਨੇ ਆਪ ਫੈਸਲੇ ਲੈਣੇ ਨੇ।
ਔਰ ਉਹਦੀ ਇੱਕ ਬਹੁਤ ਇੰਟਰਸਟਿੰਗ ਗੱਲ ਹੂੰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਜੀ ਜਿਹੜਾ ਜੀ ਮਤਲਬ ਜੱਦੀ ਪਿੰਡ ਜੱਦੀ ਘਰ ਜਿਹੜਾ ਹੈ ਉਹਨੂੰ ਅੱਜ ਕੱਲ੍ਹ ਨੈਸ਼ਨਲ ਮਿਊਜ਼ੀਅਮ ਬਣਾਇਆ ਹੈ। ਉਹਦੇ ਮਗਰ ਕੁਝ ਵਿਚਾਰ ਜੀ ਸੀਗੇ। ਇਹ ਹੂੰ 1858 ਵਿੱਚ ਉਹਨਾਂ ਦੇ ਪੜਦਾਦਾ ਜੀ ਸਰ ਫਤਿਹ ਸਿੰਘ ਨੇ ਦੀਵਾਨਖਾਨਾ ਬਣਾਇਆ ਸੀ। ਹੂੰ ਔਰ ਉਦੋਂ ਕਿਸੇ ਨੇ ਅੱਛਾ ਪੁੱਛਿਆ ਜੀ ਵੀ ਇਹ ਕਾਹਦੇ ਲਈ? ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਹੂੰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ। ਰਣਜੀਤ ਸਿੰਘ ਦਾ ਰਾਜ ਆਇਆ ਹੂੰ ਚਲਾ ਗਿਆ, ਕਿਉਂਕਿ 1857 ਚ ਈਸਟ ਇੰਡੀਆ ਕੰਪਨੀ ਖਤਮ ਹੋ ਗਈ ਸੀ, ਉਹਦਾ ਰਾਜ ਚਲਾ ਗਿਆ। ਜੀ ਬਿਲਕੁਲ ਅੰਗਰੇਜ਼ਾਂ ਦਾ ਰਾਜ ਆਏਗਾ, ਪਰ ਹੂੰ ਤੁਹਾਡੀ ਗੱਲ ਕਿਸੇ ਨੇ ਨਹੀਂ ਕਰਨੀ ਜਿੰਨਾ ਚਿਰ ਤੱਕ ਤੁਸੀਂ ਸਿਰ ਹੂੰ ਜੋੜ ਕੇ ਆਪਣੀ ਸਮੱਸਿਆ ਆਪ ਨਹੀਂ ਲੱਭਦੇ। ਜੇ ਤੁਸੀਂ ਸਮੱਸਿਆ ਨੂੰ ਅੰਗ ਜੀ ਲਿਆ ਫਿਰ ਉਹਦਾ ਹੱਲ ਨਿਕਲੇਗਾ। ਤੇ ਇਸ ਹੂੰ ਕਰਕੇ ਸਾਂਝੀ ਥਾਂ ਬਿਲਕੁਲ ਤੇ ਕਿਸੇ ਨੇ ਜੋ ਕਹਿੰਦਾ ਬਾਬਾ ਜੀ ਤੁਹਾਡੀ ਹਵੇਲੀ ਏਡੀ ਵੱਡੀ ਹੈ, ਆਪਾਂ ਐਵੇਂ ਇੱਥੇ ਵੇਸਟ ਕਰ ਰਹੇ ਹਾਂ। ਉਹ ਕਹਿੰਦੇ ਦੇਖੋ ਉੱਥੇ ਪ੍ਰੋਬਲਮ ਇਹ ਹੂੰ ਹੈ ਕਿ ਜੇ ਤੁਸੀਂ ਮੇਰੀ ਹਵੇਲੀ ਚਾਹੋਗੇ ਤੇ ਤੁਸੀਂ ਬਾਬੇ ਦੀ ਉਂਗਲ ਵੱਲ ਦੇਖੋਗੇ ਕਿ ਬਾਬਾ ਕਿੱਧਰ ਨੂੰ ਉਂਗਲ ਕਰ ਰਿਹਾ। ਤੁਸੀਂ ਆਪ ਸੋਚਣਾ ਨਹੀਂ। ਕਿੱਧਰ ਨੂੰ ਤੁਹਾਨੂੰ ਆਪ ਬਿਠਾਏਗਾ ਸੋਚਣ ਦੇ ਜੀ ਤੁਹਾਨੂੰ ਸੋਚਣ ਦੇ ਕਾਬਿਲ ਹੂੰ ਬਣਾਉਣ ਲਈ ਮੈਂ ਇਹ ਦੀਵਾਨਖਾਨਾ ਬਣਾ ਰਿਹਾ। ਇੱਥੇ ਬਹਿ ਕੇ ਵਿਚਾਰੋ, ਹੂੰ ਇਕੱਠੇ ਹੋਵੋ। ਉਹ ਮੈਂ ਕਿਹਾ ਕਿਹੜਾ ਵੱਡਾ ਬਿਲਕੁਲ ਅਸੂਲ ਹੈ। ਇਕੱਠੇ ਔਰ ਇਹ ਬਿਲਕੁਲ ਉਹੀ ਅਸੂਲ ਹੈ ਹੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਮੈਂ ਚੇਲਾ ਤੇ ਤੁਸੀਂ ਗੁਰੂ ਹੋ, ਇਹਦਾ ਮਤਲਬ ਜਿਹੜੇ ਗੁਰੂ ਕਲੈਕਟਿਵ ਡਿਸੀਜਨ ਟੇਕਿੰਗ ਹੈ ਉਹ ਸਾਡੇ ਕਲਚਰ ਦਾ ਹਿੱਸਾ ਹੈਗੀ, ਪਰ ਅਸੀਂ ਉਹਨੂੰ ਅੱਗੇ ਗੁਰਮੱਤੇ ਵਾਲੀ ਜਿਹੜੀ ਟ੍ਰਾਂਸਲੇਟ ਨਹੀਂ ਕੀਤਾ। ਸਿੱਖੀ ਦੇ ਵਿੱਚ ਜਿਹੜਾ ਗੁਰਮੱਤੇ ਦੀ ਪਰੰਪਰਾ ਉਹੀ ਪਰੰਪਰਾ ਇਹਨਾਂ ਜੁਝਾਰੂਆਂ ਦੇ ਵਿੱਚ ਹਾਂ, ਝਲਕਦੀ ਹੈ ਸਾਨੂੰ। ਤੁਸੀਂ ਉਸ ਨੂੰ ਰੂਪ ਕੋਈ ਵੀ ਦੇ ਸਕਦੇ ਹੋ ਸਰ ਇਸ ਪ੍ਰੋਗਰਾਮ ਦੇ ਖਾਤਰ ਜੀ। ਇਹ ਤੁਹਾਡੀ ਗੱਲ ਵਿੱਚ ਦੇ ਲਿਵਡ ਇਟ, ਉਹ ਗੱਲਾਂ ਨਹੀਂ ਕਰਦੇ, ਦੇ ਲਿਵਡ ਇਟ ਉਹ ਐਕਚੁਅਲੀ ਉਹਨਾਂ 'ਚ ਰਚੀ ਮਿਚੀ ਹੈ ਕਿ ਉਹ ਹਰ ਫੈਸਲਾ ਜਿਹੜਾ ਹੈ ਬਿਲਕੁਲ ਉਹ ਸਾਂਝੇ ਤੌਰ ਤੇ ਬਹਿ ਕੇ ਕਰਦੇ ਨੇ। ਹਰ ਪ੍ਰੋਬਲਮ ਜਿਹੜੀ ਹੈ ਔਰ ਉਹ ਬਿਲਕੁਲ ਚਾਹੁੰਦੇ ਨੇ ਕਿ ਲੋਕ ਵੀ ਆਪਣੀਆਂ ਸਮੱਸਿਆਵਾਂ ਨੂੰ ਆਪ ਬਹਿ ਕੇ ਨਜਿੱਠਣ। ਜਿਹੜਾ ਸਾਡੇ ਵੀ ਹੁਣ ਗ੍ਰਾਮ ਮੈਂ ਸਭਾ ਤਾਂ ਦੀ ਇੰਪਾਵਰਮੈਂਟ ਹੈ ਜੀ ਉਹਨੂੰ ਅਸੀਂ ਨਹੀਂ ਯੂਜ਼ ਕਰ ਰਹੇ, ਨਾ ਸਰਕਾਰ ਕਰਨਾ ਦੇਣਾ ਚਾਹੁੰਦੀ ਹੈ। ਮਤਲਬ ਮੈਂ ਇਹੀ ਕਹਿੰਦਾ ਹੁੰਦਾ ਕਿ ਸਰਕਾਰਾਂ ਨੂੰ ਇਸ ਗਲਤਫਹਿਮੀ ਤੋਂ ਮੁਕਤ ਹੋਣਾ ਚਾਹੀਦਾ ਹੈ। ਲੋਕਾਂ ਕੋਲ ਆਪਣੇ ਮਸਲੇ ਹੱਲ ਕਰਨ ਦੀ ਤਾਕਤ ਹੈ, ਤੁਹਾਡੇ ਕੋਲ ਸਿਰਫ ਵਿਦੇਸ਼ੀਆਂ ਦੇ ਜਿਹੜੇ ਫੈਸਲੇ ਨੇ ਉਹ ਲਾਗੂ ਕਰਨ ਦੀ ਤਾਕਤ ਹੈ। ਤੁਸੀਂ ਵਿਦੇਸ਼ੀਆਂ ਦੇ ਇੰਟਰਸਟ ਵਿੱਚ ਲਾਗੂ ਕਰੋਗੇ, ਲੋਕਾਂ ਦੇ ਹੱਕ 'ਚ ਨਹੀਂ ਕਰੋਗੇ। ਜੇ ਅਸੀਂ ਕਹਿੰਦੇ ਜੀ ਪੈਸਾ ਲਾ ਲਓ ਅਸੀਂ ਤੁਹਾਨੂੰ ਜ਼ਮੀਨ ਦੇ ਦਿੰਦੇ, ਮਤਲਬ ਕਾਹਦੇ ਕਿਹਦੇ ਹੱਕ 'ਚ ਕਰ ਰਹੇ ਤੁਸੀਂ? ਮੁੜ ਕੇ ਫਿਰ ਉੱਥੇ ਮਤਲਬ ਕੋਈ ਕਾਨੂੰਨ ਨਹੀਂ ਹੈ, ਤੁਸੀਂ ਉਹਨਾਂ ਦੇ ਉੱਤੇ ਕੋਈ ਮਤਲਬ ਉਹ ਆਪਣਾ ਮੁਨਾਫਾ ਕਮਾਉਣ ਦੇ ਅੰਧੇਪਨ 'ਚ ਮਤਲਬ ਲੋਕਾਂ ਦੀ ਸਿਹਤ ਦਾ ਜਨਾਜ਼ਾ ਨਿਕਲ ਜਾਂਦਾ ਹੈ, ਮਤਲਬ ਜ਼ਮੀਨ ਖਰਾਬ ਹੁੰਦੀ ਹੈ, ਸਭ ਕੁਝ ਹੁੰਦਾ ਹੈ। ਤੋ ਇਹ ਇਸ ਕਰਕੇ ਅੱਜ ਵੀ ਜਿਹੜਾ ਹੱਲ ਹੈ ਉਹ ਇਹੀ ਹੈ ਕਿ ਜਿਹੜਾ ਲੋਕ ਅਗਰ ਆਪਣੇ ਫੈਸਲੇ ਆਪ ਕਰਨਾ ਸਿੱਖ ਜਾਣਗੇ ਔਰ ਉਹ ਹੱਲ ਨਿਕਲ ਆਉਂਦਾ ਹੈ, ਕਿਉਂਕਿ ਲੋਕਾਂ 'ਚ ਹੀ ਤਾਕਤ ਹੈ ਉਹਦਾ ਹੱਲ ਕਰ ਸਕਦੇ। ਲੋਕਾਂ 'ਚ ਹੀ ਤਾਕਤ ਯੈਸ ਸਰ। ਮੈਂ ਨਾ ਇਸ ਪ੍ਰੋਗਰਾਮ ਦੇ ਖਾਤਮੇ ਵੱਲ ਵਧ ਰਿਹਾ। ਮੈਂ ਵੈਸੇ ਤਾਂ ਦਿਹਾੜਾ ਉਹਨਾਂ ਦੀ ਸ਼ਹਾਦਤ ਦਾ ਹੈ, ਇੱਥੇ ਸਿਰਫ 3 ਸ਼ਹੀਦਾਂ ਦੀ ਗੱਲ ਨਹੀਂ ਹੈ, ਇੱਥੇ ਕਰਮਵਾਰ ਪਹਿਲੇ ਤੋਂ ਸ਼ੁਰੂ ਹੋ ਕੇ ਅੱਜ ਤੱਕ ਵੀ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਆ, ਜਿਹੜੇ ਸਾਡੇ ਅੱਜ ਦੇ ਵੀ ਸਮਾਜਿਕ ਕਾਰਕੁਨ ਜਿਹੜੇ ਗੌਤਮ ਨੌਲੱਖਾ ਵਰਗੇ ਜਾਂ ਡਾਕਟਰ ਸਟੇਨ ਸਵਾਮੀ ਵਰਗੇ, ਜਿਨ੍ਹਾਂ ਨੇ ਆਪਣੀਆਂ ਉਮਰਾਂ ਜੇਲ੍ਹਾਂ ਦੇ ਵਿੱਚ ਹੀ ਖਤਮ ਕਰਤੀਆਂ ਤੇ ਕੋਈ ਆਵਾਜ਼ ਨਹੀਂ ਚੁੱਕੀ ਜਾ ਰਹੀ ਹੈਗੀ। ਜਿਹੜੀ ਆਵਾਜ਼ ਕੋਈ ਚੁੱਕੀ ਜਾਂਦੀ ਆ ਉਹ ਆਵਾਜ਼ ਦਬਾ ਦਿੱਤੀ ਜਾਂਦੀ ਆ, ਉਹ ਵਿਚਾਰ ਹੀ ਦਬਾ ਦਿੱਤਾ ਜਾਂਦਾ, ਉਸ ਦੇ ਬਰਾਬਰ ਦਾ ਕੋਈ ਵਿਚਾਰ ਦਿੱਤਾ ਹੀ ਨਹੀਂ ਜਾਂਦਾ। ਮੈਂ ਚਾਹੁੰਦਾ ਕਿ ਜਦੋਂ ਆਪਾਂ ਇਸ ਪ੍ਰੋਗਰਾਮ ਨੂੰ ਖਤਮ ਕਰੀਏ, ਤੁਸੀਂ ਜਦੋਂ ਸ਼ਹੀਦ ਆਜ਼ਮ ਦੇ ਉੱਤੇ ਜਾਂ ਬਾਕੀ ਸਾਰੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਉੱਤੇ ਆਪਣੀ ਰਿਸਰਚ ਕਰ ਰਹੇ ਸੀ ਤਾਂ ਬਹੁਤ ਸਾਰੇ ਸਾਥੀਆਂ ਨੂੰ ਮਿਲੇ ਹੋਵੋਗੇ, ਜਿੱਦਾਂ ਬੀਕੇ ਦੱਤ ਸਾਹਿਬ ਹੋਗੀ। ਬੀਕੇ ਦੱਤ ਸਾਹਿਬ ਹੋਰਾਂ ਦੀ ਤਾਂ ਇੱਛਾ ਹੀ ਇਹ ਸੀ ਕਿ ਮੈਨੂੰ ਮੇਰੇ ਸੱਜਣਾਂ ਦੇ ਨਾਲ ਹੀ ਉੱਥੇ ਦਫਨਾਇਆ ਜਾਵੇ, ਉੱਥੇ ਮੇਰੀ ਯਾਦਗਾਰ ਜਾਂ ਮੈਨੂੰ ਉੱਥੇ ਨਾਲ ਰੱਖਿਆ ਜਾਵੇ। ਕੋਈ ਖੁਸ਼ਗਵਾਰ ਪਲਾਂ ਦੀ ਦਾਸਤਾਨ ਕਿਸੇ ਨੇ ਸੁਣਾਈ ਕਿ ਭਗਤ ਸਿੰਘ ਹੋਰੀ ਕਿੰਨੇ ਖੁਸ਼ਗਵਾਰ ਪਲਾਂ ਨੂੰ ਵੀ ਜਿਉਂਦੇ ਸੀ? ਜਿੱਦਾਂ ਮਸ਼ਹੂਰ ਹੈ ਕਿ ਰਸਗੁੱਲਿਆਂ ਦੇ ਸ਼ੌਕੀਨ ਸੀਗੇ, ਫਿਲਮ ਦੇਖਣ ਦੇ ਸ਼ੌਕੀਨ ਸੀਗੇ, ਹਾਸਾ ਠੱਠਾ ਕਰਨ ਦੇ ਬੜੇ ਸ਼ੌਕੀਨ ਸੀਗੇ, ਮੰਜੇ ਦੇ ਉੱਤੇ ਪੈਣ ਲਈ ਜਗ੍ਹਾ ਇੱਕ ਬੰਦੇ ਦੀ ਹੈ ਤੇ ਉਸ ਨੂੰ ਥੱਲੇ ਪਾ ਦੇਣਾ, ਆਪ ਉੱਪਰ ਪੈ ਜਾਣਾ। ਮਤਲਬ ਇਦਾਂ ਦੇ ਕੋਈ ਖੁਸ਼ਗਵਾਰ ਕਿੱਸੇ ਦੇ ਨਾਲ ਆਪਾਂ ਸਮਾਪਤੀ ਕਰਾਂਗੇ ਜੀ। ਬਿਲਕੁਲ, ਮਤਲਬ ਉਹਦੇ 'ਚ ਹੈ ਕਿ ਈਵਨ ਮੇਰੇ ਮਦਰ ਦੀਆਂ 2 ਯਾਦਾਂ ਉਹਨਾਂ ਦੀਆਂ ਖਾਸ ਸੀਗੀਆਂ, ਔਰ ਉਹ ਇਹ ਸੀ ਕਹਿੰਦੇ ਵੀ ਉਹ ਪੜ੍ਹ ਰਹੇ ਸੀ ਤੇ ਮੈਂ ਉੱਪਰ ਦੀ ਝੁੱਕ ਕੇ ਦੇਖ ਰਹੀ ਸੀ। ਉਦੋਂ ਲਾਲਟਨ ਨਾਲ ਪੜ੍ਹਦੇ ਹੁੰਦੇ ਸੀ ਕਿ ਵੀਰ ਜੀ ਕੀ ਪੜ੍ਹ ਰਹੇ ਨੇ, ਤੇ ਉਹਨਾਂ ਨੇ ਮੇਰੀ ਛਾਤੀ ਤੇ ਉਹ ਲਾਲਟਨ ਦਾ ਲਾਤਾ, ਉਹ ਸੜ ਗਿਆ। ਕਹਿੰਦੇ ਜਦੋਂ ਮੈਂ ਰੌਲਾ ਪਾਉਣ ਲੱਗੀ ਉਹ ਕਹਿੰਦੇ ਨਹੀਂ ਮੈਂ ਤੇ ਟੈਸਟ ਕਰ ਰਿਹਾ ਸੀਗਾ ਕਿ ਵੀ ਕਿੰਨਾ ਟੌਰਚਰ ਸਹਿ ਸਕਦੀ ਹੈ ਤੂੰ। ਇੱਕ ਇਸੇ ਤਰ੍ਹਾਂ ਹੀ ਮਤਲਬ ਕਿ ਭੈਣ ਭਰਾ ਦਾ ਔਰ ਫਿਰ ਆਪਣੇ ਸਾਥੀਆਂ ਨਾਲ ਵੀ ਉਹਦੀ ਜਿਹੜੀ ਸਭ ਤੋਂ ਖੂਬਸੂਰਤ ਮੈਨੂੰ ਗੱਲ ਲੱਗਦੀ ਹੈ ਕਿ ਅਸੀਂ ਜਿਹੜੇ ਪੁਰਾਣੇ ਵਿਚਾਰ ਲੈ ਕੇ ਰੱਖਦੇ ਹਾਂ, ਉਹ ਮਤਲਬ ਚੰਦਰ ਸ਼ੇਖਰ ਆਜ਼ਾਦ, ਕਿਉਂਕਿ ਉਹ ਮਤਲਬ ਜੰਗਲਾਂ 'ਚੋਂ ਆਏ ਤੇ ਉਹ ਰੋਟੀ ਖਾ ਰਹੇ ਸੀਗੇ ਤੇ ਉਹਨਾਂ ਨੇ ਗੁੜ ਚੁੱਕ ਕੇ ਮਤਲਬ ਟੋਕ ਕੇ ਤੇ ਰੱਖਤਾ। ਉਹ ਆਪਣੇ ਇਮੀਡੀਏਟ ਰਿਐਕਸ਼ਨ 'ਚ ਉਹਨਾਂ ਨੇ ਸੁੱਟਤਾ ਵੀ ਤੂੰ ਖਰਾਬ ਕਰਤਾ ਮੇਰਾ।
ਉਹ ਉਹਨੂੰ ਗਏ, ਉਹਨੂੰ ਚੁੱਕ ਕੇ ਪਾਣੀ 'ਚ ਧੋ ਕੇ ਕਹਿੰਦੇ ਮੈਂ ਹੁਣ ਇਹਨੂੰ ਪਵਿੱਤਰ ਕਰਤਾ, ਲੈ ਲਾ। ਤਾਂ ਉਹ ਵੀ ਹੱਸ ਪਏ। ਤਾਂ ਮਤਲਬ ਕਿ ਆਪਣੇ ਸਾਥੀਆਂ ਨਾਲ ਇੱਕ ਸੰਵਾਦ, ਔਰ ਬਹੁਤ ਹੀ ਹਸਮੁਖ ਸੀਗੇ। ਔਰ ਉਹਦੀ ਜਿਹੜੀ ਇੱਕ ਬਹੁਤ ਹੀ ਖੂਬਸੂਰਤ ਗੱਲ ਇਹ ਹੈ ਕਿ ਮਤਲਬ ਸਾਰਿਆਂ ਨੇ ਦੱਸਣਾ ਕਿ ਵੀ ਉਹ ਜਦੋਂ ਮਤਲਬ ਬਹੁਤ ਚੰਗਾ ਗਾ ਲੈਂਦੇ ਸੀ, ਬੜੀ ਸੁਰੀਲੀ ਆਵਾਜ਼ ਸੀ ਉਹਨਾਂ ਦੀ। ਔਰ ਮਤਲਬ ਅੰਗਰੇਜ਼ ਬੱਚੇ ਤੇ ਔਰਤਾਂ ਭਗਤ ਸਿੰਘ ਨੂੰ ਦੇਖਣ ਆਉਂਦੀਆਂ ਸੀ ਵੀ ਉਹ ਕਿਹੜਾ ਮੁੰਡਾ, ਕਿਉਂਕਿ ਇਹਦਾ ਮਤਲਬ ਘਰਾਂ 'ਚ ਗੱਲ ਹੁੰਦੀ ਸੀ ਉਹਦੀ। ਤਾਂ ਫਿਰ ਉਹੀ ਯਾਦ ਆਉਂਦਾ ਕਿ ਅਬ मतलब तेरी हिम्मत का चर्चा गैर की महफिल में है। तो देखना है जोर कितना मतलब ਇਹ ਜਿਹੜਾ बाजुए कातिल में, ਮਤਲਬ ਉਹ ਮਤਲਬ ਬੜਾ ਔਰ ਜਿੰਦਾ ਦਿਲ ਇਹ ਸੀ ਕਿ ਵੀ ਉਹਨਾਂ ਨੇ ਜੇਲ੍ਹ 'ਚ ਜਿਹੜੀ ਆਖਰੀ 2 ਕਾਗਜ਼ ਸਾਨੂੰ ਮਿਲੇ, ਉਹਦੇ 'ਚ ਸ਼ੇਰ ਲਿਖ ਕੇ ਰੱਖੇ ਹੋਏ ਨੇ, ਵੱਖਰੇ ਵੱਖਰੇ, ਮਤਲਬ ਗਾਲਬ ਦੇ, ਇਕਬਾਲ ਦੇ, ਔਰ ਚੁਣਵੇਂ ਸ਼ੇਰ ਨੇ, ਜਿਹਦੇ 'ਚੋਂ ਇੱਕ ਸ਼ੇਰ ਜਿਹੜਾ ਉਹਨਾਂ ਨੇ ਮਦਨ ਲਾਲ ਢੀਂਗੜਾ ਨੂੰ ਟ੍ਰਿਬਿਊਟ ਕਰਕੇ ਲਿਖਿਆ ਸੀ कि चमन ज़ारे मोहब्बत में उसी ने की बागवानी, जिसने मेहनत को ही मेहनत का फल जाना, नहीं फैज़े नुमाइश शबनम का, चुपके से आती है मोती लुटा जाती। कि ਉਹ ਲੋਕ ਮਤਲਬ ਜਿਹੜਾ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਮਿਹਨਤ ਹੀ ਉਹਨਾਂ ਦਾ ਫਲ ਹੈ। ਮਤਲਬ ਉਹਨਾਂ ਦੀ ਜਿਹੜੀ ਹੈ ਕਿ ਵੀ ਜੋ ਉਹਨਾਂ ਨੇ ਮਤਲਬ ਕੁਰਬਾਨੀ ਕੀਤੀ, ਉਹਦਾ ਫਲ ਇਹੀ ਹੈ ਕਿ ਵੀ ਉਹਨਾਂ ਨੇ ਉਹ ਵਿਚਾਰ ਜਿਹੜੇ ਨੇ ਉਹ ਲੋਕਾਂ ਵਿੱਚ ਮਤਲਬ ਗਹਿਰੇ ਸਮਾਜ ਤੇ, ਜਿਹੜੇ ਹੁਣ ਵੀ ਅਸੀਂ ਜਦੋਂ ਵੀ ਉਹ ਰੈਫਰੈਂਸ ਪੁਆਇੰਟ ਤੇ ਹੈ ਹੀ ਹੈ ਨਾ, ਭਾਵੇਂ ਕ੍ਰਿਟਿਸਾਈਜ਼ ਤੇ ਭਾਵੇਂ ਲੇਕਿਨ ਕ੍ਰਿਟਿਸਿਜ਼ਮ ਵਾਲਾ ਜਿਹੜਾ ਹੈ ਉਹ ਉਹਨਾਂ ਨੂੰ ਜ਼ਿਆਦਾ ਜ਼ਿੰਦਾ ਰੱਖਦਾ, ਕਿਉਂਕਿ ਜਦੋਂ ਗੱਲ ਕੁਐਸਚਨ ਕਰਦੇ ਨੇ ਫਿਰ ਤੁਹਾਡੇ ਵਰਗਾ ਕੋਈ ਨੌਜਵਾਨ ਜਿਹੜਾ ਉਹ ਸਵਾਲ ਕਰਦਾ ਹੈ, ਇਹ ਸਵਾਲ ਕਿੱਥੋਂ ਹੋ ਰਿਹਾ, ਮਤਲਬ ਕਿੱਥੋਂ ਬੋਲਿਆ ਜਾ ਰਿਹਾ, ਕਿਉਂਕਿ ਉਹ ਉਹਦੇ ਤੋਂ ਫਿਰ ਐਕਸਪੋਜ਼ ਹੋ ਜਾਂਦੇ ਨੇ ਕਿ ਜਿਹੜੇ। ਤਾਂ ਇਸ ਕਰਕੇ ਮੈਂ ਸਮਝਦਾ ਕਿ ਅੱਜ ਉਹਨਾਂ ਦੀ ਸ਼ਹਾਦਤ ਤੋਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹ ਉਹਨਾਂ ਦੇ ਆਪਣੇ ਆਖਰੀ ਸ਼ਬਦ ਜਿਹੜੇ ਸੀਗੇ ਕਿ ਮੈਂ ਜੋ ਬਣ ਗਿਆ, ਇੱਕ ਇਨਕਲਾਬ ਦਾ ਨਿਸ਼ਾਨ ਬਣ ਗਿਆ, ਇਹ ਮੇਰੇ ਸਾਥੀਆਂ ਦੀਆਂ ਕੁਰਬਾਨੀਆਂ ਕਰਕੇ ਤੇ ਮੇਰੀ ਪਾਰਟੀ ਦੇ ਵਿਚਾਰਧਾਰਾ ਕਰਕੇ ਮੈਂ ਇੱਥੇ ਪਹੁੰਚਾ। ਸ਼ਾਇਦ ਮੈਂ ਜ਼ਿੰਦਗੀ 'ਚ ਮੁੜ ਕੇ ਇੱਥੇ ਨਹੀਂ ਪਹੁੰਚ ਸਕਦਾ। ਤਾਂ ਇਸ ਕਰਕੇ ਮੈਂ ਚਾਹੁੰਦਾ ਕਿ ਇੱਥੇ ਇਹ ਜਿਹੜੀ ਹੈ ਲੋਕਾਂ ਦੇ ਚੇਤਨਤਾ ਵਿੱਚ ਇਹ ਜੰਮ ਜਾਏ, ਤਾਂ ਕਿ ਉਹ ਰੈਫਰੈਂਸ ਪੁਆਇੰਟ ਰਹੇਗਾ। ਉਹਦੇ ਤੋਂ ਅਗਲੇ ਮਸਲੇ ਜਿਹੜੇ ਪਿਛਲੇ ਨਾਲ ਹੱਲ ਨਹੀਂ ਹੁੰਦੇ, ਉਹ ਅੱਜ ਦੇ ਮਸਲੇ ਅੱਜ ਹੱਲ ਹੋਣੇ ਨੇ, ਲੇਕਿਨ ਉਹਦੇ ਲਈ ਇੱਕ ਜ਼ਮੀਨ ਹੈ ਤੁਹਾਡੇ ਕੋਲ ਜਿਹਦੇ ਤੋਂ ਤੁਸੀਂ ਹੌਸਲੇ ਨਾਲ ਕਹਿ ਸਕਦੇ ਹੋ ਕਿ ਜੇ ਅੰਗਰੇਜ਼ ਰਾਜ ਮਤਲਬ ਖਤਮ ਹੋ ਸਕਦਾ ਹੈ ਤੇ ਕੋਈ ਵੀ ਰਾਜ ਆਪਣੇ ਆਪ ਸਤਾਈ ਨਹੀਂ ਹੈ ਜਿੰਨਾ ਚਿਰ ਉਹ ਲੋਕਾਂ ਦੇ ਮਸਲੇ ਹੱਲ ਨਹੀਂ ਕਰਦਾ। ਬਹੁਤ ਕਮਾਲ ਦੀ ਚਰਚਾ ਹੋਈ ਹੈ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨਾਲ, ਔਰ ਇਹ ਚਰਚਾ ਬਹੁਤ ਪੜਾਵਾਂ ਦੇ ਵਿੱਚ ਹੋ ਸਕਦੀ ਹੈ, ਔਰ ਮੈਂ ਕੋਸ਼ਿਸ਼ ਕਰਾਂਗਾ ਪ੍ਰੋਫੈਸਰ ਸਾਹਿਬ ਤੋਂ ਅਗਲੇ ਦਿਨਾਂ ਦੇ ਵਿੱਚ ਸਮਾਂ ਲੈ ਕੇ ਜੇਕਰ ਵਿਉਂਤਬੰਦੀ ਕੀਤੀ ਜਾ ਸਕੇ ਕਿ ਸ਼ਹੀਦ ਭਗਤ ਸਿੰਘ, ਉਹਨਾਂ ਦੇ ਸਾਥੀਆਂ ਦੀ ਡਾਕੂਮੈਂਟੇਸ਼ਨ ਅਸੀਂ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਦੇ ਸ਼ਬਦਾਂ ਦੇ ਰਾਹੀਂ, ਇਹਨਾਂ ਦੀ ਰਿਸਰਚ ਦੇ ਰਾਹੀਂ ਤੁਹਾਡੇ ਸਾਹਮਣੇ ਰੱਖੀ ਹੈ। ਔਰ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸੰਭਵ ਹੋ ਪਾਇਆ ਕਿ ਚਾਚਾ ਅਜੀਤ ਸਿੰਘ ਹੋਰਾਂ ਦੀ ਜੀਵਨ ਦੇ ਉੱਤੇ ਜ਼ਰੂਰ ਝਾਤ ਮਰਵਾਵਾਂਗਾ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਦੇ ਰਾਹੀਂ ਔਰ ਇਹਨਾਂ ਦੀ ਰਿਸਰਚ ਦੇ ਰਾਹੀਂ। ਭਗਤ ਸਿੰਘ ਨੂੰ ਤੁਸੀਂ ਕਿਸੇ ਵੀ ਨੁਕਤਾ ਨਿਗਾਹ ਤੇ ਲੈ ਲਿਓ, ਬੇਸ਼ੱਕ ਜਿੱਦਾਂ ਦੀ ਗੱਲ ਪ੍ਰੋਫੈਸਰ ਸਾਹਿਬ ਨੇ ਕਹੀ ਹੈ ਕਿ ਚਾਹੇ ਤੁਸੀਂ ਉਸ ਨੂੰ ਨੁਕਤਾਚੀਨੀ ਦੇ ਪੱਖ ਤੋਂ ਲੈ ਲਓ, ਚਾਹੇ ਤੁਸੀਂ ਵਿਚਾਰਵਾਨ ਪੱਖ ਤੋਂ ਲੈ ਲਓ, ਚਾਹੇ ਨਾ ਪੱਖੀ ਹੁੰਗਾਰੇ ਦੇ ਵਿੱਚ ਲੈ ਲਓ, ਚਾਹੇ ਹਾਂ ਪੱਖੀ ਹੁੰਗਾਰੇ ਦੇ ਵਿੱਚ ਲੈ ਲਓ, ਉਸ ਨੂੰ ਤੁਸੀਂ ਉਸ ਨੂੰ ਕੇਂਦਰ ਬਿੰਦੂ ਦੇ ਵਿੱਚ ਹਮੇਸ਼ਾ ਰੱਖੋਗੇ ਹੀ ਰੱਖੋਗੇ, ਕਿਉਂਕਿ ਉਸ ਕੋਲ ਆਪਣਾ ਇੱਕ ਵਿਚਾਰ ਹੈ, ਆਪਣਾ ਥਾਟ ਹੈ, ਜਿਹੜਾ ਤਰਕ ਦੀ ਗੱਲ ਕਰਦਾ, ਜਿਹੜਾ ਦਲੀਲ ਦੀ ਗੱਲ ਕਰਦਾ, ਜਿਹੜਾ 100 ਸਾਲ ਪੂਰੇ ਹੋਣ ਤੋਂ ਬਾਅਦ ਵੀ ਅੱਜ ਇਰਰੈਲੇਵੈਂਟ ਨਹੀਂ ਹੋਇਆ, ਸਗੋਂ ਹੋਰ ਗੂੜਾ ਹੁੰਦਾ ਜਾ ਰਿਹਾ। ਪ੍ਰੋਫੈਸਰ ਸਾਹਿਬ, ਆਸ ਕਰਾਂਗਾ ਕਿ ਅਗਲੇ ਦਿਨਾਂ ਦੇ ਵਿੱਚ ਤੁਹਾਡੇ ਦਰਸ਼ਨ ਕਰਕੇ ਆਪਾਂ ਸ਼ਹੀਦ ਆਜ਼ਮ ਤੇ ਬਾਕੀ ਜਿੰਨੇ ਸ਼ਹੀਦ ਨੇ ਉਹਨਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਡਾਕੂਮੈਂਟ ਕਰ ਸਕੀਏ, ਜੇਕਰ ਤੁਹਾਡੀ ਇਜਾਜ਼ਤ ਹੋਵੇਗੀ ਤਾਂ ਜੀ। ਨਹੀਂ ਬਿਲਕੁਲ, ਮੈਂ ਆਪ ਇਸ ਚੀਜ਼ ਤੇ ਵਿਚਾਰ ਕਰਦਾ ਵੀ ਚਲੋ ਭਗਤ ਸਿੰਘ ਹੋਣਾ ਨੂੰ ਤੇ ਇੱਕ ਪਰਿਵਾਰਕ ਪਿਛੋਕੜ ਮਿਲਿਆ, ਤੇ ਕਰਤਾਰ ਸਿੰਘ ਸਰਾਭਾ ਐਡਾ ਵੱਡਾ ਇਨਕਲਾਬੀ ਕਿਵੇਂ ਹੋ ਗਿਆ? ਉਹ ਸਮਝਣ ਵਾਲੀ ਹੈ। ਉਹ ਤੁਹਾਨੂੰ ਜੁਗਤ ਮੈਂ ਦੱਸਾਂਗਾ ਕਿ ਮੈਂ ਜਦੋਂ ਲੱਭਿਆ ਉਹਨੂੰ ਕਿ ਕਿਵੇਂ ਉਹਨੂੰ ਇਹ ਸਮਝ ਲੱਗ ਗਈ ਕਿ ਮੇਰੇ ਮਾਂ ਪਿਓ ਦੀ ਡੈਥ ਜਿਹੜੀ ਹੈ ਉਹ ਅੰਗਰੇਜ਼ ਰਾਜ ਕਰਕੇ ਹੋਈ, ਕਿਉਂਕਿ ਮਤਲਬ 1907 ਦੀ ਲਹਿਰ ਨੇ ਇਹ ਸਿਖਾਤਾ ਸੀ ਕਿ ਵੀ ਜਿਹੜੇ ਅਕਾਲ ਪੈ ਰਹੇ ਨੇ, ਜਿਹੜੀਆਂ ਬਿਮਾਰੀਆਂ ਮਰ ਰਹੇ ਆ, ਇਹ ਅੰਗਰੇਜ਼ ਦੀ ਨੀਤੀ ਦਾ ਨਤੀਜਾ ਨੇ। ਤੇ ਮੈਂ ਕਿਹਾ ਉਦਣ ਉਹ ਇਨਕਲਾਬੀ ਹੋ ਗਿਆ, ਔਰ ਫਿਰ ਉਹਦੇ ਦੁਆਲੇ। ਔਰ ਇਹ ਜਿਹੜਾ ਹੈ ਕਿ ਜਦੋਂ ਕਾਰਨ ਸਮਝ ਜਾਵਾਂਗੇ ਅਸੀਂ, ਮਤਲਬ ਅਣਹੋਣੀ ਨੂੰ ਸਮਝ ਗਏ, ਉਦਣ ਫਿਰ ਤੁਸੀਂ ਮਤਲਬ ਉਹਦੇ ਬਦਲੇ 'ਚ ਇਨਕਲਾਬੀ ਹੋ ਜਾਂਦੇ। ਆਪਾਂ ਬਿਲਕੁਲ, ਮੈਂ ਚਾਹਾਂਗਾ ਕਿ ਆਪਾਂ ਇਹ ਸਾਰੇ ਜਿਹੜੀ ਵਿਰਾਸਤ ਹੈ ਨੌਜਵਾਨਾਂ ਦੀ, ਇਹ ਉਹਨਾਂ ਨੂੰ ਦਈਏ,
ਔਰ ਉਹ ਆਪਣੇ ਆਪ ਨੂੰ ਮਤਲਬ ਸਮਝ ਸਕਣ। ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਇਹਦੇ ਤੇ ਕਰਾਂ। ਬਹੁਤ ਸ਼ੁਕਰੀਆ ਪ੍ਰੋਫੈਸਰ ਜਗਮੋਹਨ ਸਿੰਘ। ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਹੋਰਾਂ ਦੇ ਸ਼ਹਾਦਤ ਦਿਹਾੜੇ ਤੇ ਅਸੀਂ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨਾਲ ਇਸ ਲੜੀ ਦੇ ਵਿੱਚ ਚਰਚਾ ਕੀਤੀ ਹੈ। ਚਰਚਾ ਲੰਬੀ ਹੋ ਸਕਦੀ ਹੈ, ਪਰੰਤੂ ਇਸ ਚਰਚਾ ਦੇ ਨੁਕਤਿਆਂ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਅੱਜ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਹਾਲਾਤਾਂ ਦੇ ਨਜ਼ਰੀਏ ਤੋਂ ਇਹ ਚਰਚਾ ਸੱਚਮੁੱਚ ਤੁਹਾਡੇ ਵਿਚਾਰਾਂ ਦੇ ਵਿੱਚ ਚਰਚਾ ਦੇ ਰਾਹੀਂ ਜਿਉਂਦੇ ਰਹੇਗੀ। ਦਿਓ ਇਜਾਜ਼ਤ, ਜੁੜੇ ਰਹੋ ਔਨ 에ਅਰ ਦੇ ਨਾਲ। ਸਤਿ ਸ੍ਰੀ ਅਕਾਲ।